मैं तुहाडा वीर डॉक्टर हरीश मल्होत्रा अज फिर तुहाडे लई हफ्तावारी प्रोग्राम सोच दा सफ़र लैके हाजिर हाँ। पिछले हफ्ते कुछ कारणों करके इत्थे एमरजेंसी सी, इस करके प्रोग्राम मेरा नहीं आ सकिया तो मैं उहदे लई तुहाडे तों अपॉलोजीज मंगदा। अज जिहड़ी गल करनी हैगी आ ओह आपां नवीं किताब तो गल शुरू करांगे। जिहड़ी मेरी नवीं किताब है बातां बलैत दियां, ये अपनी चौथी किताब है जिहड़ी तुहाडे नाल मैं साझी कर रहा। तो नाल दी नाल जिन कि मैं एक ये भी गल कर लवां कि 13 मार्च नूं जो सी उस दिन अडवायर नूं गोली मारी सी उस सरदार उधम सिंह ने, जो शहीद उधम सिंह साडे होए हैगे आ। ते फिर अपने पिछले हफ्ते जिस तरह तुहानूं पता है जिहड़ा सीगा ओह 8 तरीक नूं उस दिन इंटरनेशनल वूमेनस डे सी। तो फिर जिहड़ा सीगा संडे नूं जो सी ओह मदर्स डे सी। तो फिर कल यानी कि सीगा ओह कांशी राम जी का जन्मदिन सी, जिहड़ा कि बहुत धूमधाम नाल मनाया गया। तो मैं महसूस करदा भी ये जिहड़े दिहाड़े हैगे जदों असीं मनाउने हैगे आ, ये बहुत जरूरी है भी जिहड़ा उहदे पिछे थीम हुंदा उहनूं असीं अपने बर्ताव दे विच अडॉप्ट करिए। तो ਉਹ ਜਿਹੜੇ ਉਹਨਾਂ ਨੇ ਕਾਰਨਾਮੇ ਕੀਤੇ ਹੁੰਦੇ ਉਹਨਾਂ ਨੂੰ ਅਸੀਂ ਆਪਣੇ ਬੱਚਿਆਂ ਨੂੰ ਵੀ ਦੱਸੀਏ, ਹੋਰਾਂ ਨੂੰ ਵੀ ਦੱਸੀਏ, ਤਾਂ ਕਿ ਉਹਨਾਂ ਦੀ ਜਿਹੜੀ ਯਾਦ ਹੈਗੀ ਸਾਡੇ ਨਾਲ ਰਵੇ ਅਤੇ ਅਸੀਂ ਉਹਨਾਂ ਦੇ ਪੂਰਨਿਆਂ 'ਤੇ ਚੱਲ ਸਕੀਏ ਅਤੇ ਜਿਹੜੀ ਉਹਨਾਂ ਦੀ ਥਿੰਕਿੰਗ ਸੀ ਉਹਨੂੰ ਅਸੀਂ ਅੱਗੇ ਵਧਾ ਸਕੀਏ। ਇਹ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਅਤੇ ਜਿਹੜੀ ਅੱਜ ਗੱਲ ਮੈਂ ਕਰਨੀ ਤੁਹਾਡੇ ਨਾਲ ਚਾਹੁੰਦਾ ਹੈਗਾ ਉਹ ਇਹ ਹੈ ਵੀ ਜਿਹੜੀ ਜੋ ਕੁਛ ਵੀ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਔਰਤਾਂ ਦੇ ਨਾਲ ਹੁੰਦੀ ਆ ਉਹਦੇ 'ਤੇ ਲੇਖ ਹੈਗਾ। ਉਹ ਮੈਂ ਤੁਹਾਨੂੰ ਹੁਣੇ ਸਾਂਝਾ ਕਰਦਾ। ਬੜਾ ਛੋਟਾ ਜਿਹਾ ਲੇਖ ਹੈਗਾ, 3 ਸਫ਼ੇ ਦਾ ਲੇਖ ਹੈਗਾ। ਅਤੇ ਇਸ ਕਰਕੇ ਮੈਂ ਚਾਹੁੰਦਾ ਹੈਗਾ ਵੀ ਤੁਸੀਂ ਵੱਧ ਤੋਂ ਵੱਧ ਟੈਲੀਫੋਨ ਕਾਲਸ ਜਾਣੀ ਕਿ ਅੱਜ ਕਰੋ, ਤਾਂ ਕਿ ਅਸੀਂ ਇਸ ਮਸਲੇ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਡਿਸਕਸ਼ਨ ਵਿੱਚ ਲਿਆ ਸਕੀਏ ਅਤੇ ਤਾਂ ਕਿ ਕੋਈ ਕਿਸੇ ਨਾ ਕਿਸੇ ਨਤੀਜੇ 'ਤੇ ਪਹੁੰਚ ਸਕੀਏ। ਇਹ ਮਸਲਾ ਇਸ ਕਰਕੇ ਬਹੁਤ ਜ਼ਰੂਰੀ ਹੈ ਕਿਉਂਕਿ ਚਾਹੇ ਸਾਰੀ ਦੁਨੀਆ ਵਿੱਚ ਹੀ ਜਿਹੜੇ ਹੈਗੇ ਬਹੁਤ ਮਰਡਰ ਦੇ ਕੇਸ ਜਾਣੀ ਕਿ ਹੋ ਰਹੇ ਹੈਗੇ, ਔਰਤਾਂ ਨਾਲ ਬੜਾ ਬਦਸਲੂਕੀ ਜਾਣੀ ਕਿ ਹੋ ਰਹੀ ਆ। ਅਤੇ ਜਿਹੜਾ ਸੈਰਾ ਐਵਰਟ ਨਾਲ ਜਾਣੀ ਕਿਹੜਾ ਕੇਸ ਹੋਇਆ ਹੈਗਾ, ਜਿਹੜਾ ਕਿ ਬਹੁਤ ਜਾਣੀ ਕਿ ਚਰਚਾ ਦਾ ਵਿਸ਼ਾ ਹੈਗਾ, ਉਹਨੇ ਇਸ ਗੱਲ ਨੂੰ ਹੋਰ ਵੀ ਜ਼ਿਆਦਾ ਜਾਣੀ ਕਿ ਤੂਲ ਦਿੱਤੀ ਹੈ। ਅਤੇ ਨਾਲ ਦੀ ਨਾਲ ਜਿਸ ਤਰ੍ਹਾਂ ਮੈਂ ਕਿਹਾ ਹੈਗਾ ਇੱਕ ਮਦਰਸ ਡੇ ਜਾਣੀ ਕਿ ਨਾਲ ਆ ਗਿਆ, ਫਿਰ ਜਿਹੜਾ ਸੀ ਇੰਟਰਨੈਸ਼ਨਲ ਵੂਮਨਸ ਡੇ ਵੀ ਆ ਗਿਆ, ਅਤੇ ਇਹ ਸੈਰਾ ਦਾ ਵੀ ਜਾਣੀ ਕਿ ਜਿਹੜਾ ਬੱਚੀ ਕੇਸ ਜਾਣੀ ਕਿ ਆ ਗਿਆ। ਅਤੇ ਅੱਜ ਵੀ 2021 ਦੇ ਵਿੱਚ ਵੀ ਜਿਸ ਤਰ੍ਹਾਂ ਮੈਂ ਆਪਣੇ ਫਰਾਈਡੇ ਦੇ ਪ੍ਰੋਗਰਾਮ ਵਿੱਚ ਧਰਮਚੰਦ ਮਹੀਰ ਨਾਲ ਜਿਹੜਾ ਅਸੀਂ ਸਾਂਝੀਆਂ ਵਿਚਾਰਾਂ ਪ੍ਰੋਗਰਾਮ ਕਰਦੇ ਹਾਂ ਉਹਦੇ ਵਿੱਚ ਵੀ ਮੈਂਸ਼ਨ ਕੀਤਾ ਸੀਗਾ, ਇਸ ਮੁਲਕ ਵਿੱਚ ਵੀ ਪਿਛਲੇ ਸਾਲ ਜਿਹੜੀਆਂ ਹੈਗੀਆਂ 118 ਯਾਨੀ ਕਿ ਜਿਹੜੀਆਂ ਔਰਤਾਂ ਸੀ ਉਹਨਾਂ ਦਾ ਮਰਡਰ ਯਾਨੀ ਕਿ ਕਰਤਾ ਗਿਆ। ਮੈਂ ਸਮਝਦਾ ਵੀ ਇਹ ਜਿਹੜਾ ਵਾਇਲੈਂਸ ਅਸੀਂ ਕਰਦੇ ਹੈਗੇ ਔਰਤਾਂ ਦੇ ਖਿਲਾਫ ਜੋ ਕੁਛ ਅਸੀਂ ਕਰ ਰਹੇ ਹੈ, ਜੇ ਔਰਤ ਨਾ ਹੁੰਦੀ ਤਾਂ ਤੁਸੀਂ ਨਾ ਪੈਦਾ ਹੁੰਦੇ ਤਾਂ ਮੈਂ ਵੀ ਨਾ ਪੈਦਾ ਹੁੰਦਾ। ਸੋ ਇਸ ਕਰਕੇ ਮੈਂ ਜਿਹੜੀ ਅੱਜ ਤੁਹਾਨੂੰ ਗੁਜ਼ਾਰਿਸ਼ ਕਰਨੀ ਚਾਹੁੰਦਾ ਵੀ ਆਪਣੀ ਕਾਲ ਨੂੰ ਛੋਟਾ ਤੋਂ ਛੋਟਾ ਰੱਖੋ। ਸਾਡੇ ਕੋਲ 6 ਕਾਲ ਜਿਹੜੀਆਂ ਹੈਗੀਆਂ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਕਤਾਰ ਵਿੱਚ ਲੈ ਸਕਦੇ ਹਾਂ, ਅਤੇ ਤਾਂ ਕਿ ਅਸੀਂ ਇਹ 'ਤੇ ਵੱਧ ਤੋਂ ਵੱਧ ਜਿਹੜੀ ਹੈਗੀ ਡਿਸਕਸ਼ਨ ਕਰ ਸਕੀਏ। ਪਹਿਲਾਂ ਮੈਂ ਛੋਟਾ ਜਿਹਾ ਲੇਖ ਪੜ੍ਹਦਾ ਅਤੇ ਫਿਰ ਮੈਨੂੰ ਜਿਹੜਾ ਤੁਹਾਡੇ ਟੈਲੀਫੋਨ ਕਾਲਸ ਦੀ ਜ਼ਰੂਰਤ ਹੈਗੀ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਸਾਡਾ ਟੈਲੀਫੋਨ ਜਿਹੜਾ ਹੈਗਾ ਉਹ ਸਕਰੀਨ ਦੇ ਥੱਲੇ ਵੀ ਆ ਰਿਹਾ, ਅਤੇ ਨਹੀਂ ਤਾਂ ਮੈਂ ਤੁਹਾਨੂੰ ਦੱਸ ਵੀ ਦੇਣਾ ਹੈਗਾ। ਇਹ ਹੈਗਾ 08000 886 404। ਇੱਕ ਵਾਰ ਮੈਂ ਫਿਰ ਤੁਹਾਨੂੰ ਦੱਸ ਦੇਵਾਂ, ਇਹ ਹੈਗਾ 08000 886 404 08000 886 404। ਇਹ ਸਾਡਾ ਨਵਾਂ ਨੰਬਰ ਹੈਗਾ। ਅਤੇ ਤੁਸੀਂ ਟੈਲੀਫੋਨ ਕਾਲਸ ਜਿਹੜੀਆਂ ਹੈਗੀਆਂ ਹੁਣ ਤੋਂ ਬੇਸ਼ੱਕ ਕਰ ਲਓ, ਕਿਉਂਕਿ 6 ਕਾਲ ਜਿਹੜੀਆਂ ਹੈਗੀਆਂ ਅਸੀਂ ਉਹ ਲੈ ਸਕਦੇ ਹੈਗੇ। ਤੁਹਾਡੀ ਜਿਹੜੀ ਵਾਰੀ ਹੈਗੀ ਜਦੋਂ ਆਉਂਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਦੂਸਰੇ ਬੰਦੇ ਦੀ ਜਿਹੜੀ ਵਾਰੀ ਆਊਗੀ ਅਤੇ ਤੁਸੀਂ ਆਪਣੀ ਗੱਲ ਜਦੋਂ ਫਿਨਿਸ਼ ਕਰ ਲਓਗੇ। ਸੋ ਇਹ ਜਾਣੀ ਕਿ ਜਿਹੜੀ ਹੈਗੀ ਅਸੀਂ ਨਵੀਂ ਇੱਥੇ ਜਿਹੜੀ ਹੈਗੀ ਟੈਕਨੋਲੋਜੀ ਯੂਜ਼ ਕਰਨੀ ਸ਼ੁਰੂ ਕਰਤੀ ਹੈਗੀ ਆ। ਅਤੇ ਮੈਂ ਇਹ ਲੇਖ ਜਿਹੜਾ ਹੈਗਾ ਤੁਹਾਡੇ ਨਾਲ ਸ਼ੇਅਰ ਕਰਦਾ। ਇਹਦਾ ਮੈਂ ਹੈਡਿੰਗ ਇਸ ਨਵੀਂ ਕਿਤਾਬ ਵਿੱਚੋਂ ਜਿਹੜੀਆਂ ਹੈ ਬਾਤਾਂ ਬਲੈਤ ਦੀਆਂ, ਜਿਹੜਾ ਲੇਖ ਹੈਗਾ ਇਹਦਾ ਨਾਂ ਹੈਗਾ ਇੱਜ਼ਤ ਦੇ ਨਾਂ 'ਤੇ ਏਸ਼ੀਅਨ ਮੁਟਿਆਰਾਂ ਦਾ ਕਤਲ। ਅਤੇ ਜਿਹੜੇ ਇਹਦੇ ਵਿੱਚ ਮੈਂ ਨਾਂ ਅਤੇ ਜਿਹੜੇ ਉਮਰਾਂ ਵਗੈਰਾ ਅਤੇ ਐਡਰੈਸ ਵੀ ਯਾਨੀ ਕਿ ਦਿੱਤੇ ਹੈਗੇ ਉਹ ਇਹਨਾਂ ਅਖਬਾਰਾਂ ਵਿੱਚ ਇੱਥੇ ਦੀਆਂ ਬਰਤਾਨੀਆ ਦੀਆਂ ਅਖਬਾਰਾਂ ਵਿੱਚ ਛਪ ਚੁੱਕੇ ਹੈਗੇ ਆ। ਇਸ ਕਰਕੇ ਮੈਂ ਮਹਿਸੂਸ ਕਰਦਾ ਵੀ ਇਹ ਲਈ ਵੀ ਕਿਸੇ ਨੂੰ ਮੈਂ ਬਦਨਾਮ ਕਰਨ ਦੀ ਕੋਸ਼ਿਸ਼ ਕਰੂੰਗਾ, ਪਰ ਇਹ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਯਾਨੀ ਕਿ ਇੱਥੇ ਬਣ ਚੁੱਕੀਆਂ ਹੈਗੀਆਂ ਅਤੇ ਉਹਨਾਂ ਦੇ ਬੇਸ 'ਤੇ ਹੀ ਇਹ ਯਾਨੀ ਕਿ ਲੇਖ ਸੀਗਾ ਇਹ ਮੈਂ ਲਿਖਿਆ ਸੀਗਾ। ਬਰਤਾਨੀਆ ਵਿੱਚ ਹੁਣ ਇਸ ਗੱਲ ਦੀ ਚਰਚਾ ਹੋਣ ਲੱਗ ਪਈ ਹੈ ਕਿ ਏਸ਼ੀਅਨ ਲੋਕ ਆਪਣੀਆਂ ਜਵਾਨ ਧੀਆਂ ਨੂੰ ਇੱਜ਼ਤ ਦੇ ਨਾਂ 'ਤੇ ਕਤਲ ਕਰ ਰਹੇ ਹਨ। ਸਾਲ 2004 ਤੱਕ 117 ਕੇਸ ਐਸੇ ਹਨ ਜਿਨ੍ਹਾਂ ਨੂੰ ਇਸ ਆੜ ਵਿੱਚ ਦੇਖਿਆ ਜਾਂਦਾ ਹੈ। ਇਹਨਾਂ ਵਿੱਚੋਂ
52 ਕੇਸ ਲੰਡਨ ਅਤੇ 65 ਕੇਸ ਬਾਕੀ ਸ਼ਹਿਰਾਂ ਦੇ ਹਨ। ਸਾਲ 2004 ਵਿੱਚ ਹੋਏ ਮੁਟਿਆਰਾਂ ਦੇ ਕਤਲਾਂ ਨੇ ਪੁਲਿਸ ਦਾ ਧਿਆਨ ਇਸ ਤਰ੍ਹਾਂ ਖਿੱਚਿਆ ਕਿ ਸਰਕਾਰ ਵੀ ਇਸ ਮਾਮਲੇ ਲਈ ਚੌਕਸ ਹੋ ਗਈ। ਦਸੰਬਰ 2004 ਨੂੰ 51 ਵਰ੍ਹਿਆਂ ਦੇ ਕੁਲਵਿੰਦਰ ਦੋਸਾਂਝ ਨੂੰ 14 ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ। ਉਹਨੇ ਆਪਣੀ 23 ਸਾਲਾਂ ਦੀ ਲੜਕੀ ਸੰਜੀਤ ਦਾ ਉਹਦੇ ਬॉयਫ੍ਰੈਂਡ ਟੈਂਪਲ ਜ਼ਬਾਕ ਅਤੇ ਉਹਦੇ ਪਿਓ ਦੀ ਬਜਾਏ ਗਲਤੀ ਨਾਲ ਕਿਸੇ ਹੋਰ ਦਾ ਕਤਲ ਕਰ ਦਿੱਤਾ ਸੀ। ਰੋਚੈਸਟਰ ਕੈਂਟ ਦੇ ਰਹਿਣ ਵਾਲੇ ਕੁਲਵਿੰਦਰ ਦੋਸਾਂਝ ਨੇ ਆਪਣੇ ਦੋਸਤ 54 ਵਰ੍ਹਿਆਂ ਦੇ ਜਗਜੀਤ ਸਿੰਘ ਰਾਏ ਵਸਨੀਕ ਐਲਫਰਡ ਈਸਟ ਲੰਡਨ ਨੂੰ ਵੀ ਇਸ ਕੰਮ ਲਈ ਵਰਤਿਆ ਸੀ। ਜਗਜੀਤ ਨੂੰ ਇਸ ਗੁਨਾਹ ਦੀ ਹਿੱਸੇਦਾਰੀ ਬਦਲੇ 9 ਵਰ੍ਹਿਆਂ ਲਈ ਜੇਲ੍ਹ ਭੇਜਿਆ ਗਿਆ ਹੈ। ਇਸੇ ਤਰ੍ਹਾਂ ਹੀ ਬਰਮਿੰਘਮ ਦੀ 21 ਵਰ੍ਹਿਆਂ ਦੀ ਮੁਟਿਆਰ ਸ਼ਾਹਿਦਾ ਬੀਵੀ ਦਾ ਕਤਲ ਕਰਨ ਵਾਲਿਆਂ ਨੂੰ ਉਮਰ ਕੈਦ ਦਿੱਤੀ ਗਈ ਹੈ। ਅਖਬਾਰਾਂ ਵਿੱਚ ਛਪੇ ਕਤਲ ਕੇਸਾਂ ਵਿੱਚ 17 ਸਾਲਾ ਮੁਟਿਆਰ ਸ਼ਫੀਲਾ ਆਹਮਦ, 19 ਵਰ੍ਹਿਆਂ ਦੀ ਰੁਖਸਾਨਾ ਨਾਜ਼ ਡਰਬੀ ਤੋਂ ਅਤੇ 22 ਵਰ੍ਹਿਆਂ ਦੀ ਮੈਨਰ ਪਾਰਕ ਲੰਡਨ ਦੀ ਅਨੀਤਾ ਗਿੰਦਾ ਸ਼ਾਮਲ ਹਨ। ਸਾਲ 2004 'ਚ ਜਦ ਖੁਰਦਸ਼ ਮੁਸਲਿਮ ਅਬਦਾਲਾ ਬੋਨਸ ਨੇ ਆਪਣੀ 16 ਸਾਲਾ ਧੀ ਹੈਸ਼ੂ ਬੋਨਸ ਦਾ ਇੱਜ਼ਤ ਦੇ ਨਾਂ 'ਤੇ ਕਤਲ ਕਰ ਦਿੱਤਾ ਤਾਂ ਮੁਲਕ ਭਰ ਵਿੱਚ ਹਾਹਾਕਾਰ ਮਚ ਗਈ। ਹੈਸ਼ੂ ਦੀ ਬਾਪ ਨੂੰ ਇੱਕ ਲਿਖੀ ਚਿੱਠੀ ਵੀ ਕਚਹਿਰੀ ਵਿੱਚ ਪੜ੍ਹੀ ਗਈ। ਚਿੱਠੀ ਵਿੱਚ ਹੈਸ਼ੂ ਨੇ ਲਿਖਿਆ, ਪਿਤਾ ਜੀ ਮੈਨੂੰ ਮਾफ़ ਕਰਨਾ, ਮੈਂ ਉਹ ਕੁਝ ਨਾ ਕਰ ਸਕੀ ਜੋ ਤੁਸੀਂ ਮੇਰੇ ਤੋਂ ਉਮੀਦ ਰੱਖਦੇ ਸੀ। ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ 'ਤੇ ਤੁਹਾਡੀ ਪਕੜ ਨਹੀਂ ਹੁੰਦੀ ਅਤੇ ਤੁਸੀਂ ਉਹਨੂੰ ਬਦਲ ਨਹੀਂ ਸਕਦੇ। ਪਰ ਇਹ ਕਮਾਲ ਦੀ ਗੱਲ ਹੈ ਕਿ ਤੁਹਾਡੇ ਵਰਗੇ ਬਜ਼ੁਰਗ ਵੀ ਜ਼ੋਰਦਾਰ ਮੁੱਕਿਆਂ ਅਤੇ ਲੱਤਾਂ ਦੀਆਂ ਕਿੱਕਾਂ ਨਾਲ ਕੁੱਟਮਾਰ ਕਰ ਸਕਦੇ ਹਨ। ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਤਾਕਤ ਮੇਰੇ ਸਰੀਰ 'ਤੇ ਅਜਮਾ ਕੇ ਆਨੰਦ ਮਾਣਿਆ ਹੋਵੇਗਾ। ਇਹ ਤਾਂ ਕੁੱਟ ਖਾਣ ਵਾਲੇ ਨੂੰ ਹੀ ਪਤਾ ਹੈ ਕਿ ਉਹ ਇਹਦਾ ਕਿੰਨਾ ਆਨੰਦ ਮਾਣ ਰਿਹਾ ਸੀ। ਇਸ ਕੰਮ ਲਈ ਸ਼ਾਬਾਸ਼ ਹੈਸ਼ੂ। ਇਸ ਦਰਦ ਭਰੀ ਚਿੱਠੀ ਨੇ ਲੋਕਾਂ ਦੇ ਦਿਮਾਗਾਂ ਵਿੱਚ ਖਲਬਲੀ ਮਚਾ ਕੇ ਰੱਖ ਦਿੱਤੀ ਕਿ ਏਸ਼ੀਅਨ ਲੋਕ ਆਪਣੀਆਂ ਧੀਆਂ ਦੀ ਕੁੱਟਮਾਰ ਵੀ ਕਰਦੇ ਹਨ ਅਤੇ ਅਗਰ ਉਹ ਕਿਸੇ ਗੈਰ ਜਾਤ, ਗੈਰ ਧਰਮ ਅਤੇ ਗੈਰ ਨਸਲ ਵਾਲੇ ਲੜਕੇ ਨਾਲ ਵਿਆਹ ਕਰਵਾ ਲੈਣ ਤਾਂ ਉਹਦਾ ਕਦਰ ਕਰ ਦਿੰਦੇ ਹਨ। ਇਸ ਤੋਂ ਬਿਨਾਂ ਇਹਨਾਂ ਦੁਖਿਆਰੀਆਂ ਨੂੰ ਜਾਨ ਤੋਂ ਉਸ ਵੇਲੇ ਵੀ ਹੱਥ ਧੋਣੇ ਪੈਂਦੇ ਹਨ ਅਗਰ ਉਹ ਮਾਂ-ਬਾਪ ਅਤੇ ਭਰਾਵਾਂ ਦੀ ਮਰਜ਼ੀ ਦੇ ਖਿਲਾਫ ਝੰਡਾ ਚੁੱਕ ਲੈਣ। ਪਾਕਿਸਤਾਨ ਵਿੱਚ ਇੱਕ ਅੰਦਾਜ਼ੇ ਮੁਤਾਬਕ 1000 ਤੋਂ ਲੈ ਕੇ 15000 ਔਰਤਾਂ ਇੱਜ਼ਤ ਦੇ ਨਾਂ 'ਤੇ ਹਰ ਸਾਲ ਬਲੀ ਚਾੜ ਦਿੱਤੀਆਂ ਜਾਂਦੀਆਂ ਹਨ। ਇਹਦਾ ਮਤਲਬ ਇਹ ਨਹੀਂ ਕਿ ਇਹ ਕੰਮ ਪੰਜਾਬ ਜਾਂ ਭਾਰਤ ਦੇ ਬਾਕੀ ਸੂਬਿਆਂ ਵਿੱਚ ਨਹੀਂ ਹੁੰਦੇ। ਪੰਜਾਬ ਲੜਕੀਆਂ ਦੀ ਭਰੂਣ ਹੱਤਿਆ ਵਿੱਚ ਮੋਹਰੀ ਹੈ। ਇੱਜ਼ਤ ਵਾਲਾ ਲਾਟੂ ਸਿਰਫ ਔਰਤ ਦੇ ਗਲ ਹੀ ਟਿਕਾਇਆ ਜਾਂਦਾ ਹੈ, ਆਦਮੀ ਦੇ ਨਹੀਂ। ਕਾਕਾ ਜੀ ਜਿੰਨੀਆਂ ਮਰਜ਼ੀ ਬਦਨਾਮੀਆਂ ਕਰਨ, ਜਾਇਜ਼ ਨਜਾਇਜ਼ ਔਰਤਾਂ ਰੱਖਣ, ਉਸ ਵੇਲੇ ਇਹਨਾਂ ਦੀ ਇੱਜ਼ਤ ਨੂੰ ਦਾਗ ਨਹੀਂ ਲੱਗਦਾ। ਏਸ਼ੀਅਨ ਸੱਭਿਆਚਾਰ ਦਾ ਲੰਗੜਾਪਣ ਸਿਰਫ ਔਰਤ ਦੁਆਲੇ ਹੀ ਭੰਬੀਰੀ ਵਾਂਗ ਘੁੰਮਦਾ ਹੈ। ਸਾਡੇ ਧਾਰਮਿਕ ਅਤੇ ਸਿਆਸੀ ਚੌਧਰੀਆਂ ਨੂੰ ਇਸ ਮਸਲੇ ਵੱਲ ਦੇਖਣ ਦੀ ਫੁਰਸਤ ਹੀ ਨਹੀਂ ਹੈ। ਸਗੋਂ ਕਈ ਵਾਰ ਇੰਝ ਲੱਗਦਾ ਹੈ ਕਿ ਇਹ ਇਹਨਾਂ ਚੌਧਰੀਆਂ ਦੀ ਹੀ ਉਪਜ ਹੈ। ਸਾਡੇ ਸੱਭਿਆਚਾਰ ਦੇ ਰੰਗ ਢੰਗ ਧਰਮਾਂ ਤੋਂ ਸੇਧ ਲੈਂਦੇ ਹਨ ਅਤੇ ਕੋਈ ਵੀ ਧਰਮ ਔਰਤਾਂ ਦੀ ਬਰਾਬਰੀ ਦੇ ਹੱਕਾਂ ਦੇ ਬਾਰੇ ਗੂੰਗੇਪੁਣੇ ਤੋਂ ਵੱਧ ਨਹੀਂ ਹੈ। ਸੱਭਿਆਚਾਰ ਦੀਆਂ ਬੇਇਨਸਾਫੀਆਂ ਦੀ ਚੀਰ-ਫੜ ਕਰਨਾ ਸਾਡਾ ਫਰਜ਼ ਬਣਦਾ ਹੈ ਤਾਂ ਕਿ ਅਜੋਕੇ ਦੌਰ ਦੇ ਸੰਦਰਭ ਵਿੱਚ ਨਵੇਂ ਅਤੇ ਨਰੋਏ ਮਾਪਦੰਡ ਅਪਣਾਏ ਜਾ ਸਕਣ। ਇੱਜ਼ਤ ਦੀ ਪਰਿਭਾਸ਼ਾ ਨੂੰ ਨਵੇਂ ਸਿਰੋਂ ਸੋਚ ਕੇ ਮਿਥਿਆ ਜਾਣਾ ਚਾਹੀਦਾ ਹੈ। ਸਾਡੇ ਬੱਚੇ ਚਾਹੇ ਉਹ ਲੜਕੇ ਜਾਂ ਲੜਕੀਆਂ ਹਨ, ਸਾਡੀ ਜਾਇਦਾਦ ਨਹੀਂ ਹਨ। ਬਰਤਾਨੀਆ ਵਰਗੇ ਮੁਲਕ ਵਿੱਚ ਉਹਨਾਂ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਹਨ ਅਤੇ ਉਹਨਾਂ ਦੇ ਹੱਕਾਂ 'ਤੇ ਪਹਿਰਾ ਦੇਣ ਲਈ ਕਾਨੂੰਨ, ਵਕੀਲ, ਕਚਹਿਰੀਆਂ, ਪੁਲਿਸ ਅਤੇ ਸੋਸ਼ਲ ਸਰਵਿਸਿਜ਼ ਵਰਗੇ ਅਦਾਰੇ ਤਾਇਨਾਤ ਕੀਤੇ ਗਏ ਹਨ। ਬੱਚਿਆਂ ਦਾ 1999 ਦਾ ਕਾਨੂੰਨ ਅਤੇ 1993 ਦਾ ਚਾਈਲਡ ਪ੍ਰੋਟੈਕਸ਼ਨ ਕਾਨੂੰਨ ਬੱਚਿਆਂ ਦੀ ਚੌਕੀਦਾਰੀ ਕਰ ਲਈ ਹਨ। ਇਸ ਤੋਂ ਬਿਨਾਂ ਹੋਰ ਵੀ ਕਈ ਸਰਕਾਰੀ ਅਦਾਰੇ ਜਿਵੇਂ ਚਾਈਲਡ ਹੈਲਪਲਾਈਨ, NSSPCC ਅਤੇ ਚਿਲਡਰਨ ਸੁਸਾਇਟੀ ਵਰਗੀਆਂ ਸੰਸਥਾਵਾਂ ਹਨ ਜੋ ਬੱਚਿਆਂ ਦੀ ਹਿਫਾਜ਼ਤ ਲਈ ਦਿਨ ਰਾਤ ਕੰਮ ਕਰਦੀਆਂ ਹਨ। ਘਰ ਮਾਰਕਟਾਈ ਨੂੰ ਰੋਕਣ ਲਈ ਅਕਤੂਬਰ 2004 ਦੇ ਪ੍ਰੋਟੈਕਟਿੰਗ ਚਿਲਡਰਨ ਮੈਗਜ਼ੀਨ ਮੁਤਾਬਕ ਸਰਕਾਰ ਦਾ ਹਰ ਸਾਲ 32 ਬਿਲੀਅਨ ਪਾਉਂਡ ਖਰਚ ਹੁੰਦਾ ਹੈ। ਬਰਤਾਨੀਆ ਵਰਗੇ ਵਿਕਸਿਤ ਸਮਾਜ ਵਿੱਚ ਰਹਿ ਕੇ ਵੀ ਕਈ ਏਸ਼ੀਆਈ ਲੋਕਾਂ ਦੀ ਸੋਚ ਅੱਜ ਵੀ ਰੂੜੀਵਾਦ ਨਾਲ ਜਕੜੀ ਪਈ ਹੈ। ਉਹ ਆਪ ਪੱਛਮੀ ਮੁਲਕਾਂ ਦੀ ਖੁਸ਼ਹਾਲੀ ਅਤੇ ਜਾਤੀ ਆਜ਼ਾਦੀ ਦਾ ਪੂਰਾ ਲਾਭ ਉਠਾਉਣਾ ਚਾਹੁੰਦੇ ਹਨ ਪਰ ਇੱਥੇ ਦੀ ਬਦਲਦੀ ਸੋਚ ਨਾਲ ਮੇਲ ਨਹੀਂ ਰੱਖਣਾ ਚਾਹੁੰਦੇ। ਜਦੋਂ ਕਿ ਪਖੰਡੀ ਅਸੀਂ ਇੰਨੇ ਹਾਂ ਕਿ ਸਾਡੇ ਲੋਕ ਗੀਤ ਚਾਹੇ ਉਹ ਹੀਰ ਰਾਂਝਾ ਹੋਵੇ ਜਾਂ ਮਿਰਜ਼ਾ ਸਾਹਿਬਾ ਗੱਲ ਪਿਆਰ ਦੇ ਸਿਰੇ ਜਾਣ ਦੀ ਹੀ ਕਰਦੇ ਹਨ। ਸਾਡੀਆਂ ਫਿਲਮਾਂ, ਨਾਵਲ, ਕਹਾਣੀਆਂ ਅਤੇ ਇਕਾਂਗੀ ਨਾਟਕ ਵੀ ਖੁੱਲ੍ਹੇ ਪਿਆਰ ਅਤੇ ਖੁਸ਼ੀ ਦੀ ਗੱਲ ਨਾਲ ਲਬਰੇਜ਼ ਹਨ। ਹਰ ਰੋਜ਼ ਸੁਣੇ ਜਾਣ ਵਾਲੇ ਫਿਲਮੀ ਗੀਤ ਇਸ ਕੁੜੀ ਮੁੰਡੇ ਦੇ ਆਪਸੀ ਪਿਆਰ ਦੇ ਹੀ ਗੁਣ ਗਾਉਂਦੇ ਹਨ। ਅਸੀਂ ਮਨ ਹੀ ਮਨ ਵਿੱਚ ਇਸ ਪਿਆਰ ਲਈ ਤੰਗਦੇ ਹਾਂ ਅਤੇ ਝੂਰਦੇ ਹਾਂ ਅਤੇ ਪਿਆਰ ਕਰਨ ਵਾਲੇ ਜੋੜੇ ਦੇ ਹਮਦਰਦ ਬਣ ਜਾਂਦੇ ਹਾਂ ਕਿ ਉਹਨਾਂ ਦਾ ਪਿਆਰ ਸਿਰੇ ਚੜ੍ਹ ਜਾਣਾ ਚਾਹੀਦਾ ਹੈ। ਗੱਲ ਜਦ ਆਪਣੇ ਬੱਚਿਆਂ ਦੀ ਆਉਂਦੀ ਹੈ
ਤਾਂ ਅਸੀਂ ਪੁਰਾਣੀਆਂ ਕਦਰਾਂ ਕੀਮਤਾਂ ਦੀ ਪੈਂਦੇ ਚੜ੍ਹ ਜਾਂਦੇ ਹਾਂ। ਸੋਚਣ ਵਾਲੀ ਗੱਲ ਇਹ ਵੀ ਹੈ ਕਿ ਹੁਣ ਅਸੀਂ ਬਹੁਤ ਜ਼ਿਆਦਾ ਸਮਾਜ ਜਾਂ ਭਾਈਚਾਰੇ 'ਤੇ ਨਿਰਭਰ ਨਹੀਂ ਹਾਂ, ਅਤੇ ਫਿਰ ਨੱਕ ਰੱਖਣ ਜਾਂ ਇੱਜ਼ਤ ਵਾਲੀ ਗੱਲ ਕਿਹਦੇ ਕਰਕੇ ਰੱਖੀ ਜਾਵੇ। ਜਦ ਤੁਹਾਡੇ ਬੱਚਿਆਂ 'ਤੇ ਕੋਈ ਦੁੱਖ ਸੁੱਖ ਆਉਂਦਾ ਹੈ ਤਾਂ ਫੋਕੀ ਹਮਦਰਦੀ ਤੋਂ ਬਿਨਾਂ ਇਹ ਸਮਾਜ ਜਾਂ ਭਾਈਚਾਰਾ ਕੀ ਦਿੰਦਾ ਹੈ। ਰਿਸ਼ਤੇਦਾਰਾਂ ਦੀ ਕਿਉਂ ਪਰਵਾਹ ਕੀਤੀ ਜਾਵੇ? ਉਹ ਗਮ ਵੇਲੇ ਸਿਰਫ ਰੋਣ ਆਉਂਦੇ ਹਨ ਅਤੇ ਖੁਸ਼ੀ ਵੇਲੇ ਖਾਣ, ਬਾਕੀ ਸਮਾਂ ਉਹ ਤੁਹਾਡੇ ਨਾਲ ਈਰਖਾ ਕਰਦੇ ਹਨ। ਤਾਂ ਫਿਰ ਕਿਹਦੀ ਅਤੇ ਕਿਹੜੀ ਇੱਜ਼ਤ ਬਦਲੇ ਬੱਚਿਆਂ ਨੂੰ ਕਤਲ ਕੀਤਾ ਜਾਵੇ ਅਤੇ ਰੋਕਾਂ ਲਾ ਕੇ ਦੁਖੀ ਕੀਤਾ ਜਾਵੇ? ਕੀ ਇੱਕੋ ਹੀ ਜਾਤਾਂ ਗੋਤਾਂ ਧਰਮਾਂ ਨਸਲਾਂ ਕੌਮਾਂ ਵਿੱਚ ਹੋਏ ਕੁੜੀ ਮੁੰਡੀ ਦੇ ਵਿਆਹ ਖੁਸ਼ਗਵਾਰ ਰਹਿੰਦੇ ਹਨ? ਕੀ ਉੱਥੇ ਤਲਾਕ ਨਹੀਂ ਹੁੰਦੇ? ਕੀ ਉੱਥੇ ਦੁਸ਼ਵਾਰੀਆਂ ਨਹੀਂ ਝੱਲਣੀਆਂ ਪੈਂਦੀਆਂ? ਕੀ ਇਹਨਾਂ ਚੱਕਰਾਂ ਵਿੱਚ ਪੈ ਕੇ ਅਸੀਂ ਪਹਿਲੀਆਂ ਪਈਆਂ ਵੰਡੀਆਂ ਨੂੰ ਹੋਰ ਪੱਕਾ ਨਹੀਂ ਕਰ ਰਹੇ ਅਤੇ ਮਾਨਸਿਕੀ ਜਾਤ ਏਕੋ ਪਹਿਚਾਨਬੋ ਦੇ ਸਿਧਾਂਤ ਤੋਂ ਦੂਰ ਨਹੀਂ ਜਾ ਰਹੇ? ਜਦ ਤੁਹਾਡਾ ਬੱਚਾ ਜਾਂ ਬੱਚੀ ਦੁਖੀ ਜਾਂ ਸੁਖੀ ਹੁੰਦਾ ਹੈ ਤਾਂ ਉਹਦਾ ਸੇਕ ਸਿਰਫ ਤੁਹਾਨੂੰ ਮਾਪਿਆਂ ਨੂੰ ਸਭ ਤੋਂ ਜ਼ਿਆਦਾ ਲੱਗਦਾ ਹੈ। ਭੁੱਖੇ ਮਰ ਰਹੇ ਤੁਹਾਡੇ ਬੱਚੇ ਬੱਚੀ ਨੂੰ ਇਹ ਲੋਕ ਰੋਟੀ ਦੇਣ ਨਹੀਂ ਜਾਂਦੇ, ਜਿਸ ਕਰਕੇ ਤੁਸੀਂ ਬੱਚਿਆਂ ਦਾ ਕਤਲ ਕਰ ਦਿੰਦੇ ਹੋ, ਫਿਰ ਆਪਣੀ ਬਦਨਾਮੀ ਕਰਾਉਂਦੇ ਹੋ, ਜੇਲ੍ਹਾਂ ਭੁਗਤਦੇ ਹੋ, ਲੋਕਾਂ ਵਿੱਚ ਤੋਏ ਤੇ ਹੁੰਦੀ ਹੈ ਅਤੇ ਸਾਰਾ ਪਰਿਵਾਰ ਖੇਰੂ ਖੇਰੂ ਹੋ ਜਾਂਦਾ ਹੈ। ਕਾਹਦੀ ਇੱਜ਼ਤ ਅਤੇ ਕਿਹੜੀ ਇੱਜ਼ਤ? ਕੀ ਗੋਰੇ ਗੋਰੀਆਂ ਦੀ ਕੋਈ ਇੱਜ਼ਤ ਨਹੀਂ ਹੈ? ਕੀ ਇਹਨਾਂ ਦੀਆਂ ਕੋਈ ਕਦਰਾਂ ਕੀਮਤਾਂ ਨਹੀਂ ਹਨ? ਇੱਜ਼ਤ ਵਰਗੇ ਖੋਖਲੇ ਸਿਧਾਂਤਾਂ ਨੂੰ ਦੁਆਰਾ ਤਰਕ ਦੀ ਕਸਵੱਟੀ 'ਤੇ ਘੋਖਣ ਦੀ ਲੋੜ ਹੈ। ਸੋਚ ਨੂੰ ਲਚਕੀਲਾ ਅਤੇ ਵੱਡਿਆਂ ਕਰਨ ਦੀ ਲੋੜ ਹੈ। ਸਮਾਜ ਦੀਆਂ ਕਦਰਾਂ ਕੀਮਤਾਂ ਸਮੇਂ ਸਮੇਂ ਬਦਲਦੀਆਂ ਰਹਿੰਦੀਆਂ ਹਨ ਅਤੇ ਇਹ ਮਾਪਦੰਡ ਅਸੀਂ ਆਪਣੀ ਸਹੂਲਤ ਲਈ ਲੈਂਦੇ ਹਾਂ। ਹੁਣ ਦੀ ਸੋਚ ਜਾਤੀ ਆਜ਼ਾਦੀ ਨੂੰ ਵਧਾਉਣ ਅਤੇ ਬਰਕਰਾਰ ਰੱਖਣ ਦੀ ਹੈ ਅਤੇ ਇਸੇ ਕਰਕੇ ਇੱਥੇ 1998 ਦਾ ਹਿਊਮਨ ਰਾਈਟਸ ਐਕਟ ਬਣਿਆ ਹੋਇਆ ਹੈ। ਸਾਨੂੰ ਇਹ ਸੋਚ ਦੇ ਮੇਜ਼ ਦੇ ਬਣਨ ਦੀ ਸਖਤ ਜ਼ਰੂਰਤ ਹੈ, ਨਹੀਂ ਤਾਂ ਸਾਨੂੰ ਅਸੱਭਿਅਕ, ਜਾਂਗਲੀ, ਕੁੜੀਮਾਰ, ਨਿਰਦਈ ਅਤੇ ਜ਼ਾਲਮ ਕਿਹਾ ਜਾਵੇਗਾ। ਇਹ ਤਾਂ ਸੀ ਜੀ ਮੇਰਾ ਛੋਟਾ ਜਿਹਾ ਲੇਖ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਅਤੇ ਮੈਂ ਹੁਣ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਮੈਂ ਜਿਹੜਾ ਹੈਗਾ। ਹੈਲੋ ਜੀ, ਕੌਣ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ ਡਾਕਟਰ ਸਾਹਿਬ, ਮੈਂ ਫਕੀਰ ਚੰਦ ਚੌਹਾਨ ਬੋਲਦਾ ਬਰਮਿੰਘਮ ਤੋਂ। ਹਾਂਜੀ ਚੌਹਾਨ ਸਾਹਿਬ, ਤੁਹਾਡਾ ਵੈਲਕਮ ਹੈ। ਤੁਸੀਂ ਯਾਨੀ ਕਿ ਇਸ ਮਸਲੇ 'ਤੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜਾ ਅੱਜ ਤੁਸੀਂ ਕਿਤਾਬ ਵੀ ਨਵੀਂ ਸ਼ੁਰੂ ਕੀਤੀ ਆ, ਹਾਂਜੀ, ਕਿਉਂਕਿ ਦੇਖੋ ਜਿਹੜਾ ਔਰਤਾਂ ਦੀ ਇਹ ਸਮੱਸਿਆ ਬਹੁਤ ਵੱਡੀ ਆ। ਬਿਲਕੁਲ ਬਿਲਕੁਲ। ਕਿਉਂਕਿ ਹੁਣ ਹਰੇਕ ਮੁਲਕ ਦਾ ਹੀ ਦੇਖ ਲਓ ਵੀ ਜਾਣੀ ਔਰਤਾਂ ਅਜੇ ਬਹੁਤ ਪਿੱਛੇ ਆ। ਹਾਂਜੀ ਹਾਂਜੀ। ਕਈ ਮੁਲਕਾਂ ਦੇ ਵਿੱਚ ਤਾਂ ਅਜੇ ਬਿਲਕੁਲ ਉਹਨਾਂ ਨੂੰ ਨਾ ਪੜ੍ਹਨ ਦਿੱਤਾ ਜਾਂਦਾ ਔਰ ਬਿਲਕੁਲ ਹੀ ਅਨਪੜ੍ਹ ਆ ਜਾਣੀ। ਚੌਹਾਨ ਸਾਹਿਬ, ਇੱਥੇ ਆਪਾਂ ਜਿਹੜੇ ਬਹੁਤ ਦੇਰ ਦੇ ਆਪਾਂ ਆਏ ਹੈਗੇ, ਇੱਥੇ ਆਪਾਂ ਕਿੰਨੇ ਕੁ ਬਦਲੇ ਹੈਗੇ ਆ? ਦੇਖੋ, ਇਹ ਹੈਗੀ ਆ ਵੀ ਜਿੱਥੇ ਤੱਕ ਹੈਗੀ ਆ ਬਦਲਣ ਦੀ ਗੱਲ, ਕਿਉਂਕਿ ਇੱਥੇ ਦਾ ਜਿਹੜਾ ਸਮਾਜ ਸੀਗਾ ਇਹ ਆਪਣੇ ਨਾਲੋਂ ਐਡਵਾਂਸ ਆ। ਹਾਂਜੀ ਬਿਲਕੁਲ, ਅਜੇ ਵੀ ਹੈ ਬਹੁਤ ਜ਼ਿਆਦਾ। ਨਹੀਂ, ਕਿਉਂਕਿ ਉਹ ਫਿਰ ਇੱਦਾਂ ਸੀ ਵੀ ਆਪਾਂ ਇੱਥੇ ਆ ਕੇ ਆਪਣੇ ਆਪ ਨੂੰ ਸੁਧਾਰਨਾ ਸੀ, ਪਰ ਉਹ ਕਿਉਂਕਿ ਆਪਣੇ ਜਿਹੜੇ ਖਿਆਲਤ ਆ ਜਿਹੜੇ ਪਿੱਛੋਂ ਆਏ ਉਹੀ ਆ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਉਹੀ ਆ। ਪਰ ਇੱਥੇ ਦੇਖੋ ਵੀ ਜਿਹੜੀ ਔਰਤਾਂ ਨੂੰ ਇੱਥੇ ਕਾਫੀ ਪਹਿਲਾਂ ਹੱਕ ਮਿਲ ਗਏ ਸੀ। ਹਾਂਜੀ 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 ਹਾਂਜੀ। ਫਿਰ ਉਹਨਾਂ ਨੂੰ ਵੀ ਤਾਂ ਇੱਥੇ ਹੱਕ ਆਪਣੀਆਂ ਔਰਤਾਂ ਨੂੰ ਵੀ ਮਿਲਣੇ ਚਾਹੀਦੇ ਸੀ। ਤੇ ਕੀ ਅਸੀਂ ਇਹ ਚੌਹਾਨ ਸਾਹਿਬ ਆਪਣੇ ਘਰਾਂ ਵਿੱਚ ਆਪਣੀਆਂ ਬੱਚੀਆਂ ਹੈ, ਆਪਣੀਆਂ ਭੈਣਾਂ ਹੈਗੀਆਂ, ਆਪਣੇ ਪਾਰਟਨਰਸ ਹੈਗੀਆਂ, ਜਾਣੀ ਕਿ ਵਾਈਫ ਹੈ, ਯਾਨੀ ਕਿ ਕੀ ਆਪਾਂ ਉਹਨਾਂ ਨਾਲ ਜਿਹੜਾ ਬੇਇਨਸਾਫੀ ਕਰਦੇ ਹਾਂ, ਯਾਨੀ ਕਿ ਜਾਂ ਇਨਸਾਫ ਦਿੰਦੇ ਹਾਂ? ਇਹ ਤਾਂ ਬਹੁਤ ਵੱਡੀ ਬੇਇਨਸਾਫੀ ਆ। ਕਿਉਂਕਿ ਬਹੁਤ ਦੇਖੋ ਇਹ ਹੈਗੀ ਆ ਵੀ ਉਹ ਜਿਹੜੀ ਸੋਚ, ਜੇ ਕੋਈ ਲੜਕੀ ਮਤਲਬ ਚਾਹੁੰਦੀ ਆ ਵੀ ਮੈਂ ਪੜ੍ਹਨਾ ਤਾਂ ਉਹਨੂੰ ਇਨਕਰੇਜ ਨਹੀਂ ਕੀਤਾ ਜਾਂਦਾ। ਇਹ ਤਾਂ ਹੁਣ ਦੀਆਂ ਗੱਲਾਂ ਚੌਹਾਨ ਸਾਹਿਬ, ਤੁਸੀਂ ਤਾਂ ਦੇਰ ਦੇ ਆਏ ਆ, ਨਹੀਂ ਤਾਂ ਲੜਕੀ ਨੂੰ ਆਪਾਂ ਭੇਜਦੇ ਨਹੀਂ ਸੀਗੇ ਯੂਨੀਵਰਸਿਟੀਆਂ 'ਚ। ਨਹੀਂ ਨਹੀਂ, ਦੇਖੋ ਫਿਰ ਉਹ ਇੱਦਾਂ ਵੀ ਉਹਦਾ ਤਾਂ ਇੱਥੇ ਤੱਕ ਹੁੰਦਾ ਵੀ ਇਹਦੀ ਬਸ ਸ਼ਾਦੀ ਕਰਕੇ ਤਾਂ ਸੁਰਖਰੂ ਹੋ ਜਾਈਏ। ਕਿਉਂਕਿ ਵੱਡੀ ਤਾਂ ਗੱਲ ਆ ਵੀ ਇੱਥੇ ਬਹੁਤ ਮੌਕੇ ਆ, ਕਿਉਂਕਿ ਆ ਜਿਹੜਾ ਮੁਲਕ ਹੈ ਇੱਥੇ ਬਹੁਤ ਅਪਰਚੁਨਿਟੀਜ਼ ਹੈ। ਹਾਂਜੀ ਹਾਂਜੀ ਹਾਂਜੀ। ਔਰ ਇੱਥੇ ਤੁਸੀਂ ਦੇਖੋ ਵੀ ਔਰਤਾਂ ਨੇ ਜਿੰਨਾ ਵੀ ਸੰਘਰਸ਼ ਕੀਤਾ ਔਰ ਜਾਨੀ ਸਾਰੀ ਵਰਲਡ ਨੂੰ ਪਤਾ। ਨਹੀਂ ਨਹੀਂ, ਪਰ ਅਸੀਂ ਕਿਉਂ ਨਹੀਂ ਚੇਂਜ ਹੋ ਰਿਹਾ? ਮੈਂ ਯਾਨੀ ਕਿ ਇਸ ਇਹੀ ਤਾਂ ਗੱਲ ਹੈ ਵੀ ਜਿਹੜੀ ਸਾਡੀ ਸੋਚ ਹੈ ਉਹ ਸੋਚ ਸਾਡੀ ਅਲੱਗ ਹੈ। ਸੋਚ ਲੱਗ ਗਿਆ ਵੀ ਔਰਤ ਨੂੰ ਜਾਣੀ ਪਹਿਲਾਂ ਤਾਂ ਘਰ ਤੋਂ ਗੱਲ ਸ਼ੁਰੂ ਹੁੰਦੀ ਹੈ। ਮੈਂ ਘਰ ਦੀ ਗੱਲ ਕਰ ਰਿਹਾ। ਦੇਖੋ ਨਾ, ਜਿਹੜੇ ਮੈਂ ਕੇਸ ਵੀ ਤੁਹਾਨੂੰ ਦੱਸੇ ਹੈ, ਅਸੀਂ ਕਤਲ ਕੀਤੇ ਹੈ। ਲੜਕੀ ਨੇ ਕਿਸੇ ਹੋਰ ਜਾਤ ਵਿੱਚ ਵਿਆਹ ਕਰਾ ਲਿਆ, ਕਿਸੇ ਹੋਰ ਧਰਮ ਵਿੱਚ ਕਰਾ ਲਿਆ ਜਾਂ ਹੋਰ ਨੈਸ਼ਨੈਲਿਟੀ ਵਿੱਚ ਕਰਾ ਲਿਆ। ਨਹੀਂ, ਉੱਦਾਂ ਵੀ ਜਿਹੜੇ ਭੇਦਭਾਵ ਇੰਨਾ ਜ਼ਿਆਦਾ ਆ। ਮੈਂ ਖੁਦ ਇੱਥੇ ਸਮਾਜ ਦੇ ਵਿੱਚ ਕੰਮ ਕਰਦਾ। ਹਾਂਜੀ ਹਾਂਜੀ। ਕਿਉਂਕਿ ਜਿਹੜੀਆਂ ਲੜਕੀਆਂ ਇੰਡੀਆ ਤੋਂ ਆਉਂਦੀਆਂ ਹੈਗੀਆਂ ਉਹਨਾਂ ਦੇ ਨਾਲ ਵੀ ਬਹੁਤ ਜ਼ਿਆਦਤੀ ਹੁੰਦੀ ਆ। ਈਵਨ ਜਿਹੜੀਆਂ ਆਪਣੀਆਂ ਬੱਚੀਆਂ ਇੱਥੇ ਜੰਮੀਆਂ ਹੈਗੀਆਂ ਅਸੀਂ ਉਹਨਾਂ ਨਾਲ ਵੀ ਕਰਦੇ ਹਾਂ। ਹਾਂ, ਨਹੀਂ ਨਹੀਂ, ਉਹ ਫਿਰ ਇੱਦਾਂ ਹੁੰਦੀ ਆ। ਔਰ ਕਈ ਤਾਂ ਇੱਥੇ ਇੰਨੀ ਉਹਨਾਂ ਦੀ ਜ਼ਿੰਦਗੀ ਖਰਾਬ ਆ ਤੇ ਉਹ ਪਰ ਹੁਣ ਤੁਹਾਨੂੰ ਪਤਾ ਵੀ ਲੋਕ ਬੱਚੀਆਂ ਇੱਥੇ ਆਉਣੀਆਂ ਵੀ ਸਾਡਾ
ਸੁਨਹਿਰਾ ਭਵਿੱਖ ਹੋਵੇ। ਹਾਂਜੀ 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 ਹਾਂਜੀ। ਪਰ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਇੱਥੇ ਇੱਕ ਲੜਕੀ ਨੂੰ ਮੈਂ ਬਚਾਇਆ ਜਾਣੀ। ਅੱਛਾ ਜੀ, ਅੱਛਾ। ਕਿਉਂਕਿ ਉਹ ਇਦਾਂ ਸੀ ਵੀ ਉਹ ਕਿਸੇ ਕਲਾਕਾਰਾਂ ਦੇ ਨਾਲ ਇੱਥੇ ਆ ਗਈ ਤੇ ਉਹ ਪੈਸੇ ਜਾਨੀ ਉਹਦੇ ਮਾਪਿਆਂ ਦੇ ਦਿੱਤੇ ਵੀ ਉੱਥੇ ਜਾ ਕੇ ਤੂੰ ਪੱਕੀ ਹੋ ਜੀ। ਤੇ ਉਹ ਮੈਂ ਬੜਾ ਹੈਰਾਨ ਜਦੋਂ ਮੇਰੇ ਕੋਲ ਆਏ ਤਾਂ ਉਹ ਕਹਿੰਦੇ ਵੀ ਇਹ ਲੜਕੀ ਇੱਥੇ ਆ ਗਈ ਹੈ, ਇਹਨੂੰ ਰਹਿਣਾ ਤਾਂ ਅਸੀਂ ਇੱਕ ਲੜਕਾ ਢੋਲ ਲਿਆ। ਅੱਛਾ। ਵੀ ਉਹ ਆਖੇ ਜਿਹੜਾ ਰਜਿਸਟਰ ਆ ਰਿਹਾ ਇਹਦਾ ਵਿਆਹ ਨਹੀਂ ਕਰਦਾ। ਅੱਛਾ ਜੀ। ਦੇਖੋ ਜਾਨੀ ਕਿੰਨਾ ਮਤਲਬ ਇੱਥੇ ਲੋਕ ਵੀ ਇੱਕ ਦੂਸਰੇ ਨੂੰ ਗਲਤ ਐਡਵਾਈਸ ਦਿੰਦੇ ਆ ਔਰ ਇਹ ਨਹੀਂ ਦੇਖਦੇ ਵੀ ਇਹਦੇ ਗਾਂ ਅੰਜਾਮ ਕੀ ਹੋਊਗਾ। ਬਿਲਕੁਲ ਬਿਲਕੁਲ। ਹਾਂਜੀ। ਤੇ ਉਹ ਫਿਰ ਮੈਂ ਕਿਹਾ ਵੀ ਰਜਿਸਟਰ ਤਾਂ ਉਹਨੂੰ ਮੈਰਿਜ ਤਾਂ ਕਰਨਾ ਚਾਹੀਦਾ। ਤੇ ਉਹ ਲੜਕੀ ਪਹਿਲਾਂ ਜਿਹੜੀ ਇੱਥੇ ਆਉਣ ਤੋਂ ਪਹਿਲਾਂ ਕਿਤੇ ਸ਼ਾਦੀशुदा ਸੀਗੀ ਤਾਂ ਉਹਦਾ ਪੰਚਾਇਤ ਤਲਾਕ ਹੋਇਆ ਸੀ। ਹਾਂਜੀ। ਤੇ ਉਹ ਫਿਰ ਜਦ ਮੈਂ ਉੱਥੇ ਸਰਕਾਰ ਦੇ ਗਿਆ ਤਾਂ ਉਹ ਜਾਨੀ ਉਹਨੂੰ ਮੈਂ ਸਾਰਾ ਦੱਸਿਆ ਵੀ ਇੰਡੀਆ ਦੇ ਵਿੱਚ ਕੋਰਟਾਂ 'ਚ ਬਹੁਤ ਟਾਈਮ ਲੱਗਦਾ ਵੀ ਪੰਚਾਇਤਾਂ ਨੂੰ ਇਹ ਹੱਕ ਆ ਵੀ ਉਹ ਏਦਾਂ ਜਾਨੀ ਤਲਾਕ ਪਾਸ ਕਰ ਸਕਦੇ ਆ। ਅੱਛਾ। ਤਾਂ ਉਹ ਕਹਿੰਦਾ ਵੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਮੈਂ ਫਿਰ ਇਹ ਕਰ ਦਿੰਦਾ ਵਿਆਹ ਰਜਿਸਟਰ। ਅੱਛਾ ਜੀ। ਪਰ ਫਿਰ ਉਹ ਜਿਸ ਮੁੰਡੇ ਨਾਲ ਹੋਣਾ ਸੀ ਤਾਂ ਉਹ ਮੁੰਡੇ ਨੇ ਸਾਰੀਆਂ ਚੀਜ਼ਾਂ ਲੁਕੋਈਆਂ ਸੀ। ਉਹ ਸਿਰਫ ਸ਼ਾਦੀ ਕਰਾ ਕੇ ਜਾਨੀ ਖਰਾਬ ਕਰਨਾ ਚਾਹੁੰਦਾ ਸੀ। ਇਹਦਾ ਮਤਲਬ ਜਾਨ ਕਿ ਦੋਨੇ ਪਾਸੇ ਚੋਰੀ ਹੈ। ਨਹੀਂ, ਉਹ ਲੜਕੀ ਤਾਂ ਦੇਖੋ ਲੜਕੀ ਦੀ ਤਾਂ ਹੋਰ ਗੱਲ ਸੀ, ਲੜਕੇ ਵੱਲੋਂ ਜ਼ਿਆਦਾ ਚੋਰੀ ਸੀ। ਹਾਂਜੀ 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 ਹਾਂਜੀ। ਕਿਉਂਕਿ ਉਹ ਜਿਹੜੇ ਮੈਨੂੰ ਆਏ ਸੀ ਤਾਂ ਉਹਨਾਂ ਤੋਂ ਲੁਕੋ ਕੇ ਰੱਖਿਆ ਸੀ। ਉਹ ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਵੀ ਲੜਕੀ ਨੂੰ ਵੀ ਹੁਣ ਤੇਰਾ ਵਿਆਹ ਕੱਲ ਨੂੰ ਹੋ ਜਾਣਾ ਵੀ ਤੈਨੂੰ ਪਤਾ ਵੀ ਜਦ ਤੂੰ ਵਿਆਹ ਹੋ ਜਾਣਾ ਫਿਰ ਤਾਂ ਤੂੰ ਪੱਕੀ ਮਤਲਬ ਇਹਦੀ ਵਾਈਫ ਬਣ ਜਾਣਾ। ਹਾਂਜੀ ਹਾਂਜੀ ਹਾਂਜੀ। ਪਰ ਮੈਂ ਕਿਹਾ ਵੀ ਇਸ ਮੁਲਕ 'ਚ ਪੱਕੇ ਹੋਣ ਲਈ 3 ਚੀਜ਼ਾਂ ਚਾਹੀਦੀਆਂ ਵੀ ਉਹ ਇਹ ਲੜਕੇ ਕੋ ਹੈਗੀਆਂ। ਤਾਂ ਉਹ ਹੋ ਜਾਣੀ ਕਹਿੰਦੀ ਵੀ ਸਾਨੂੰ ਕਹਿੰਦਾ ਆ। ਮੈਂ ਕਿਹਾ ਵੀ ਮੈਂ ਤੁਹਾਡੇ ਸਾਹਮਣੇ ਪੁੱਛਾਂ। ਹਾਂ ਬਿਲਕੁਲ। ਮੈਂ ਕਿਹਾ ਵੀ ਤੁਹਾਡੇ ਸਾਹਮਣੇ ਹੀ ਪੁੱਛ ਲੈਣਾ। ਜਦ ਮੈਂ ਪੁੱਛਿਆ ਤਾਂ ਪਹਿਲਾਂ ਤਾਂ ਮੈਂ ਉਹਨੂੰ ਜੌਬ ਦਾ ਪੁੱਛਿਆ ਵੀ ਤੇਰੇ ਕੋਲ ਹੈ। ਕਹਿੰਦਾ ਜਿਹਨੇ ਮੈਂ ਤਾਂ ਕਿ ਐਵੇਂ ਸੈਲਫ ਇੰਪਲੋਇਡ ਹੈਗਾ, ਕਿਤੇ ਕੰਮ ਮਿਲ ਜਾਂਦਾ। ਸੈਲਫ ਇੰਪਲੋਇਡ। ਨਹੀਂ, ਮੈਂ ਕਿਹਾ ਵੀ ਤੈਨੂੰ ਪਤਾ ਵੀ 13 ਹਫ਼ਤੇ ਦੀ ਜਾਨੀ ਪੇ ਸਲਿੱਪਾਂ ਚਾਹੀਦੀਆਂ ਹੋਮ ਆਫਿਸ ਨੂੰ। ਫਿਰ ਮੈਂ ਕਿਹਾ ਵੀ ਤੇਰੇ ਕੋਲ ਬੈਂਕ ਅਕਾਊਂਟ ਹੈਗਾ? ਤੇ ਕਹਿੰਦਾ ਵੀ ਨਹੀਂ, ਜਦ ਮੇਰੇ ਕੋਲ ਕੰਮ ਹੀ ਨਹੀਂ ਪੱਕਾ। ਤਾਂ ਫਿਰ ਮੈਂ ਕਿਹਾ ਵੀ ਚੱਲ ਤੇਰਾ ਘਰ ਜਿਹੜਾ ਉਹਦਾ ਤੇਰੇ ਬਾਪ ਦੇ ਨਾਂ ਆ ਵੀ ਉਹ ਤੈਨੂੰ ਰਹਿਣ ਦੇ ਦਊਗਾ ਵੀ ਤੂੰ ਤਾਂ ਇਹਨੂੰ ਪੱਕੀ ਨਹੀਂ ਕਰਾ ਸਕਦਾ। ਬਿਲਕੁਲ ਬਿਲਕੁਲ। ਹੁਣ ਉਹ ਤੁਸੀਂ ਦੇਖੋ ਵੀ ਉਹ ਲੜਕੀ ਨੇ ਇੱਥੇ ਫਸ ਜਾਣਾ ਸੀ। ਬਿਲਕੁਲ ਬਿਲਕੁਲ। ਔਰ ਇੱਥੇ ਬਹੁਤ ਮੈਂ ਦੇਖਿਆ ਇੱਥੇ ਜਾਨੀ ਇੰਨੀਆਂ ਲੜਕੀਆਂ ਨਾ ਉਹਨਾਂ ਨੂੰ ਸਿਰਫ ਇਸ ਮੁਲਕ ਦੇ ਵਿੱਚ ਮੰਗਾ ਕੇ ਖਰਾਬ ਕੀਤਾ ਜਾ ਰਿਹਾ। ਇਦਾਂ ਹੀ ਜੀ, ਇਦਾਂ ਫਿਰ ਉਹਨਾਂ ਦੀ ਲਾਈਫ ਤਾਂ ਤਬਾਹ ਹੋ ਜਾਂਦੀ ਹੈ। ਇਹ ਆਪਾਂ ਨੂੰ ਚੌਹਾਨ ਸਾਹਿਬ ਕਦੀ ਅਕਲ ਆਊਗੀ ਵੀ ਨਹੀਂ। ਉਹ ਫਿਰ ਦੇਖੋ ਇਹ ਹੈਗੀ ਆ ਵੀ ਜੇ ਹੁਣ ਜੋ ਜਿਹੜੇ ਐਡਵਾਈਸ ਵੀ ਦੇਣ ਵਾਲੇ ਆ ਨਾ। ਹਾਂਜੀ ਹਾਂਜੀ। ਕਿਉਂਕਿ ਇਹ ਜ਼ਰੂਰੀ ਨਹੀਂ ਵੀ ਜੇ ਤੁਹਾਡੇ ਘਰ ਦੇ ਵਿੱਚ ਕੋਈ ਚੰਗੀ ਸਲਾਹ ਦਿੰਦਾ ਤੁਹਾਡਾ ਰਿਸ਼ਤੇਦਾਰ ਸਲਾਹ ਦੇ ਸਕਦਾ। ਪਰ ਬੜੀ ਤਾਂ ਗੱਲ ਇਹ ਹੈਗੀ ਆ ਵੀ ਇਹ ਬੱਚਿਆਂ ਨੂੰ ਬਚਪਨ ਤੋਂ ਇਹ ਚਾਹੀਦਾ ਵੀ ਪੜਾਉਣਾ ਤੁਹਾਨੂੰ ਜ਼ਰੂਰ ਹੈ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਜੇ ਪੜ੍ਹਾਈ ਇੱਥੇ ਦੀ ਜਿਹੜੀ ਪੜ੍ਹਾਈ ਹੈ ਇਹ ਬਹੁਤ ਐਡਵਾਂਸਡ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ। ਕਿਉਂਕਿ ਆਪਾਂ ਏਦਾਂ ਨਹੀਂ ਵੀ ਘੋਟਾ ਲਾ ਕੇ ਪੜ੍ਹਨ ਵਾਲੀ ਨਹੀਂ, ਇਹ ਤੁਹਾਨੂੰ ਗਿਆਨ ਵੀ ਮਿਲਦਾ ਹੈ। ਫਿਰ ਉਹ ਮਤਲਬ ਜੇ ਇੱਥੇ ਦੀ ਪੜ੍ਹਾਈ ਜਿਹੜੀ ਆ ਉਹ ਜ਼ਰੂਰ ਬੱਚੀਆਂ ਪੜ੍ਹ ਜਾਣ ਤਾਂ ਫਿਰ ਉਹਨਾਂ ਦੇ ਵਿੱਚ ਸੈਲਫ ਕੌਨਫੀਡੈਂਸ ਆਉਂਦਾ। ਐਬਸੋਲੂਟਲੀ ਐਬਸੋਲੂਟਲੀ। ਕਿਉਂਕਿ ਜਿਹੜੀ ਜਦ ਤੱਕ ਸੈਲਫ ਕੌਨਫੀਡੈਂਸ ਨਹੀਂ ਆਉਂਦਾ ਉਹ ਬੱਚੀਆਂ ਅੱਗੇ ਨਹੀਂ ਵੱਧ ਸਕਦੀ। ਹਾਂਜੀ ਹਾਂਜੀ। ਹੁਣ ਇੱਥੇ ਤੁਸੀਂ ਦੇਖੋ ਵੀ ਫਿਰ ਰਾਜਨੀਤੀ 'ਚ ਵੀ ਅੱਗੇ ਆਉਣਾ ਚਾਹੀਦਾ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਹੁਣ ਦੇਖੋ ਵੀ ਇੱਥੇ ਕੋਈ ਘਾਟ ਆ ਕਿਸੇ ਚੀਜ਼ ਦੀ, ਤੁਹਾਡੇ ਜਿੱਦਾਂ ਦੀ ਵਿਚਾਰਧਾਰਾ ਆ। ਹੁਣ ਇੱਥੇ ਤੁਸੀਂ ਦੇਖੋ ਵੀ ਪ੍ਰਾਈਮ ਮਿਨਿਸਟਰ ਵੀ ਬਣੀਆਂ ਔਰਤਾਂ। ਨਹੀਂ, ਜਿਹੜੀ ਮੈਂ ਗੱਲ ਆਪਣੇ ਏਸ਼ੀਅਨ ਸੰਦਰਭ ਦੇ ਵਿੱਚ ਕਰਨੀ ਚਾਹੁੰਦਾ ਵੀ ਆਪਣੀਆਂ ਏਸ਼ੀਅਨ ਨੇ ਦੇਖੋ ਜਦ ਤੱਕ ਆਪਣੀ ਵੱਡੀ ਗੱਲ ਸੋਚਦੀ ਆ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਜਦ ਕੋਈ ਆਪਣਾ ਮਾਪਾ ਆਪਣੀ ਲੜਕੀ ਨਾਲ ਗੱਲ ਕਰਦਾ ਉਹ ਤੇ ਰੋਹ ਪਾ ਕੇ ਕਰਦਾ। ਪਰ ਇਹ ਜਿਹੜਾ ਵਰਤਾਰਾ ਹੈਗਾ ਚੌਹਾਨ ਸਾਹਿਬ, ਕਿਉਂਕਿ ਮੈਂ ਤਾਂ ਤੁਹਾਡੇ ਨਾਲ ਗੱਲ ਲੰਬੀ ਕਰ ਰਿਹਾ ਕਿਉਂਕਿ ਤੁਸੀਂ ਸੂਝਵਾਨ ਹੈਗੇ ਆ, ਤੁਹਾਡਾ ਬਹੁਤ ਵੱਡਾ ਐਕਸਪੀਰੀਅੰਸ ਆ। ਈਵਨ ਜਿਹੜੀਆਂ ਆਪਣੇ ਆਪ ਨੂੰ ਪ੍ਰੋਗਰੈਸਿਵ ਆਰਗੇਨਾਈਜੇਸ਼ਨ ਵੀ ਦਿਖਾਉਂਦੀਆਂ, ਮੈਂ ਉਹਨਾਂ ਦੇ ਵੀ ਕੁਝ ਕੇਸਿਸ ਨੂੰ ਜਾਣਦਾ। ਨਹੀਂ, ਉਹ ਫਿਰ ਦੇਖੋ ਨਾਂ ਦੇ ਪ੍ਰੋਗਰੈਸਿਵ ਆ। ਕਿਉਂਕਿ ਪ੍ਰੋਗਰੈਸਿਵ ਜਿਹੜਾ ਆ ਉਹ ਤਾਂ ਜੇ ਤੁਸੀਂ ਕੁਝ ਪ੍ਰੋਗਰੈਸਿਵ ਗੱਲ ਕਰਕੇ ਦਿਖਾ ਲਓ ਫੇਰ ਆ। ਹਾਂਜੀ ਹਾਂਜੀ।
ਵੀ ਤੁਸੀਂ ਉਹ ਜਿਹੜੀ ਗਲਤ ਚੀਜ਼ ਨੂੰ ਆ, ਜੇ ਤੁਸੀਂ ਉਹਨੂੰ ਉੱਤੇ ਆਪ ਵੀ ਉੱਦਾਂ ਕਰੀ ਜਾਂਦੇ ਫਿਰ ਤਾਂ ਤੁਸੀਂ ਹਥਿਆਰ ਸਿੱਟੇ ਹੋਏ ਆ। ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਚਾਹੀਦਾ ਤਾਂ ਹੈਗਾ ਵੀ ਤੁਸੀਂ ਉਹ ਜਿਹੜੀ ਚੁਣੌਤੀ ਆ ਉਹਨੂੰ ਸਵੀਕਾਰ ਕਰਕੇ ਜਾਨੀ ਜਿਹੜੀ ਔਰਤ ਆ ਉਹਨੂੰ ਬਰਾਬਰ ਦਾ ਦਰਜਾ ਜਾਨੀ ਜ਼ਰੂਰ ਮਿਲਣਾ ਚਾਹੀਦਾ। ਓਕੇ ਚੌਹਾਨ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਫਕੀਰ ਚੰਦ ਚੌਹਾਨ ਹੋਣੀ, ਜਿਹੜੇ ਮੇਰੇ ਰੈਗੂਲਰ ਕਾਲਰ ਹੈਗੇ ਆ, ਬਹੁਤ ਹੀ ਵਧੀਆ ਗੱਲਾਂ ਕਰਕੇ ਜਾਂਦੇ ਹੈਗੇ ਆ, ਪ੍ਰੈਕਟੀਕਲ ਆਪ ਵੀ ਬੜਾ ਐਕਸਪੀਰੀਅੰਸ ਹੈਗਾ। ਅਤੇ ਤੁਹਾਡੇ ਟੈਲੀਫੋਨ ਕਾਲਸ ਦੀ ਵੀ ਮੈਂ ਵੇਟ ਕਰ ਰਿਹਾ ਹੈਗਾ ਤਾਂ ਕਿ ਮੈਂ ਤੁਹਾਡੇ ਵਿਚਾਰ ਵੀ ਸੁਣ ਸਕਾਂ, ਤਾਂ ਆਪਾਂ ਇੱਕ ਜਿਹੜਾ ਹੈਗਾ ਸੰਵਾਦ ਰਚਾ ਸਕੀਏ, ਡਿਸਕੋਰਸ ਰਚਾ ਸਕੀਏ ਲੇਕਿਨ ਕੀ ਹਾਲਾਤ ਹੈਗੇ, ਖਾਸ ਕਰਕੇ ਜੇ ਜਿਹੜੀਆਂ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਡਾਕਟਰ ਸਾਹਿਬ, ਗਗਨ ਬੋਲ ਰਿਹਾ ਜੀ ਕਵੈਂਟਰੀ ਤੋਂ। ਹਾਂਜੀ ਗਗਨ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਮਸਲੇ 'ਤੇ? ਦੇਖੋ ਡਾਕਟਰ ਸਾਹਿਬ, ਆਪਣੇ ਦਾ ਵਿਚਾਰ ਬਿਲਕੁਲ ਸਿੱਧੇ ਇਸ ਗੱਲ ਬਾਰੇ ਹਾਂਜੀ ਕਿ ਅਸੀਂ ਦੁਨੀਆ ਚੰਦ ਤੇ ਪਹੁੰਚ ਗਈ ਜਾਂ ਮੰਗਲ ਗ੍ਰਹਿ ਤੇ ਪਹੁੰਚ ਚੁੱਕੀ ਆ। ਹਾਂਜੀ ਹਾਂਜੀ। ਪਰ ਅਸੀਂ ਜਿਹੜਾ ਭਾਰਤੀ ਮੇਲ ਸਮਾਜ ਆ ਉਹ ਪੁਰਾਣੀਆਂ ਸਦੀਆਂ ਵਿੱਚ ਬੈਠਾ। ਇਹ ਫਿਰ ਇਹਨੂੰ ਆਪਾਂ ਕਿੱਦਾਂ ਜਿਹੜਾ ਹੈਗਾ ਅੱਗੇ ਤੋਰੀਏ ਗੱਲ ਨੂੰ? ਡਾਕਟਰ ਸਾਹਿਬ, ਸਭ ਤੋਂ ਵੱਡੀ ਗੱਲ ਹੈਗੀ ਆ, ਸਾਨੂੰ ਸਮੇਂ ਦੇ ਨਾਲ ਬਦਲਣਾ ਜ਼ਰੂਰੀ ਆ ਔਰ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਆ। ਹਾਂਜੀ ਹਾਂਜੀ। ਜਿਹੜੀ ਅਸੀਂ ਨਾ ਬਰਾਬਰਤਾ ਦੀ ਗੱਲ ਕਰਦੇ, ਦੇਖੋ ਸਾਡੇ ਗੁਰੂ ਪੀਰ ਪੈਗੰਬਰ ਰੌਲਾ ਪਾਉਂਦੇ ਚੱਲ ਰਹੇ। ਚਲੋ ਉਹ ਤਾਂ ਮੇਰੀ ਗੱਲ ਸੁਣੋ, ਆਪਾਂ ਸਮਝਣ ਦੀ ਬਜਾਏ ਅਸੀਂ ਉਹਨਾਂ ਦੀ ਗੱਲ ਨੂੰ ਸਮਝਣ ਦੀ ਬਜਾਏ ਉਹਨਾਂ ਨੂੰ ਹੀ ਅਸੀਂ ਉਹਨਾਂ ਨੂੰ ਪੂਜਾ ਕਰਨ ਲੱਗ ਪਏ। ਮੈਂ ਉਹੀ ਗਗਨ ਜੀ ਜਿਹੜੀ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਹੈਗਾ, ਕਿਉਂਕਿ ਤੁਸੀਂ ਬੜੇ ਸੂਝਵਾਨ ਹੈਗੇ ਆ, ਤੁਸੀਂ ਬੜੀਆਂ ਪੜ੍ਹਾਈਆਂ ਕੀਤੀਆਂ ਹੈਗੀਆਂ। ਅਸੀਂ ਆਪਾਂ ਬਾਬਾ ਸਾਹਿਬ ਦੀ ਵੀ ਗੱਲ ਕਰਦੇ ਹਾਂ, ਫਿਰ ਆਪਾਂ ਯਾਨੀ ਕਿ ਕਾਂਸ਼ੀ ਰਾਮ ਜੀ ਦੀ ਵੀ ਗੱਲ ਕਰਦੇ ਹਾਂ, ਆਪਾਂ ਗੁਰੂ ਰਵਿਦਾਸ ਮਹਾਰਾਜ ਦੀ ਵੀ ਗੱਲ ਕਰਦੇ ਹਾਂ ਜੀ, ਉਹਨਾਂ ਨੇ ਬਹੁਤ ਯਾਨੀ ਕਿ ਜਿਹੜਾ ਹੈਗਾ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਲੜਾਈਆਂ ਕੀਤੀਆਂ। ਫਿਰ ਅਸੀਂ ਮਨੂ ਦੀ ਵੀ ਗੱਲ ਕਰਦੇ ਹਾਂ, ਮਨੂ ਮਰ ਗਿਆ ਕਿ ਇੰਨੇ ਹਜ਼ਾਰ ਯਾਨੀ ਕਿ ਸਾਲ ਉਹਨੂੰ ਹੋ ਗਿਆ, ਉਹਦਾ ਪਿੱਛਾ ਛੱਡੋ ਤੁਸੀਂ। ਫਿਰ ਯਾਨੀ ਕਿ ਜਿਹੜਾ ਹੈਗਾ ਜਦੋਂ ਗੁਰੂ ਨਾਨਕ ਦੇਵ ਜੀ ਦੀ ਵੀ ਗੱਲ ਕਰਦੇ ਹਾਂ ਜੀ, ਸੋ ਕਿ ਮੰਦਾ ਆਖੀਏ ਜੀ ਫਲਾਣੀ ਧਮਕਾਣੀ, ਬਹੁਤ ਕੁਛ ਯਾਨੀ ਕਿ ਅਸੀਂ ਜਿਹੜਾ ਹੈਗਾ ਗੱਲਾਂ ਇਹ ਕਰਦੇ, ਪਰ ਅਜੇ ਤੱਕ ਅਸੀਂ ਬੰਦੇ ਕਿਉਂ ਨਹੀਂ ਬਣੇ ਹੈਗੇ? ਅਸਲ ਦੇ ਵਿੱਚ ਅਸੀਂ ਗੱਲ ਸਮਝਦੇ ਹੈ ਨਹੀਂ। ਅਸੀਂ ਸੱਚੀ ਗੱਲ ਇਹ ਆ ਕਿ ਅਸੀਂ ਸਿਰਫ ਦੇਖਦੇ ਹਾਂ ਗੱਲਾਂ ਨੂੰ, ਗੱਲਾਂ ਕਰਨੀਆਂ ਲਾਈਕ ਕਰਦੇ ਅਸੀਂ ਬਸ। ਸਾਨੂੰ ਵਧੀਆ, ਸਾਨੂੰ ਕੱਪਾਂ ਸੁਣਾਉਂਦੇ ਨਾ, ਸਾਨੂੰ ਵਧੀਆ ਬਹੁਤ ਲੱਗਦਾ। ਇਹਦਾ ਮਤਲਬ ਅਸੀਂ ਤਮਾਸ਼ਬੀਨ ਹਾਂ ਫਿਰ? ਬਸ ਅਸੀਂ ਸਾਡੇ ਤਮਾਸ਼ਬੀਨ ਹੈ ਜੀ, ਸਾਨੂੰ ਤਮਾਸ਼ਬੀਨ ਜਿਹੜਾ ਸਾਨੂੰ ਤਮਾਸ਼ਾ ਕਰਕੇ ਦਿਖਾਈ ਜਾਂਦਾ, ਅਸੀਂ ਉਹਨੂੰ ਲਾਈਕ ਕਰਨ ਲੱਗ ਪਏ। ਔਰ ਸੱਚਾਈ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ। ਮੈਂ ਹੈਰਾਨ ਹੁੰਦਾ ਜਦੋਂ ਮੈਂ ਇੱਥੇ ਇੰਗਲੈਂਡ ਵਿੱਚ ਆਇਆ ਸੀ ਨਾ ਡਾਕਟਰ ਸਾਹਿਬ। ਹਾਂਜੀ। ਪਹਿਲਾਂ ਮੈਂ ਸੋਚਦਾ ਕਿ ਇਹ ਚੱਕਰ ਇੰਡੀਆ ਵਿੱਚ ਹੀ ਆ, ਪਰ ਜਦੋਂ ਇੱਥੇ ਆ ਕੇ ਮੈਂ ਦੇਖਿਆ, ਮੈਂ ਹੈਰਾਨ ਹੋ ਗਿਆ ਕਿ ਇੱਥੇ ਤਾਂ ਇੰਡੀਆ ਨਾਲੋਂ ਵੀ ਜ਼ਿਆਦਾ ਪ੍ਰੋਬਲਮ ਵੱਧ ਆ। ਕਿਉਂਕਿ ਇਹਨਾਂ ਦੀ ਸੂਈ ਉੱਥੇ ਖੜੀ ਹੈ ਨਾ ਜਦੋਂ ਦੇ ਆਏ ਇਹ। ਉਹ ਸੂਈ ਤਾਂ ਸੂਈ ਖੜੀ ਆ, ਮੈਂ ਕਹਿੰਦਾ ਇਹਨਾਂ ਦੀ ਸਾਰੀ ਮਸ਼ੀਨਰੀ ਖੜੀ ਹੋ ਗਈ ਇੱਥੇ ਆ ਕੇ। ਸੂਈ ਤਾਂ ਇੱਕ ਪਾਸੇ ਟੋਟਲ ਮਸ਼ੀਨਰੀ ਖੜੀ ਹੋਈ ਹੈ। ਵੈਰੀ ਗੁੱਡ। ਉਹ ਜਿਹੜਾ ਮਸ਼ੀਨਰੀ ਹੈਗੀ ਨਾ ਉਹ ਵਰਤਦਾ ਨਹੀਂ ਜਾਂਦਾ, ਇਹਨਾਂ ਦਾ ਦਿਮਾਗ ਜਿਹੜਾ ਵਰਤਦੇ ਨਹੀਂ ਆਪਣਾ ਇਹ। ਸਾਡੀ ਇਹ ਸੱਚੀ ਸਾਡਾ ਦੁਖਾਂਤ ਤੇ ਆਏ ਸਾਡੇ ਸਮਾਜ ਦਾ, ਤੁਸੀਂ ਇੰਡੀਆ ਪੂਰੇ ਦਾ ਕਹਿ ਲਓ, ਏਸ਼ੀਅਨ ਕਮਿਊਨਿਟੀ ਦਾ ਕਹਿ ਲਓ, ਅਸੀਂ ਨਾ ਆਪਣੇ ਦਿਮਾਗ ਨੂੰ ਵਰਤਦੇ ਹੈ ਨਹੀਂ। ਬਿਲਕੁਲ 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 ਬਿਲਕੁਲ। ਤੁਸੀਂ ਨਾ ਦਿਮਾਗ ਕੱਢ ਕੇ ਕਿਤੇ ਵੇਚਣ ਜਾਓਗੇ ਤਾਂ ਮੇਰੇ ਖਿਆਲ ਨਾਲ ਸਭ ਤੋਂ ਮਹਿੰਗਾ ਇਹਨਾਂ ਦਾ ਦਿਮਾਗ ਸਾਡਾ ਵੇਚਣਾ। ਗਗਨ ਜੀ ਬਹੁਤ ਮਿਹਰਬਾਨੀ, ਬਹੁਤ ਹੀ ਤੁਹਾਡੀਆਂ ਗੱਲਾਂ ਜਿਹੜੀਆਂ ਸੱਚੀਆਂ ਅਤੇ ਸਿੱਧੀਆਂ ਗੱਲਾਂ ਹੈਗੀਆਂ। ਆਈ ਐਗਰੀ ਵਿਦ ਯੂ। ਅਤੇ ਫਿਰ ਵੀ ਕਾਲ ਜਾਣ ਕੇ ਕਰਦੇ ਰਿਹਾ ਕਰੋ। ਇਹ ਤਾਂ ਸੀ ਜੀ ਗਗਨ ਹੋਣੀ, ਜਿਹੜੇ ਕਿ ਸਾਡੇ ਇੱਥੇ ਪ੍ਰੈਜੈਂਟਰ ਵੀ ਸੀਗੇ ਅਤੇ ਬਿਮਾਰ ਸੀਗੇ ਹੋ ਗਿਆ, ਅਤੇ ਹੋਪਫੁਲੀ ਯਾਨੀ ਕਿ ਛੇਤੀ ਰਿਕਵਰ ਹੋ ਕੇ ਦੁਬਾਰਾ ਫਿਰ ਪ੍ਰੋਗਰਾਮ ਕਰਿਆ ਕਰਨਗੇ। ਤੁਸੀਂ ਵੀ ਜਿਹੜਾ ਹੈਗਾ ਸਾਨੂੰ ਟੈਲੀਫੋਨ ਕਾਲ ਕਰਕੇ ਸੰਵਾਦ ਰਚਾ ਸਕਦੇ, ਕਿਉਂਕਿ ਮੈਂ ਚਾਹੁੰਦਾ ਹੈਗਾ ਕਿ ਅੱਜ ਵੱਧ ਤੋਂ ਵੱਧ ਇਸ ਮਸਲੇ 'ਤੇ ਆਪਾਂ ਡਿਸਕਸ਼ਨ ਕਰੀਏ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਨਮਸਕਾਰ ਜੀ। ਹਾਂ ਜੀ ਮਾਨ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ ਜੀ, ਮੁੱਦੇ ਤੁਹਾਡੇ ਬਹੁਤ ਹਮੇਸ਼ਾ ਜਿਹੜੇ ਕਿ ਕਾਬਲੇ ਤਾਰੀਫ ਹੁੰਦੇ ਆ। ਥੈਂਕ ਯੂ ਜੀ। ਜਿਹੜੀ ਔਰਤ ਦਾ ਡਿਸਕ੍ਰਿਮੀਨੇਸ਼ਨ ਹੋ ਰਿਹਾ ਨਾ ਜੀ, ਹਾਂਜੀ ਹਾਂਜੀ, ਉਹ ਅੱਜ ਤੋਂ ਨਹੀਂ ਹੋ ਰਿਹਾ, ਉਹ ਜਦੋਂ ਤੋਂ ਔਰਤ ਦਾ ਜਨਮ ਹੀ ਹੋਇਆ, ਇਨਸਾਨ ਦਾ ਜਨਮ ਹੀ ਹੋਇਆ, ਉਦੋਂ ਤੋਂ ਹੀ ਕਰ ਰਹੇ ਆ। ਪਰ ਇਹ ਆਪਾਂ ਅੱਗੇ ਕਿਉਂ ਨਹੀਂ ਚੇਂਜ ਹੋ ਰਿਹਾ? ਆਪਾਂ ਮਾਨ ਸਾਹਿਬ ਦੇਖੋ ਜੀ, ਅਸੀਂ ਇੰਡੀਆ ਤੋਂ ਇੱਥੇ ਆ ਗਏ, ਲੇਕਿਨ ਇੱਥੇ ਜਿਹੜਾ ਸਮਾਜ ਸੀਗਾ ਇੰਨਾ ਐਡਵਾਂਸ ਸੀਗਾ, ਔਰਤ ਨੂੰ ਹਰੇਕ ਤਰ੍ਹਾਂ ਦੇ ਬਰਾਬਰ ਦੇ ਹੱਕ ਦੇ ਸੀਗੇ, ਤੇ ਅਸੀਂ ਉੱਥੋਂ ਆ ਕੇ ਵੀ ਉਹੀ ਜਿਹੜੀਆਂ ਹਜ਼ਾਰਾਂ ਸਾਲ ਪੁਰਾਣੀਆਂ ਸਾਡੀ ਸੋਚ ਸੀ ਨਾ, ਉਹੀ ਇੱਥੇ ਲਿਆ ਕੇ ਅਸੀਂ ਉਹਨੂੰ ਐਸਟੈਬਲਿਸ਼ ਨਹੀਂ ਕੀਤਾ, ਉਹਨੂੰ ਚੇਂਜ ਹੀ ਨਹੀਂ ਕੀਤਾ। ਔਰ ਸਾਡੇ ਸਮਾਜ ਨੂੰ ਚੇਂਜ ਹੋਣ ਦੀ ਜ਼ਰੂਰਤ ਹੈਗੀ ਆ। ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਜਿਹੜਾ ਹੁਣ ਇਹ ਸਮਾਜ ਦੇ ਵਿੱਚ ਜਿਹੜੇ ਬੱਚੇ ਜਨਮੇ ਆ ਨਾ, ਉਹਨਾਂ ਨੂੰ ਵੀ ਆਪਣੇ ਆਪ ਚੇਂਜ ਹੋਣਾ ਚਾਹੀਦਾ।
ਪਰ ਉਹਨਾਂ ਨੂੰ ਜਿਹੜੀ ਆ ਮਾਨ ਸਾਹਿਬ ਤੁਹਾਨੂੰ ਵੀ ਪਤਾ ਹੈਗਾ ਕਿਉਂਕਿ ਤੁਸੀਂ ਬੜੀ ਦੇਰ ਦੇ ਆਏ ਆ, ਤੁਸੀਂ ਸੂਝਵਾਨ ਹੈਗੇ ਆ, ਤੁਸੀਂ ਕੇਸਿਸ ਨੂੰ ਬੜਾ ਦੇਖਿਆ ਚੌਹਾਨ ਸਾਹਿਬ ਵਾਂਗਰ। ਅਸੀਂ ਬੱਚੀਆਂ ਨੂੰ ਪੜ੍ਹ ਨਹੀਂ ਜਾਣ ਦਿੰਦੇ ਹੈਗੇ। ਜੇ ਉਹਨੇ ਕਿਸੇ ਹੋਰ ਗੈਰ ਜਾਤ ਵਿੱਚ ਵਿਆਹ ਕਰਾ ਲਿਆ ਉਹਨੂੰ ਬਦਾਵਾ ਲੈ ਕੇ ਦੇਣ ਵਾਲਾ ਵੀ ਤੂੰ ਸਾਡੇ ਲਈ ਮਰ ਗਈਆਂ, ਅਸੀਂ ਤੇਰੇ ਲਈ ਮਰ ਗਏ ਹਾਂ। ਯਾਨੀ ਕਿ ਇਹੋ ਜਿਹੀਆਂ ਕਰਤੂਤਾਂ ਜਿਹੜੀਆਂ ਹੈਗੀਆਂ, ਅਸੀਂ ਪਾਪੀ ਨਹੀਂ ਹੈ, ਮੈਂ ਸਾਹਿਬ ਸਾਡੇ ਵਰਗਾ ਪਾਪੀ ਤਾਂ ਕੋਈ ਵੀ ਨਹੀਂ ਹੈ। ਬਿਲਕੁਲ ਬਿਲਕੁਲ ਠੀਕ ਹੈ ਜੀ, ਇਹ ਤੁਹਾਡੀ ਗੱਲ। ਲੇਕਿਨ ਵਜ੍ਹਾ ਨਾ ਕਿ ਇੱਥੇ ਜਿਹੜੀਆਂ ਬੱਚੀਆਂ ਜਦ ਪੈਦਾ ਵੀ ਹੋਏ ਆ ਨਾ, ਉਹਨਾਂ ਨੂੰ ਇਹ ਚਾਹੀਦਾ ਦੇਖੋ ਜਿਹੜਾ ਇੱਕ ਔਰਤ ਦਾ ਜੀਵਨ ਹੁੰਦਾ ਇੱਕ ਉਹ ਆਂਡੇ ਦੀ ਤਰ੍ਹਾਂ ਹੁੰਦਾ ਆ। ਅਗਰ ਉਹਨੂੰ ਆਂਡੇ ਨੂੰ ਮਾੜੀ ਜੀ ਵੀ ਤੇੜ ਆ ਗਿਆ ਤਾਂ ਲੀਕ ਹੋ ਜਾਣਾ ਵਾ। ਹਾਂਜੀ ਹਾਂਜੀ। ਤੇ ਇਸ ਕਰਕੇ ਬੱਚਿਆਂ ਨੂੰ ਵੀ ਚਾਹੀਦਾ ਆਪਣੇ ਜੀਵਨ ਨੂੰ ਸੰਭਾਲ ਕੇ ਰੱਖਣਾ। ਪਰ ਉਹਨਾਂ ਨੂੰ ਤੁਹਾਡੀ ਗੱਲ ਮੈਂ ਮੰਨਦਾ, ਪਰ ਮੇਰਾ ਮਤਲਬ ਕਹਿਣ ਦਾ ਇਹ ਹੈਗਾ ਉਹ ਤਾਂ ਸਾਡੇ ਮਾਂ-ਬਾਪ ਤੇ ਸਿੱਖਿਆ ਤੇ ਹੈ, ਅਸੀਂ ਕਿਹੋ ਜਿਹੀ ਸਿੱਖਿਆ ਦੇਣੀ, ਕਿਉਂਕਿ ਅਸੀਂ ਇਹੋ ਜਿਹੇ ਮਾਹੌਲ ਵਿੱਚ ਆਏ ਜਿੱਥੇ ਬਹੁਤ ਖੁੱਲ੍ਹਾ ਮਾਹੌਲ ਹੈਗਾ, ਜਿੱਥੇ ਕਿ ਬਹੁਤ ਵਾਈਡ ਰਿਸਪੈਕਟ ਹੈਗੇ ਆ। ਉਹ ਵੱਖਰੇ ਵੱਖਰੇ ਲੋਕਾਂ ਨਾਲ ਮਿਲਦੇ ਆ, ਵੱਖਰੇ ਵੱਖਰੇ ਸਮਾਜਾਂ ਦੇ ਲੋਕਾਂ ਨਾਲ ਮਿਲਦੇ ਹੈਗੇ, ਵੱਖਰੀ ਵੱਖਰੀ ਸੋਚ ਵਾਲੇ ਲੋਕਾਂ ਨਾਲ ਮਿਲਦੇ ਹੈਗੇ ਆ। ਫਿਰ ਇੱਥੇ ਦੇ ਕਾਨੂੰਨ ਜਿਹੜੇ ਹੈਗੇ ਆ ਉਹ ਵੀ ਬੱਚਿਆਂ ਦੀ ਪ੍ਰੋਟੈਕਸ਼ਨ ਦੇ ਲਈ ਹੈਗੇ ਆ। ਤੇ ਕੀ ਮੈਂ ਮੰਨਦਾ ਲੈ ਵੀ ਸਾਡਾ ਇਹ ਸੱਭਿਆਚਾਰਾਂ ਦਾ ਟਕਰਾਅ ਹੁੰਦਾ ਹੈਗਾ, ਪਰ ਫਿਰ ਵੀ ਕੀ ਘਰ ਨਾਲੋਂ ਤਾਂ ਵੱਡੀ ਕੋਈ ਇੰਸਟੀਟਿਊਸ਼ਨ ਨਹੀਂ ਹੈ ਵੀ ਕੀ ਘਰ ਵਿੱਚ ਅਸੀਂ ਉਹਨਾਂ ਨੂੰ ਬਰਾਬਰ ਦਾ ਹੱਕ ਦਿੰਦੇ ਹਾਂ। ਦੇਖੋ ਜੀ, ਘਰ ਦੇ ਵਿੱਚ ਬੱਚਿਆਂ ਨੂੰ ਬਿਲਕੁਲ ਬਰਾਬਰ ਦਾ ਹੱਕ ਦੇਣਾ ਚਾਹੀਦਾ, ਪਰ ਦੇਣਾ ਚਾਹੀਦਾ ਆ, ਪਰ ਅਸੀਂ ਦਿੰਦੇ ਨਹੀਂ ਹੈਗੇ। ਹਾਂ, ਮੈਂ ਉਹੀ ਗੱਲ ਕਰਦਾ, ਦੇਣਾ ਚਾਹੀਦਾ ਤਾਂ ਉਹ ਤਾਂ ਆਪਾਂ ਇਹ ਵੀ ਕਹੀ ਜਾਂਦੇ ਆ ਬਾਬਾ ਸਾਹਿਬ ਨੇ ਇਦਾਂ ਕਿਹਾ ਸੀ ਜੀ, ਗੁਰੂ ਨਾਨਕ ਦੇਵ ਜੀ ਨੇ ਇਦਾਂ ਕਿਹਾ ਸੀ, ਪਰ ਅਸੀਂ ਕਰਦੇ ਤਾਂ ਕੁਝ ਵੀ ਨਹੀਂ। ਦੇਖੋ ਜੀ, ਬਾਬਾ ਸਾਹਿਬ ਉਹ ਜੋ ਕੁਝ ਕਰਨਾ ਸੀ ਉਹਨਾਂ ਨੇ ਕਨਸਟੀਟਿਊਸ਼ਨ ਦੇ ਵਿੱਚ ਲੈ ਕੇ ਚਲੇ ਗਏ। ਬਿਲਕੁਲ ਗੁਰੂ ਨਾਨਕ ਜੀ ਕਹਿ ਕੇ ਚਲੇ ਗਏ, ਹਾਂਜੀ ਹਾਂਜੀ, ਸਾਰੇ ਕਹਿ ਕੇ ਚਲੇ ਗਏ। ਲੇਕਿਨ ਅਸੀਂ ਕੀ ਉਹਨਾਂ ਦੇ ਰਸਤੇ ਤੇ ਦੱਸੇ ਹੋਏ ਤੇ ਚੱਲੇ ਆ? ਤੇ ਫਿਰ ਅਸੀਂ ਕਾਹਤੋਂ ਨਹੀਂ ਚੱਲ ਰਹੇ ਹੈਗੇ? ਮੈਂ ਇਸ ਕਰਕੇ ਸਾਨੂੰ ਆਪਣੀ ਸੋਚ ਜਿਹੜੀ ਹੈ ਨਾ ਬਦਲਣੀ ਚਾਹੀਦੀ ਆ। ਸਮਾਜ ਨੂੰ ਐਜੂਕੇਸ਼ਨ ਦਾ ਮਤਲਬ ਇਹ ਹੈ ਕਿ ਐਜੂਕੇਸ਼ਨ ਜਿਹੜੀ ਹੈ ਨਾ ਉਹ ਸਮਾਜ ਨੂੰ ਬਦਲਣ ਵਾਸਤੇ ਹੁੰਦੀ ਆ। ਜਦੋਂ ਤੱਕ ਅਸੀਂ ਆਪਣੇ ਆਪ ਨੂੰ ਬਦਲਾਂਗੇ ਨਹੀਂ, ਉਦੋਂ ਤੱਕ ਸਾਡਾ ਸਮਾਜ ਨਹੀਂ ਬਦਲ ਸਕਦਾ। ਤੇ ਇਸੇ ਕਰਕੇ ਇੱਕ ਇੱਕ ਬੰਦਾ ਕਰਕੇ ਸਮਾਜ ਬਣਦਾ। ਹਾਂਜੀ, ਅਗਰ ਹਰ ਇੱਕ ਆਦਮੀ ਆਪਣੇ ਆਪ ਨੂੰ ਸੁਧਾਰ ਲੈ ਤਾਂ ਸਾਰਾ ਸਮਾਜ ਸੁਧਰ ਸਕਦਾ, ਪਰ ਅਸੀਂ ਉਹ ਗੱਲ ਨਹੀਂ ਕਰ ਰਹੇ। ਪਰ ਕਈ ਬੱਚੀਆਂ ਵੀ ਹੈਗੇ ਆ ਜਿਹੜੇ ਕਿ ਜਿਨ੍ਹਾਂ ਨੂੰ ਸਤਿਕਾਰ ਵੀ ਮਿਲਦਾ ਨਾ, ਉਹਨਾਂ ਦੇ ਸਸੁਰਾਲ ਦੇ ਘਰ ਵੀ ਜਾ ਕੇ ਹੋਰ ਵੀ, ਪਰ ਉਹਨਾਂ ਨੂੰ ਉਹ ਸਸੁਰਾਲ ਦੇ ਵਿੱਚ ਉਹ ਆਪਣੀ ਮਨਮਰਜ਼ੀ ਜਦੋਂ ਕਰਦੀਆਂ ਨਾ, ਫਿਰ ਉੱਥੇ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ। ਜਾਂ ਉਹ ਆਪ ਡਿਸਕ੍ਰਿਮੀਨੇਸ਼ਨ ਕਰਦੀਆਂ ਹੈਗੀਆਂ ਆਪਣੇ ਇਨ-ਲॉज ਦੇ ਨਾਲ, ਫਿਰ ਉੱਥੇ ਵੀ ਗੱਲ ਵਿਗੜ ਜਾਂਦੀ ਆ। ਲੇਕਿਨ ਤਾੜੀ ਜਿਹੜੀ ਆ ਦੋਨਾਂ ਹੱਥਾਂ ਨਾਲ ਵੱਜਦੀ ਆ। ਇਨਸਾਨ ਨੂੰ ਇਨਸਾਨ ਦੀ ਇਨਸਾਨੀਅਤ ਦੇ ਨਾਤੇ ਜੀਣਾ ਚਾਹੀਦਾ, ਔਰ ਦੂਸਰੇ ਦਾ ਇਨਸਾਨ ਦਾ ਸਤਿਕਾਰ ਕਰਨਾ ਚਾਹੀਦਾ। ਅਗਰ ਕੋਈ ਮੇਰਾ ਨਿਰਾਦਰ ਕਰਦਾ ਤਾਂ ਮੈਨੂੰ ਕਿੱਦਾਂ ਦੀ ਫੀਲਿੰਗ ਹੋਏਗੀ? ਜਦੋਂ ਹਰੇਕ ਜਿਹੜੀਆਂ ਲੜਕੀਆਂ ਨਾ, ਅਗਰ ਉਹ ਕਹੇ ਵੀ ਮੈਨੂੰ ਕੋਈ ਲੜਕੀ ਦੀ ਗਾਲ ਕੱਢਦਾ ਜਾਂ ਉਹਨਾਂ ਡਿਸਕ੍ਰਿਮੀਨੇਸ਼ਨ ਹੁੰਦਾ ਕਿ ਅਗਰ ਮੇਰੇ ਨਾਲ ਕੋਈ ਕਰੇ ਤਾਂ ਫਿਰ ਮੈਨੂੰ ਕਿੱਦਾਂ ਦਾ ਫੀਲਿੰਗ ਹੋਏਗੀ? ਤੇ ਦੂਸਰੇ ਇਨਸਾਨ ਨੂੰ ਵੀ ਇਹੀ ਫੀਲਿੰਗ ਹੋਣੀ ਚਾਹੀਦੀ ਆ। ਇਸ ਕਰਕੇ ਹਰੇਕ ਇਨਸਾਨ ਦਾ, ਲੜਕੀ ਹੋਵੇ ਇਨਸਾਨ ਹੋਵੇ, ਉਹਦਾ ਸਤਿਕਾਰ ਕਰਨਾ ਚਾਹੀਦਾ। ਜਦੋਂ ਤੱਕ ਅਸੀਂ ਸਤਿਕਾਰ ਕਰਨਾ ਨਹੀਂ ਸਿੱਖਦੇ, ਉਦੋਂ ਤੱਕ ਸਾਡਾ ਜਿਹੜਾ ਸਮਾਜ ਇਹ ਬਦਲ ਨਹੀਂ ਸਕਦਾ। ਥੈਂਕ ਯੂ ਜੀ, ਥੈਂਕ ਯੂ ਮਾਨ ਸਾਹਿਬ, ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਬਹੁਤ ਹੀ ਪਿਆਰੇ ਮੇਰੇ ਦੋਸਤ ਤੇ ਸਾਡੇ ਰੈਗੂਲਰ ਕਾਲਰ ਹੈਗੇ, ਮੇਰੇ ਪ੍ਰੋਗਰਾਮਾਂ ਵਿੱਚ ਆਉਂਦੇ ਹੈਗੇ ਅਕਸਰ, ਮਾਨ ਸਾਹਿਬ। ਤੇ ਤੁਸੀਂ ਵੀ ਜਿਹੜਾ ਹੈਗਾ ਸਾਨੂੰ ਟੈਲੀਫੋਨ ਕਾਲ ਕਰ ਸਕਦੇ ਆ। ਟੈਲੀਫੋਨ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਦਾ, ਜਿਹੜਾ ਕਿ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ, 08000 886 404, 08000 886 404। ਬਹੁਤ ਸਾਰੀਆਂ ਹੈਲੋ ਜੀ, ਕੌਣ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ, ਪ੍ਰੇਮ ਚਮਕੀਲਾ ਬੋਲ ਰਿਹਾ ਸਰ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਪ੍ਰੇਮ ਜੀ? ਹਾਂਜੀ, ਮੁੱਦਾ ਤੁਹਾਡਾ ਬਹੁਤ ਜ਼ਬਰਦਸਤ ਹੈ ਹਮੇਸ਼ਾ ਦੀ ਤਰ੍ਹਾਂ। ਹਾਂਜੀ, ਇਹਦੇ ਵਿੱਚ ਸਾਡਾ ਸਮਾਜ ਜਿਹੜਾ ਜੇ ਸਮਾਜਿਕ ਤੌਰ ਤੇ ਗੱਲ ਕੀਤੀ ਜਾਵੇ ਤਾਂ ਮੇਰਾ ਥੋੜਾ ਜਿਹਾ ਹਟਵੀਂ ਗੱਲ ਹੈਗੀ ਆ। ਹਾਂ, ਕਿ ਜਦੋਂ ਲੜਕੀਆਂ ਦੇਖੋ ਜਨਮ ਲੈਂਦੀਆਂ, ਮਾਂ ਪਿਓ ਬੜੇ ਚਾਵਾਂ ਨਾਲ ਪਾਲਦੇ ਆ। ਮੈਂ ਇੰਡੀਆ ਦੀ ਜਿਹੜੀ ਸਾਡੀ ਬੈਕਗਰਾਉਂਡ, ਮੈਂ ਉੱਥੇ ਦੀ ਲੱਗਿਆ ਗੱਲ ਕਰਨ, ਜੋ ਆਸ-ਪਾਸ ਮੈਂ ਦੇਖਿਆ, ਉਹ ਲੜਕੀਆਂ ਵੱਡੀਆਂ ਹੋਈ ਮਾਂ ਬਾਪ ਨੇ ਪਾਲੀਆਂ, ਫਿਰ ਵਿਆਹੀਆਂ, ਫਿਰ ਉਹਨਾਂ ਦੇ ਬੱਚੇ ਹੋਏ। ਤਾਂ ਜੇ ਪ੍ਰਾਹੁਣਾ ਅਗਰ ਇੱਥੋਂ ਵੀ ਇਹ ਸਾਡੇ ਸਮਾਜ ਦਾ ਇੱਕ ਹਿੱਸਾ ਆ, ਮੈਂ ਤਾਂ ਗੱਲ ਕਰਨੀ ਜ਼ਰੂਰੀ ਸਮਝਦਾ। ਜਦੋਂ ਲੜਕੀਆਂ ਦੇ ਵਿਆਹ ਹੋ ਜਾਂਦੇ, ਫਿਰ ਕਹਿੰਦੇ ਪ੍ਰਾਹੁਣਾ ਸ਼ਰਾਬ ਪੀਂਦਾ, ਪਹਿਲਾਂ ਉਹਦੀ ਸਿਫਤ ਬੜੀ ਕੀਤੀ ਜਾਂਦੀ ਹੈ। ਫਿਰ ਉਹ ਕਹਿੰਦੇ ਉਹ ਤਾਂ ਸ਼ਰਾਬ ਪੀਂਦਾ ਪਰ ਕਦੇ ਕਦੇ ਪੀਂਦਾ। ਫਿਰ ਉਹ ਪਤਾ ਤਾਂ ਲੱਗਦਾ ਜਦੋਂ ਚੱਕ ਕੇ ਘਰ ਨੂੰ ਲਿਆਉਣਾ ਪੈਂਦਾ, ਚੱਕ ਕੇ ਨਾਲ ਦੇ ਪਿੰਡ ਵਾਲੇ ਜਾਂ ਪਿੰਡ ਦੇ ਲੈ ਕੇ ਆਉਂਦੇ ਆ। ਫਿਰ ਉਹਨੂੰ ਸ਼ਰਾਬ ਪੀਣ ਤੋਂ ਕੋਈ ਨਹੀਂ ਹਟਾਉਂਦਾ, ਪਿੰਡ ਦਾ ਨਾ ਨੇੜੇ ਤੇੜੇ ਦਾ ਕੋਈ ਵੀ ਨਹੀਂ ਉਹਨੂੰ ਸਮਝਾਉਂਦਾ। ਪਰ ਜਦੋਂ ਉਹ ਪਹਿਲਾਂ ਹੀ
ਜਿਹਦਾ ਬੇਦ ਸਮੇਂ ਮੌਤੋਂ ਮਰ ਜਾਂਦਾ ਸ਼ਰਾਬ ਪੀਂਦਾ ਹੀ ਕਰਕੇ। ਜਦੋਂ ਉਹ ਬੇਆਈ ਮੌਤ ਮਰ ਗਿਆ ਤਾਂ ਫਿਰ ਉਹੀ ਜਿਹੜੇ ਬੰਦੇ ਉਹਨੂੰ ਸਮਝਾਉਂਦੇ ਨਹੀਂ ਹੈ ਨਾ, ਤਾਂ ਉਹ ਫਿਰ ਕਹਿੰਦੇ ਜੀ ਹੁਣ ਤਾਂ ਨਿਆਣੇ ਨਾਨਕਿਆਂ ਦਾ ਫਰਜ਼ ਬਣਦਾ ਜਾਂ ਚਾਚੇ ਤਾਇਆਂ ਦਾ। ਉਹ ਜੇ ਕਿਤੇ ਨਾਨਕਿਆਂ ਵਜੋਂ ਕੋਈ ਛੋਟੀ ਉਮਰ ਦਾ ਕੋਈ ਭੈਣ ਭਰਾ ਆਇਆ ਹੋਵੇ, ਉਹ ਆਪਣੀ ਜ਼ਿੰਦਗੀ ਬਸਰ ਕਰੇ, ਵਧੀਆ ਗੱਲ ਹੈ, ਕਿ ਜਾਂ ਉਹਨਾਂ ਨੂੰ ਦੇਖੇ, ਵਧੀਆ ਗੱਲ ਹੈ। ਬਿਲਕੁਲ ਬਿਲਕੁਲ। ਜਦੋਂ ਫਿਰ ਉਹ ਬੱਚਿਆਂ ਨੂੰ ਦੇਖਦਾ ਆ ਤਾਂ ਉਹ ਦੇਖਦਾ ਉਹ ਮਾਮਾ ਲਾ ਲਓ ਜਾਂ ਚਾਚਾ ਲਾ ਲਓ, ਉਹ ਹੋ ਜਾਂਦਾ ਸਿਆਣਾ। ਉਹ ਤਾਂ ਉਹਦੀ ਭੁਰ ਵੀ ਨਹੀਂ ਕਦਰ ਕਰਦੇ। ਉਹ ਕਹਿੰਦੇ ਸਾਡੇ ਤਾਂ ਪਿੰਡ ਇੱਕ ਜਗ੍ਹਾ ਸੀ, ਉਹਨੂੰ ਜਦੋਂ ਥੱਲੇ ਨੂੰ ਦੇਖੋ ਤਾਂ ਪਾਣੀ ਹੁੰਦਾ, ਅਸਮਾਨ ਨੂੰ ਦੇਖੋ ਤਾਂ ਧਰਤੀ ਘੁੰਮਦੀ। ਉਹ ਤਾਂ ਆਪਣੇ ਇੱਟਾਂ ਦੇ ਕੋਲੋਂ ਗੱਲਾਂ ਬਣਾ ਕੇ ਦੱਸੀ ਜਾਂਦੀ, ਅਸੀਂ ਤਾਂ ਉੱਥੇ ਮੱਥਾ ਟੇਕਣ ਜਾਂਦੇ ਸੀ ਤਾਂ ਸਾਡੇ ਦਿਨ ਫਿਰ ਗਏ। ਤਾਂ ਜਾਂ ਸਾਡੇ ਪਿੰਡ ਕਹਿੰਦੇ ਕੋਈ ਸਾਧ ਸੀਗਾ ਜਾਂ ਡੇਰਾ, ਜਿੱਥੇ ਵੀ ਜਾਂਦੇ ਕਹਿੰਦੇ ਸਾਨੂੰ ਉਹਦੀ ਕਿਰਪਾ ਹੋਈ ਸੀ, ਅਸੀਂ ਤਾਂ ਬਾਹਰ ਆ ਗਏ ਆ। ਉਹ ਜਾਣੀ ਕਿ ਨਾਨਕਿਆਂ ਦਾ ਇਹੋ ਜਿਹਾ ਮਲੀਆ ਮੇਟ ਕਰਨਾ ਚਾਹੁੰਦੇ ਆ, ਤੇ ਉਹ ਫਿਰ ਗੰਦ ਇੰਨਾ ਫੈਲਾਉਂਦੇ ਨਾਨਕਿਆਂ ਨੂੰ, ਜਿੱਦਾਂ ਦੇ ਨਾਨਕਿਆਂ ਨੂੰ ਉਹਨੂੰ ਚੱਕਿਆ ਤਾਂ ਨੂੰ ਉਹਨਾਂ ਹੀ ਉਹ ਨਾਨਕਿਆਂ ਨੂੰ ਥੱਲੇ ਡੋਬ ਦਿੰਦੇ ਆ। ਇਹ ਵੀ ਇੱਕ ਸਾਡੇ ਸਮਾਜ ਦਾ ਹਿੱਸਾ ਆ। ਬਿਲਕੁਲ ਬਿਲਕੁਲ, ਤੁਹਾਡੀ ਗੱਲ ਇਹ ਬਿਲਕੁਲ ਠੀਕ ਹੈ ਪ੍ਰੇਮ ਜੀ। ਪਰ ਤੁਸੀਂ ਇਹ ਦੱਸੋ ਪ੍ਰੇਮ ਜੀ, ਯਾਨੀ ਕਿ ਇੱਥੇ ਆਪਾਂ ਇੰਨੇ ਸਾਲਾਂ ਦੇ ਆਏ ਹਾਂ ਜੀ, ਇੱਥੇ ਅਸੀਂ ਆਪਣੇ ਘਰ ਵਿੱਚ ਗੱਲਾਂ ਅਸੀਂ ਬੜੀਆਂ ਕਰਦੇ ਹਾਂ, ਵੀ ਸਾਡੇ ਨਾਲ ਜੀ ਫਲਾਨੀ ਜਗ੍ਹਾ 'ਤੇ ਡਿਸਕ੍ਰਿਮੀਨੇਸ਼ਨ ਹੁੰਦੀ ਆ, ਜਾਤ ਦੇ ਨਾਂ 'ਤੇ ਡਿਸਕ੍ਰਿਮੀਨੇਸ਼ਨ ਹੁੰਦੀ ਆ, ਸਾਡੇ ਨਾਲ ਜੀ ਧਰਮ ਦੇ ਨਾਂ 'ਤੇ ਹੁੰਦੀ, ਸਾਡੇ ਜੀ ਰੰਗ ਦੇ ਕਲਰ ਦੇ ਹਿਸਾਬ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ। ਪਰ ਅਸੀਂ ਯਾਨੀ ਕਿ ਜਿਹੜੀ ਆਪ ਡਿਸਕ੍ਰਿਮੀਨੇਸ਼ਨ ਕਰਦੇ ਹਾਂ ਆਪਣੀਆਂ ਬੱਚੀਆਂ ਨਾਲ, ਆਪਣੀਆਂ ਗੱਲਾਂ ਤਾਂ ਬੜੀਆਂ ਅਸੀਂ ਕਰਦੇ ਹਾਂ, ਮਾਵਾਂ ਠੰਡੀਆਂ ਛਾਵਾਂ, ਯਾਨੀ ਕਿ ਉਹ ਜਿਹੜੀ ਜਿਸ ਤਰ੍ਹਾਂ ਮੈਂ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ ਹੈ ਵੀ ਜਿਹੜੀ ਬੱਚੀ ਹੈਗੀ ਉਹਨੇ ਕੱਲ੍ਹ ਨੂੰ ਕਿਸੇ ਦੀ ਮਾਂ ਵੀ ਬਣਨਾ ਹੈਗਾ, ਕਿਸੇ ਦੀ ਭੈਣ ਹੈ, ਕਿਸੇ ਦੀ ਪਤਨੀ ਬਣਨਾ ਉਹਨੇ, ਅਤੇ ਪਰ ਅਸੀਂ ਬਰਾਬਰ ਦੇ ਹੱਕ ਦੇ ਕੇ ਰਾਜੀ ਨਹੀਂ ਹੈ। ਕਿਉਂ ਨਹੀਂ? ਇਹ ਸਾਡੇ 'ਚ ਘਰ ਤੋਂ ਹੀ ਕਮੀ ਆ। ਜਿੰਨੇ ਅਸੀਂ ਧਾਰਮਿਕ ਜ਼ਿਆਦਾ ਆ, ਮੈਂ ਇੱਥੇ ਵੀ ਗੱਲ ਲੈ ਕੇ ਆਉਣਾ, ਜਿਹੜੀਆਂ ਅਸੀਂ ਸਟੇਜਾਂ 'ਤੇ ਗੱਲਾਂ ਕਰਦੇ, ਮੈਂ ਆਪ ਅੱਖੀ ਦੇਖਿਆ ਸਟੇਜਾਂ 'ਤੇ ਉੱਤਰਦੇ ਸਾਰਿਆਂ ਦੇ ਖਿਆਲ ਹੋਰ ਹੁੰਦੇ ਆ। ਸਭ ਤੋਂ ਜ਼ਿਆਦਾ ਜਿੰਨੇ ਲੋਕ ਧਾਰਮਿਕ ਵੀ ਮੈਂ ਨਜ਼ਰ 'ਚ ਇਹਨਾਂ ਦੇ ਘਰ ਜਾ ਕੇ ਦੇਖੋ, ਇਹਨਾਂ ਦੇ ਬੱਚੇ ਜਿੱਦਾਂ ਐਨ ਊਰੇ ਹੁੰਦੇ ਨਾ, ਏਦਾਂ ਬੰਦ ਕੀਤੇ ਹੁੰਦੇ ਆ। ਤਾਂ ਇਹਨਾਂ ਦੇ ਜਦੋਂ ਸਟੇਜ ਤੇ ਵਿਚਾਰ ਹੋਰ ਹੁੰਦੇ ਆ, ਤਾਂ ਘਰ ਦੇ ਵਿੱਚ ਵਿਚਾਰਿਆਂ ਦੀ ਬਹਿਣੀ ਉੱਠਣੀ ਹੋਰ ਤਰ੍ਹਾਂ ਦੀ ਹੁੰਦੀ ਆ। ਉਹਦੇ ਨਾਲ ਉਹ ਵਾਤਾਵਰਨ ਜਿਹੜਾ ਬਹੁਤ ਟਾਈਟ ਜਿਹਾ ਮਹਿਸੂਸ ਹੁੰਦਾ। ਇਸ ਕਰਕੇ ਕਿ ਬੱਚਿਆਂ ਨੂੰ ਉਹ ਜਿਹੜੀ ਫੀਲਿੰਗ ਆ ਉਹ ਗਾਂ ਉਹਨਾਂ ਤੇ ਇੱਕ ਦੂਸਰੇ ਨੂੰ ਗਰੋਪ ਹੁੰਦੀ ਗਾਂ ਵੱਧਦੀ ਰਹਿੰਦੀ ਆ। ਇਹਦਾ ਮਤਲਬ ਅਸੀਂ ਇਹ ਦੋ ਗੱਲਾਂ ਇਨਕੇ ਸਾਹਮਣੇ ਆਉਂਦੀਆਂ ਪ੍ਰੇਮ ਜੀ, ਇੱਕ ਤਾਂ ਵੀ ਅਸੀਂ ਪਖੰਡੀ ਬਹੁਤ ਹਾਂ, ਦੂਸਰਾ ਇਨਕੇ ਅਸੀਂ ਰੋਲ ਮਾਡਲ ਨਹੀਂ ਹੈਗੇ। ਇਹ ਗੱਲ ਹੋਈ? ਨਹੀਂ ਜੀ, ਰੋਲ ਮਾਡਲ ਨਹੀਂ ਹੈਗੇ। ਰੋਲ ਕਰਨ ਲਈ ਤਿਆਰ ਰਹੀਦਾ ਆ, ਪਰ ਉਹਨਾਂ ਕਰੀਦਾ ਜਿੰਨਾ ਕਿ ਸਾਨੂੰ ਡਰਾਮੇ ਜੇ ਵਿੱਚ ਵਾਂਗੂ ਵਧੀਆ ਲੱਗੇ ਤਾਂ ਲੋਕ ਸਾਡੀ ਤਾਰੀਫ ਕਰਨ ਲੱਗ ਪੈਣ। ਵੀ ਅਸੀਂ ਤਮਾਸ਼ਬੀਨ ਹਾਂ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤਮਾਸ਼ਾ ਦੇਖਦੇ ਅਸੀਂ ਤਮਾਸ਼ਬੀਨ ਹਾਂ। ਹਾਂਜੀ, ਨਹੀਂ ਤਾਂ ਜਿੱਦਾਂ ਦਾ ਇਹ ਕੰਟਰੀ ਆ, ਇਹ ਇੰਨੀ ਸੋਹਣੀ ਕੰਟਰੀ, ਇਹਨੂੰ ਤਾਂ ਹੋਰ ਵੀ ਬਹੁਤ ਵਧੀਆ ਬਣਾ ਸਕਦੇ ਸੀ ਅਸੀਂ ਹਿੱਸਾ ਪਾ ਕੇ। ਅਸੀਂ ਤਾਂ ਸਿਰਫ ਆਪਣੇ ਜਿੱਦਾਂ ਲਾ ਲਓ ਧਾਰਮਿਕ ਸਥਾਨ ਆਪ ਆਪਣੇ ਬਣਾ ਲਏ, ਗੌਰਮੈਂਟ ਨੇ ਖੋਲ੍ਹ ਦਿੱਤੀ। ਉਹ ਕਹਿੰਦੇ ਤੁਸੀਂ, ਪਰ ਜਿੱਦਾਂ ਗੌਰਮੈਂਟ ਸੋਚਦੀ ਆ, ਉਹ ਕਹਿੰਦੀ ਤੁਸੀਂ ਕਿਸੇ ਦਾ ਬੁਰਾ ਥੋੜ੍ਹੀ ਕਰ ਰਹੇ ਆ, ਜਾਓ ਜਿਹੜਾ ਤੁਹਾਡਾ ਧਰਮ ਹੈ ਉਹਨੂੰ ਮੰਨੋ, ਸਤਿਕਾਰ ਕਰੋ। ਪਰ ਉਹ ਸਾਡੇ ਲਈ ਇਹ ਦੇਖਣ 'ਚ ਆ ਰਿਹਾ ਵੀ ਜਿੱਦਾਂ ਜਿੱਦਾਂ ਧਰਮ ਜ਼ਿਆਦਾ ਫੈਲ ਗਏ, ਉਦੋਂ ਤਾਂ ਜਾਤਾਂ ਪਾਤਾਂ ਵੀ ਇੱਥੇ ਜ਼ਿਆਦੀਆਂ ਆਪਣੇ ਆਪ ਹੀ ਆ ਗਈਆਂ, ਉਦਾਂ ਦੇ ਹਾਲਾਤ ਹੀ ਬਣ ਗਏ। ਬਿਲਕੁਲ ਬਿਲਕੁਲ, ਜਿੱਥੋਂ ਅਸੀਂ ਆਏ ਸੀਗੇ ਉਹ ਚੀਜ਼ਾਂ ਅਸੀਂ ਇੱਥੇ ਪੈਦਾ ਕਰ ਲਈਆਂ। ਇਹ ਦੇ ਰਹੇ ਆ, ਰੱਬ ਇੱਕ ਹੈ, ਜੇ ਰੱਬ ਇੱਕ ਹੁੰਦਾ ਤਾਂ ਬਿਲਡਿੰਗਾਂ ਕਿਉਂ ਤਰ੍ਹਾਂ ਤਰ੍ਹਾਂ ਦੀਆਂ ਹੋਈਆਂ ਸੀ। ਪਰ ਜਿਹੜੇ ਅਸੀਂ ਪਾਪ ਕਰਦੇ ਹੈਗੇ ਹਾਂ, ਜੋ ਡਿਸਕ੍ਰਿਮੀਨੇਸ਼ਨ ਕਰਦੇ ਹਾਂ ਆਪਣੀਆਂ ਬੱਚੀਆਂ ਨਾਲ ਕਰਦੇ ਹਾਂ, ਅਤੇ ਜਿੰਨੀਆਂ ਵੀ ਔਰਤ ਦੇ ਜਿੰਨੇ ਵੀ ਸਾਡੇ ਰਿਸ਼ਤੇ ਉਹਨਾਂ ਨਾਲ ਕਰਦੇ ਹਾਂ, ਅਤੇ ਅਸੀਂ ਪਾਪੀ ਨਹੀਂ ਫਿਰ ਜਿਹੜੇ ਰੱਬ ਨੂੰ ਮੰਨਦੇ ਜਾਂ ਭਗਵਾਨ ਨੂੰ ਜਾਂ ਜਿਹੜੇ ਵੀ ਅੱਲਾਹ ਨੂੰ, ਜੋ ਕੁਛ ਵੀ ਜਿਹੜਾ ਵੀ ਹੈਗਾ ਉਹ ਅਕੀਦੇ ਨੂੰ ਆਪਣੇ ਨੂੰ ਮੰਨਦੇ ਲੈ, ਵੀ ਉਹ ਫਿਰ ਜਾ ਕੇ ਨਰਕ ਵਿੱਚ ਆਪਣਾ ਭੁਗਤਣਗੇ। ਨਹੀਂ, ਉਹਨਾਂ ਨੂੰ ਖੁਦ ਉਹ ਨਹੀਂ ਕੁਛ ਕਿਸੇ ਨੇ ਨਹੀਂ ਭੁਗਤਣਾ, ਉਹਨਾਂ ਨੂੰ ਸਗੋਂ ਜ਼ਿਆਦਾ ਪਤਾ ਵੀ ਨਰਕ ਨੂੰ ਕੁਛ ਨਹੀਂ ਹੈਗਾ। ਜਦੋਂ ਲੋਕਾਂ ਨੂੰ ਉਹ ਕਹਿਣ ਲੱਗ ਪੈਂਦੇ ਆ ਜੇ ਤੁਸੀਂ ਇੱਦਾਂ ਕੀਤੀ ਤਾਂ ਤੁਹਾਡੇ ਤੱਤੇ ਤੇਲ 'ਚ ਤੁਹਾਡਾ ਇੱਦਾਂ ਹੋਣਾ, ਫਲਾਨਾ ਹੋਣਾ ਕੁਛ ਨਹੀਂ। ਉਹ ਸਿਰਫ ਇਹਨਾਂ ਨੂੰ ਜ਼ਿਆਦਾ ਪਤਾ। ਇਹ ਲੋਕ ਇੱਦਾਂ ਫਸ ਜਾਂਦੇ ਇਸ ਜਾਲ ਦੇ ਵਿੱਚ, ਪਰ ਇੱਦਾਂ ਦਾ ਇਹਨਾਂ ਨੂੰ ਜ਼ਿਆਦਾ ਪਤਾ ਵੀ ਕੀ ਹੈਗਾ ਕੀ ਨਹੀਂ। ਇਸ ਕਰਕੇ ਇਹ ਜ਼ਿਆਦਾ ਇਹ ਵੀ ਇੱਦਾਂ ਦੇ ਕੰਮ ਕਰ ਰਹੇ ਆ ਜਿਹੜੇ ਸਾਨੂੰ ਸਿੱਖਿਆ ਦੇ ਰਹੇ ਆ। ਓਕੇ ਪ੍ਰੇਮ ਜੀ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਪ੍ਰੇਮ ਚਮਕੀਲਾ ਹੋਣੀ, ਜਿਹੜੇ ਕਿ ਬਹੁਤ ਹੀ ਵਧੀਆ ਗਾਉਂਦੇ ਹੈਗੇ ਆ, ਬੜੇ ਵਧੀਆ ਇਨਸਾਨ ਹੈਗੇ। ਤੁਸੀਂ ਵੀ ਜਿਹੜਾ ਹੈਗਾ ਟੈਲੀਫੋਨ ਕਾਲਸ ਕਰਕੇ ਸਾਡੇ ਨਾਲ ਜਿਹੜਾ ਆਪਣਾ ਵਿਚਾਰ ਹੈਗੇ ਸਾਡੇ ਨਾਲ ਸਾਂਝੇ ਕਰ ਸਕਦੇ ਆ। 08000 886 404 ਨੰਬਰ ਹੈਗਾ। ਕਿਉਂਕਿ ਨਹੀਂ ਤਾਂ ਆਮ ਕਰਕੇ ਤੁਸੀਂ ਕਹਿੰਦੇ ਹੋ ਸਾਨੂੰ ਟੈਲੀਫੋਨ ਕਾਲਸ ਨਹੀਂ ਮਿਲਦੀਆਂ ਹੈਗੀਆਂ। ਹੁਣ ਤਾਂ 6 ਕਾਲ ਜਿਹੜੀਆਂ ਹੈਗੀਆਂ ਸਾਡਾ ਜਿਹੜਾ ਸਿਸਟਮ ਹੈਗਾ ਉਹ ਹੋਲਡ ਕਰ ਸਕਦਾ ਹੈਗਾ। ਸੋ ਵਨ ਆਫਟਰ ਦੀ ਅਦਰ, ਸੋ ਯੂ ਆਰ ਵੈਲਕਮ। ਖਾਸ ਕਰਕੇ ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਮੇਰਾ ਨਾਮ ਪੁਰਸ਼ੋਤਮ ਹੈ ਡਾਕਟਰ ਸਾਹਿਬ। ਹਾਂਜੀ, ਕੀ ਕਹਿਣਾ ਚਾਹੋਗੇ ਭਾਜੀ? ਦੇਖ ਲਓ, ਇਹ ਤੁਹਾਡਾ ਜਿਹੜਾ ਟੌਪਿਕ ਆ ਅਵੇਅਰਨੈਸ ਹੈਗਾ ਆ, ਇਹ ਪੇ ਬੈਕ ਟੂ ਮੈਨਕਾਈਂਡ ਆ। ਹਾਂਜੀ, ਬਹੁਤ ਸੋਹਣਾ ਟੌਪਿਕ ਆ। ਔਰ ਇਹਦੇ ਵਿੱਚ ਮੈਂ ਦੇਖਿਆ ਕਿ ਜਿਹੜੀ ਕੈਂਸਰ ਆ, ਔਰ ਇਹਦੇ ਚੋਂ ਨਿਕਲਣ ਵਾਸਤੇ ਤਾਂ ਸਾਨੂੰ ਐਜੂਕੇਟ ਹੀ ਹੋਣਾ ਪੈਣਾ ਆ।
ਔਰ ਐਜੂਕੇਸ਼ਨ ਜਿਹੜੀ ਆ ਜਦੋਂ ਅਸੀਂ ਬੱਚਿਆਂ ਨੂੰ ਦਿੱਤੀ, ਉਹਨਾਂ ਨੂੰ ਵੀ ਟਾਈਮ ਲੱਗੇਗਾ ਕਿਉਂਕਿ ਅਸੀਂ ਉਹਨਾਂ ਦੀ ਆਲਰੇਡੀ ਜਿਹੜੀ ਉਹਨਾਂ ਦੀ ਅਪਬ੍ਰਿੰਗਿੰਗ ਹੈ ਨਾ, ਉਹਨਾਂ ਦੇ ਵਿੱਚ ਵੀ ਵਿਤਕਰਾ ਕੀਤਾ, ਬਿਲਕੁਲ ਕੀਤਾ, ਬਿਲਕੁਲ। ਤੇ ਉਹਨਾਂ ਨੂੰ ਟਾਈਮ ਲੱਗੇਗਾ, ਪਰ ਜਦੋਂ ਐਜੂਕੇਟ ਹੋ ਜਾਣਗੇ ਉਹ ਤਾਂ ਸਾਡੇ ਨਾਲੋਂ ਤਾਂ ਗਾਹਾਂ ਹੀ ਵਧੇ ਹੋਣਗੇ, ਉਹਨਾਂ ਨੇ ਆਪ ਨਿਕਲਣਾ ਆ। ਔਰ ਮੈਂ ਤੁਹਾਨੂੰ ਆਪਣੀ ਸਟੋਰੀ ਦੱਸਣੀ ਚਾਹੁੰਦਾ। ਹਾਂਜੀ। ਮੈਂ ਲੜਕੀਆਂ ਦਾ ਬਾਪ ਆ। ਹਾਂਜੀ। ਤੇ ਅਸੀਂ ਅਫਰੀਕਾ ਸੀ, ਤੇ ਮੇਰਾ ਦੋਸਤ ਨਾ ਉਹ ਸੈਂਟਰਲ ਬੈਂਕ ਆਫ ਅਫਰੀਕਾ ਦਾ ਹੈਡ ਆ, ਡਾਕਟਰ ਐਂਡਰੂ ਮੁਲੇਈ। ਹਾਂਜੀ। ਤੇ ਉਹ ਮੈਨੂੰ, ਅਸੀਂ ਗੱਲਾਂ ਕਰ ਰਹੇ ਸੀ ਘਰ ਦੀਆਂ ਹੀ, ਤਾਂ ਉਹ ਮੈਨੂੰ ਰਿਵਾਜ ਪੁੱਛਦਾ ਸੀ, ਤੇ ਅਸੀਂ ਉਹਨੂੰ ਦੱਸਦੇ ਸੀ ਕਿ ਵੀ ਸਾਡੇ ਡਾਊਰੀ ਤਾਂ ਨਹੀਂ ਹੈਗੀ, ਪਰ ਅਸੀਂ ਇੰਨਾ ਕੁ ਨਿਆਣਿਆਂ ਨੂੰ ਪੜ੍ਹਾ ਕੇ ਨਾ GC ਤੇ O ਲੈਵਲ A ਲੈਵਲ ਲਈ ਪੜ੍ਹਾ ਕੇ ਵਿਆਹ ਕਰ ਦਿੰਦੇ ਆ। ਤਾਂ ਉਹ ਜਿਹੜਾ ਡਾਕਟਰ ਮੁਲੇਈ ਆ, ਉਹਨਾਂ ਦਾ ਪਿੰਡ ਸਾਰਾ PhDs ਆ। ਅੱਛਾ। ਹਾਂਜੀ। ਔਰ ਮੈਨੂੰ ਆਪਣੇ ਰਿਜ਼ਰਵ ਘਰਾਂ 'ਚ ਵੀ ਲੈ ਕੇ ਗਏ, ਮੈਂ ਤਾਂ ਦੇਖਿਆ ਗੇਟਕੀਪਰ ਵੀ ਉਹਦਾ PhD ਸੀ। ਵਾਹ। ਅੱਛਾ। ਤੇ ਉਹ ਮੈਨੂੰ ਨਾ ਇਹ ਕਹਿੰਦਾ ਕਿ ਜੇ ਤੁਸੀਂ ਦਾਜ ਨਾ ਦਿਓ ਤੇ ਨਾ ਆਹ ਜਿਹੜੇ ਆਪਣੇ ਵਿਆਹ ਦੀਆਂ ਰੋਟੀਆਂ ਵਗੈਰਾ ਇਹ ਕਰਦੇ ਆ ਖਰਚੇ ਨਾ ਕਰੋ, ਉਹਨਾਂ ਖਰਚਾ ਆਪਣੇ ਬੱਚਿਆਂ ਨੂੰ ਪੜ੍ਹਾਉਣ ਤੇ ਲਾ ਦਿਓ। ਐਬਸੋਲੂਟਲੀ। ਔਰ ਉਹ ਜਿਹੜੀਆਂ ਬੱਚੀਆਂ ਆ ਐਟਲੀਸਟ ਫੇਰ ਕਿਸੇ ਵੱਲ ਪਿੱਛੇ ਨਹੀਂ ਦੇਖਦੀਆਂ ਕਿ ਵੀ ਮੈਨੂੰ ਕੌਣ ਸਪੋਰਟ ਕਰੇਗਾ, ਹਨਾ। ਡਾਕਟਰ ਸਾਹਿਬ, ਉੱਥੋਂ ਅਸੀਂ ਨਾ ਫਿਰ ਇੱਥੇ ਮਾਈਗ੍ਰੇਟ ਹੋਏ, ਤਾਂ ਮੈਂ ਆਪਣੀਆਂ ਬੱਚੀਆਂ ਨੂੰ ਜਿੰਨੀਆਂ ਮੇਰੇ ਵਿੱਚ ਹੋ ਸਕਦਾ ਸੀ ਉਹਨਾਂ ਹਾਇਰ ਐਜੂਕੇਸ਼ਨ ਦਿੱਤੀ। ਮੇਰੀਆਂ ਬੱਚੀਆਂ ਇੰਜੀਨੀਅਰਸ ਹੈਗੀਆਂ, ਹੁਣ ਚਾਰਟਰਡ ਅਕਾਊਂਟੈਂਟਸ ਹੈਗੀ, ਫੈਲੋ ਅਕਾਊਂਟੈਂਟਸ ਹੈਗੀਆਂ। ਤੇ ਮੈਂ ਕਿਹਾ ਕਿ ਆਹ ਜਿਹੜੀ ਚੀਜ਼ ਹੈ ਕਿ ਜਦੋਂ ਤੁਹਾਨੂੰ ਪਤਾ ਲੱਗੇਗਾ ਤੁਸੀਂ ਬੱਚਿਆਂ ਨੂੰ ਦੇ ਸਕਦੇ ਆ, ਔਰ ਬੱਚੇ ਤੁਹਾਡੇ ਤੋਂ ਬਹੁਤ ਵੱਧ ਜਾਂਦੇ ਆ। ਐਬਸੋਲੂਟਲੀ ਬਿਲਕੁਲ। ਜਦੋਂ ਤੁਸੀਂ ਐਜੂਕੇਟ ਕਰੋਗੇ ਤਾਂ ਥੋੜਾ ਵਿਤਕਰਾ ਦੂਰ ਹੋਏਗਾ। ਜਨਰਲੀ ਅਸੀਂ ਆਪਣੇ ਘਰਾਂ 'ਚ ਦੇਖੀਏ ਡਾਕਟਰ ਸਾਹਿਬ ਕਿ ਇਹ ਜਿਹੜੀ ਫੀਮੇਲ ਜਿਹੜੀ ਹੈਗੀ ਆ ਬਰਾਦਰੀ, ਇਹ ਮੇਲ ਬਰਾਦਰੀ ਤੋਂ 7 ਵਾਰੀ ਜ਼ਿਆਦਾ ਕੰਮ ਕਰਦੀਆਂ। ਬਿਲਕੁਲ। ਅਸੀਂ ਜਦੋਂ ਸੌਂ ਵੀ ਜਾਂਦੇ ਆ ਨਾ, ਤਾਂ ਸਾਡੇ ਜਿਹੜੀਆਂ ਘਰ ਵਾਲੀਆਂ ਜਾਂ ਭੈਣਾਂ ਜਾਂ ਲੜਕੀਆਂ ਵੀ ਅਜੇ ਵੀ ਤੁਸੀਂ ਦੇਖੋ ਕਿ ਕਿਚਨ 'ਚ ਹੀ ਆ। ਇਹ ਤੋਂ ਬਿਨਾਂ ਵੀ ਆਪਣੇ ਭਾਜੀ ਯਾਨੀ ਕਿ ਜਿਹੜੀ ਗੱਲ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਚਾਹੁੰਦਾ ਵੀ ਇਹਨਾਂ ਵਿੱਚ ਕੇਅਰਿੰਗ ਐਟੀਟਿਊਡ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈਗਾ। ਆਪਣਾ ਚਾਹੇ ਬੱਚਾ ਹੋਵੇ, ਚਾਹੇ ਭਰਾ ਹੈਗਾ, ਚਾਹੇ ਯਾਨੀ ਕਿ ਵਾਈਫ ਹੈਗੀ ਆ, ਤੇ ਮਾਂ ਤਾਂ ਹੈ ਹੀ ਹੈ। ਮੇਰਾ ਮਤਲਬ ਕਹਿਣ ਦਾ ਉਹ ਆਦਮੀਆਂ ਵਿੱਚ ਉਹਨਾਂ ਜਿਹੜਾ ਹੈਗਾ ਇਮੋਸ਼ਨਸ ਨਹੀਂ ਹੈ ਕੇਅਰਿੰਗ ਦੇ ਜਿੰਨੇ ਕਿ ਔਰਤਾਂ ਵਿੱਚ ਹੈ। ਬਿਲਕੁਲ। ਹਾਂਜੀ। ਬਸ ਮੈਂ ਇੰਨਾ ਕਹਿਣਾ ਚਾਹੁੰਦਾ ਕਿ ਆਪ ਜਿਹੜਾ ਤੁਸੀਂ ਕੰਮ ਕਰਦੇ ਅਵੇਅਰ ਕਰੀ ਜਾਣਾ ਹੈਗਾ ਆ ਸਾਰਿਆਂ ਨੂੰ, ਕਿਉਂਕਿ ਇਹਦੇ ਨਾਲ ਹੀ ਇਹ ਜਿਹੜੀ ਕੈਂਸਰ ਦੂਰ ਹੋਣੀ ਆ। ਨਹੀਂ, ਨਾਲ ਇੱਕ ਹੋਰ ਜਿਹੜੀ ਮੈਂ ਗੱਲ ਬੜੀ ਚੁਭਵੀਂ ਕਈਆਂ ਨੂੰ ਲੱਗਦੀ ਹੈ, ਜਦੋਂ ਬਿੱਲ ਬਣਾਉਂਦੇ ਆ ਅਸੀਂ ਉਦੋਂ ਬਰਾਬਰ ਦਾ ਹਿੱਸਾ ਦਿੰਦੇ ਨਹੀਂ ਹੈ, ਉਦੋਂ ਛਿੰਦੇ ਪੁੱਤ ਨੂੰ ਦਿੰਦੇ ਸਭ ਕੁਛ ਹੀ। ਬਿਲਕੁਲ। ਔਰ ਤੁਸੀਂ ਦੇਖ ਲਓ ਕਿ ਇਹਦੇ ਵਿੱਚ ਜਿਹੜਾ ਅਸੀਂ ਤਾਂ ਕਰਨਾ ਆ, ਜਿਹੜੀਆਂ ਘਰ ਵਾਲੀਆਂ ਆ ਜਾਂ ਲੇਡੀਜ਼ ਆ ਨਾ, ਉਹੀ ਕਰਦੀਆਂ ਆ ਕਿ ਵੀ ਤੁਸੀਂ ਕੁੜੀਆਂ ਨੂੰ ਨਹੀਂ ਦੇਣਾ, ਮੁੰਡਿਆਂ ਨੂੰ ਹੀ ਦੇਣਾ ਆ। ਉਹਦਾ ਤੁਹਾਨੂੰ ਮੈਂ ਛੋਟਾ ਜਿਹਾ ਯਾਨੀ ਕਿ ਦੱਸਦਾ, ਕਿਉਂਕਿ ਮੈਂ ਇਸ ਸਬਜੈਕਟਸ ਦੇ ਆਪਰੇਸ਼ਨ ਤੇ ਕਾਫੀ ਯਾਨੀ ਕਿ ਲਿਖਿਆ ਵੀ ਹੈ, ਅੰਗਰੇਜ਼ੀ ਵਿੱਚ ਵੀ ਕਿਤਾਬਾਂ ਮੇਰੀਆਂ ਛਪੀਆਂ। ਉਹ ਯਾਨੀ ਕਿ ਉਹਨੂੰ ਨਾ ਕਹਿੰਦੇ ਹੈਗੇ ਇੰਟਰਨਲਾਈਜ਼ ਆਪਰੇਸ਼ਨ, ਜਿਹੜਾ ਯਾਨੀ ਕਿ ਲੋਕ, ਜਿਹੜੇ ਗਰੁੱਪਸ, ਜਿਹੜੇ ਯਾਨੀ ਕਿ ਜਿੰਨੇ ਵੀ ਯਾਨੀ ਕਿ ਲੋਕੀ ਜਿਹੜੇ ਆਪਰੇਸ਼ਨ ਦੇ ਥਰੂ ਜਾਂਦੇ ਹੈਗੇ ਆ, ਉਹ ਫਿਰ ਜਿਹੜਾ ਆਪਰੈਸਰ ਹੁੰਦਾ ਹੈ ਨਾ, ਉਹਦੀ ਬੋਲੀ ਬੋਲਣ ਲੱਗ ਪੈਂਦੀਆਂ। ਦੈਟਸ ਵਾਟ ਹੈਪਨ। ਜਿੱਦਾਂ ਯਾਨੀ ਕਿ ਜੇ ਕਿਸੇ ਨੇ ਕੋਈ ਜਹਾਜ਼ ਆਪਣਾ ਹਾਈਜੈਕ ਕਰ ਲਿਆ ਹੈਗਾ, ਤਾਂ ਉਹ ਜਿਹੜਾ ਹਾਈਜੈਕਰ ਹੈਗਾ ਵੀ ਸਬਮਿਟ ਉਹਦੀ ਯਾਨੀ ਕਿ ਹਰ ਗੱਲ ਨੂੰ ਅਸੀਂ ਮੰਨਣਾ ਸ਼ੁਰੂ ਕਰ ਦਿੰਦੇ ਹੈਗੇ। ਸੋ ਦੈਟਸ ਵਾਟ ਹੈਪਨਸ। ਬਿਲਕੁਲ। ਇਸ ਕਰਕੇ ਮੈਂ ਉਹਨਾਂ ਔਰਤਾਂ ਨੂੰ ਕਸੂਰਵਾਰ ਨਹੀਂ ਇੰਨਾ ਸਮਝਦਾ, ਕਿਉਂਕਿ ਇਟਸ ਇਸ਼ੂ ਆਫ ਪਾਵਰ, ਐਂਡ ਆਦਮੀਆਂ ਕੋਲ ਪਾਵਰ ਹੈਗੀ, ਔਰਤਾਂ ਕੋਲ ਨਹੀਂ ਹੈ। ਬਿਲਕੁਲ। ਓਕੇ ਭਾਜੀ, ਬਹੁਤ ਮਿਹਰਬਾਨੀ ਜੀ। ਥੈਂਕਸ ਫਾਰ ਕਹਿਣਾ ਚਾਹੁੰਦਾ ਡਾਕਟਰ ਸਾਹਿਬ, ਤੁਸੀਂ ਨਾ ਲਿਟ ਕੈਂਡਲ ਆ, ਤੁਸੀਂ ਆਪਣਾ ਕੰਮ ਲਾਈਟ ਹੋਰ ਕੈਂਡਲਾਂ ਨੂੰ ਕਰੀ ਚੱਲੋ। ਗੋਡ ਬਲੈਸ ਯੂ। ਥੈਂਕ ਯੂ ਵੈਰੀ ਮਚ। ਇਹ ਤਾਂ ਸੀ ਜੀ ਪੁਰਸ਼ੋਤਮ ਉਮਰ ਸਾਹਿਬ, ਬਹੁਤ ਹੀ ਪਿਆਰੀਆਂ ਗੱਲਾਂ ਕਰਕੇ ਗਏ ਹੈਗੇ ਆ, ਤੇ ਪ੍ਰੈਕਟੀਕਲ ਗੱਲਾਂ ਕੀਤੀਆਂ, ਕਿ ਪ੍ਰੈਕਟੀਕਲ ਇਹਨਾਂ ਨੇ ਜ਼ਿੰਦਗੀ ਜੀ ਵੀ ਹੈ। ਜਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਇੰਨੀ ਉੱਚ ਵਿੱਦਿਆ ਦਿੱਤੀ ਹੈਗੀ ਆ, ਜਿਹੜੀ ਕਿ ਆਪਣੇ ਪੈਰਾਂ 'ਤੇ ਖੜੀਆਂ ਹੋਈਆਂ ਹੈਗੀਆਂ, ਤੇ ਇਹ ਜਿਹੜੀ ਗੱਲਾਂ ਹੈਗੀਆਂ ਅਸੀਂ ਆਪ ਵੀ ਇੱਕ ਜਦੋਂ ਤੁਸੀਂ ਰੋਲ ਮਾਡਲ ਬਣਦੇ ਹੈਗੇ ਆ,
तो फिर जी हैगी गल मैं समझ लो किसी पासे लगती है। नहीं तो गल्लां करन असीं बड़ियां करते हैं, दिखावे असीं बड़े करते हैं। ये गल बिल्कुल ठीक है कि जिन्ना पैसा असीं ब्याह ते खर्च करते हैं जां इनके होर जिहड़े असीं इदां दे जिहड़े करते हैं काम। हेलो जी, कौन ते जी, कित्थों बोलते? वेलकम है जी। हेलो जी डॉक्टर साहब, मैं हरबंस साहब बोल रहा साउथ वाल तो। हाँ जी, की हाल है जी मिर्जा साहब? मेहरबानी। हाँ जी, की कहना चाहोगे? डॉक्टर साहब ਜਿਹੜਿਆਂ ਤੁਸੀਂ ਲੇਖ ਪੜਿਆ, ਹਾਂਜੀ ਹਾਂਜੀ, ਜਾਂ ਜਿਹੜੇ ਕਾਲਰ ਆਇਆ ਉਹਨਾਂ ਨੇ ਮੇਰੇ ਵਾਸਤੇ ਕੋਈ ਚੀਜ਼ ਛੱਡੀ ਨਹੀਂ। ਉਹ ਨਾ ਨਾ, ਤੁਸੀਂ ਤਾਂ ਮਹਾਰਾਜ ਸਕਾਲਰ ਆ, ਇਦਾਂ ਨਾ ਕਹੋ, ਤੁਸੀਂ ਤੁਹਾਡੇ ਕੋਲ ਬਹੁਤ ਕੁਛ ਆ। ਦੇਖੋ ਗੱਲ ਇਦਾਂ ਆ, ਹਾਂਜੀ ਹਾਂਜੀ, ਤੁਸੀਂ ਬਹੁਤ ਸਾਰੇ ਆਪਣੇ ਲੇਖ ਸਵਾਲ ਉਠਾਏ ਆ। ਹਾਂਜੀ, ਔਰ ਕਮੈਂਟਸ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਉਠਾਏ ਆ। ਮੈਂ ਇੰਨੇ ਕਹਿਣਾ ਚਾਹੁੰਦਾ ਆ ਕਿ ਵਿਦਿਆ ਲੈਣ ਦਾ ਤਾਂ ਹੀ ਫਾਇਦਾ ਹੈ ਜੇ ਉਹਦੇ ਚੋਂ ਵਿਚਾਰ ਪੈਦਾ ਕਰਕੇ ਆਪਣੇ ਕੋਈ ਸਿੱਖਿਆ ਜਾਵੇ। ਐਬਸੋਲੂਟਲੀ। ਜੇ ਅਸੀਂ ਸਿੱਖਦੇ ਨਹੀਂ ਤਾਂ ਕੁਛ ਉਹ ਵਿਦਿਆ ਲੈਣ ਦਾ ਕੋਈ ਫਾਇਦਾ ਨਹੀਂ, ਜੇ ਅਸੀਂ ਆਪਣੇ ਬਿਹੇਵੀਅਰ ਨੂੰ ਚੇਂਜ ਨਹੀਂ ਕਰਦੇ ਹੈਗੇ। ਬਿਲਕੁਲ। ਹੁਣ ਸਵਾਲ ਇਹ ਹੈ ਕਿ ਤੁਸੀਂ ਇੱਥੇ ਆਏ ਆ ਤੇ ਇੱਥੇ ਪਰਮਾਨੈਂਟ ਰਹਿਣਾ ਕਿ ਨਹੀਂ ਰਹਿਣਾ। ਜੇ ਤਾਂ ਤੁਸੀਂ ਪਰਮਾਨੈਂਟ ਰਹਿਣਾ, ਪਰਮਾਨੈਂਟ ਰਹਿਣ ਵਾਸਤੇ ਤੁਹਾਨੂੰ ਇਸ ਸੋਸਾਇਟੀ ਦਾ ਜਾਣਨਾ ਜ਼ਰੂਰੀ ਆ, ਇਹਦੇ ਰੀਤੀ ਰਿਵਾਜ, ਇਹਦੇ ਕਲਚਰ ਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਆ, ਸਪੈਸ਼ਲੀ ਇਹਦੀ ਲੈਂਗੁਏਜ ਦੇ ਬਾਰੇ ਬਹੁਤ ਜ਼ਰੂਰੀ ਆ, ਤਾਂ ਕਿ ਤੁਸੀਂ ਜਦ ਤੁਹਾਡੇ ਜਿਹੜੇ ਵਿਚਾਰ ਹੈ ਉਹ ਤਾਂ ਹੀ ਬਦਲਣਗੇ ਜੇ ਤੁਸੀਂ ਇਹਨਾਂ ਦੀ ਲੈਂਗੁਏਜ ਜਾਣਦੇ ਹੋਗੇ ਤੇ ਇਹਨਾਂ ਦੇ ਸਾਰੇ ਕਿਤਾਬਾਂ ਚੋਂ ਇਹਨਾਂ ਦੇ ਕਲਚਰ ਦੇ ਬਾਰੇ ਜਾਣ ਲਓਗੇ। ਬਿਲਕੁਲ, ਫਿਰ ਹੀ ਤੁਹਾਡੇ ਮਨ 'ਚ ਤਬਦੀਲੀ ਆਏਗੀ। ਹੁਣ ਮੈਂ ਇੱਥੇ ਆਇਆ 1961 ਦੇ ਵਿੱਚ। ਹਾਂਜੀ। ਮੈਂ ਇੰਡੀਆ 'ਚ ਵੀ ਆਪਣੀ ਲੜਕੀਆਂ ਭੈਣਾਂ ਵਾਸਤੇ ਕੀਤਾ, ਆਪਣੇ ਪੇਰੈਂਟਸ ਨੂੰ ਕਿ ਇਹਨਾਂ ਨੂੰ ਪੜ੍ਹਾਓ, ਔਰ ਮੇਰੇ ਉਸ ਕਹਿਣ ਤੇ ਉਹਨਾਂ ਨੇ ਪੜ੍ਹੇ ਲਿਖੇ ਸੀ, ਇਸ ਕਰਕੇ ਉਹਨਾਂ ਨੇ ਸਮਝ ਲਿਆ ਤੇ ਉਹਨਾਂ ਨੂੰ ਪੜ੍ਹਾਇਆ, ਕਾਫੀ ਹਾਈ ਲੈਵਲ ਤੱਕ ਪੜ੍ਹਾਇਆ। ਠੀਕ ਹੈ, ਠੀਕ ਹੈ, ਠੀਕ ਹੈ। ਇੱਥੇ ਵੀ ਜਦੋਂ ਜਦੋਂ ਮੈਂ ਆਇਆ, ਮੇਰੀ ਵਾਈਫ ਪੜ੍ਹੀ ਲਿਖੀ ਸੀ, MA BEd ਸੀਗੀ, ਤਾਂ ਉਹਨੇ ਮੈਨੂੰ ਕਿਹਾ ਵੀ ਅਸੀਂ ਬੱਚੇ ਨੂੰ ਪੜ੍ਹਾਉਣਾ, ਤੇ ਪ੍ਰੋਫੈਸਰ ਸਾਹਿਬ ਅਸੀਂ ਲੜਕੀ ਨੂੰ 3 ਸਾਲ ਦੀ ਨੂੰ ਪ੍ਰਾਈਵੇਟ ਸਕੂਲੇ ਪਾਤਾ। ਵੰਡਰਫੁਲ, ਵੰਡਰਫੁਲ, ਵੰਡਰਫੁਲ। ਅੱਛਾ ਜੀ, ਸਮਝੇ ਨਾ ਗੱਲ? ਅਸੀਂ 5-6 ਸਾਲ ਦੀ ਨੂੰ ਨਹੀਂ ਪਾਇਆ, ਲੇਕਿਨ ਅਸੀਂ ਲੜਕੇ ਨੂੰ ਪਹੁੰਚੇ ਥੋੜਾ ਲੇਟ ਹੋ ਗਏ, ਉਹਨੂੰ ਵੀ ਅਸੀਂ 7 ਸਾਲ ਦੀ ਉਮਰ 'ਚ ਪ੍ਰਾਈਵੇਟ ਸਕੂਲੇ ਪਾਤਾ। ਸੋ ਅਸੀਂ ਦੋਨੇ ਬੱਚੇ ਜਿਹੜੇ ਆ ਇਹਨਾਂ ਦੇ ਸਕੂਲਾਂ 'ਚ ਪੜ੍ਹਾਏ ਤਾਂ ਕਿ ਇਹਨਾਂ ਨੂੰ ਇਹਨਾਂ ਦੇ ਸਕੂਲਾਂ ਦੀ, ਇਹਨਾਂ ਦੇ ਕਲਚਰ ਦਾ ਪਤਾ ਲੱਗੇ, ਕਿਉਂਕਿ ਇਹਨਾਂ ਨੇ ਇੱਥੇ ਰਹਿਣਾ ਆ। ਫਿਰ ਮੇਰੀ ਲੜਕੀ ਨੇ BSc ਫਾਈਨੈਂਸ ਮੈਨੇਜਮੈਂਟ ਦੀ ਕੋਰਸ ਕੀਤਾ, ਯੂਨੀਵਰਸਿਟੀ, ਦੋਨੇ ਯੂਨੀਵਰਸਿਟੀ ਗਏ। ਠੀਕ ਹੈ। ਮੇਰੀ ਇੱਕ ਭਾਣਜੀ ਆ, ਉਹ ਲਾਅ ਪ੍ਰੋਫੈਸਰ ਆ ਲਵਲੀ ਯੂਨੀਵਰਸਿਟੀ 'ਚ। ਅੱਛਾ ਜੀ, ਅੱਛਾ। ਮੇਰੀ ਭਤੀਜੀ ਹੈ ਤੇ ਸੋਲਿਸਟਰ, ਹੋਰ ਮੇਰੇ ਰਿਸ਼ਤੇਦਾਰ ਬਹੁਤ ਪੜ੍ਹੇ ਲਿਖੇ ਆ। ਅਸੀਂ ਕੁਛ ਨਹੀਂ ਕੀਤਾ, ਅਸੀਂ ਪੈਸਾ ਜਿਹੜਾ ਖਰਚਿਆ ਉਹਨਾਂ ਦੀ ਪੜ੍ਹਾਈ ਤੇ ਖਰਚਿਆ। ਹੁਣ ਤੁਹਾਡੇ ਦੂਜੇ ਪੁਆਇੰਟ ਤੇ ਆਉਂਦੇ ਕਿ ਜਿਹੜੀ ਮਿਕਸ ਮੈਰਿਜਿਸ ਹੈ। ਹਾਂਜੀ ਹਾਂਜੀ ਹਾਂਜੀ, ਸਾਡੇ ਘਰਾਂ 'ਚ ਮਿਕਸ ਮੈਰਿਜਿਸ ਹੋਈਆਂ, ਔਰ ਅਸੀਂ ਲੜਕੇ ਨੂੰ ਤੰਗ ਨਹੀਂ ਕੀਤਾ, ਨਾ ਲੜਕੇ ਨੂੰ ਤੰਗ ਕੀਤਾ ਵੀ ਤੁਸੀਂ ਕਿਉਂ ਕਰਦੇ ਆ, ਕਿਉਂਕਿ ਅਸੀਂ ਸੋਚਦੇ ਹਾਂ ਕਿ ਜੇ ਇਹਨਾਂ ਨੇ ਇੱਥੇ ਰਹਿਣਾ ਆ ਤੇ ਸੂਨਰ ਔਰ ਲੇਟਰ ਤਬਦੀਲੀ ਆਉਣੀ ਆ। ਬਿਲਕੁਲ ਬਿਲਕੁਲ, ਔਰ ਇਹਨਾਂ ਨੂੰ ਅਡਾਪਟ ਕਰਨੀ ਪੈਣੀ ਆ, ਜਿੱਦਾਂ ਕਿ ਵੈਸਟ ਇੰਡੀਜ਼ ਦੇ ਵਿੱਚ ਗਾਇਨਾ ਦੇ ਤੇ ਹੋਰ ਇਲਾਕਿਆਂ 'ਚ ਆਈਆਂ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿੰਨੀ ਜਲਦੀ ਅਸੀਂ ਸੋਚ ਲਾਂਗੇ ਕਿ ਇਹ ਤਬਦੀਲੀ ਨੂੰ ਸਾਨੂੰ ਸਾਹਮਣਾ ਕਰਨਾ ਪੈਣਾ, ਉਨੀ ਜਲਦੀ ਅਸੀਂ ਇਹ ਤੋਂ ਛੁਟਕਾਰਾ ਪਾ ਲਾਂਗੇ। ਔਰ ਕਈਆਂ ਨੇ ਤਾਂ ਜਨਾਬ ਗੋਰੀਆਂ ਲੜਕੀਆਂ ਨਾਲ ਵਿਆਹ ਕਰਾਇਆ। ਬਿਲਕੁਲ ਬਿਲਕੁਲ ਬਿਲਕੁਲ, ਉਹ ਸਭ ਤੋਂ ਵੀ ਅੱਗੇ ਸੋਚ ਦੇ ਵਿੱਚ ਸਭ ਤੋਂ ਵੀ ਅੱਗੇ ਵਧੇ ਹੋਏ ਆ। ਹਾਂਜੀ ਹਾਂਜੀ ਹਾਂਜੀ, ਉਹਨਾਂ ਨੇ ਸੋਚ ਲਿਆ ਕਿ ਅਸੀਂ ਇੱਥੇ ਰਹਿਣਾ ਔਰ ਇਹ ਕਲਚਰ ਦੇ ਵਿੱਚ ਸਾਨੂੰ ਅਸੀਮੀਲੇਟ ਹੋਣਾ ਪੈਣਾ। ਬਿਲਕੁਲ ਬਿਲਕੁਲ। ਸੋ ਜੇ ਅਸੀਂ ਇਹ ਨਹੀਂ ਕਰਦੇ ਤਾਂ ਅਸੀਂ ਬਹੁਤ ਹੀ ਪਿੱਛੇ ਚਲੇ ਜਾਂਦੇ ਹਾਂ। ਪਰ ਉੱਦਾਂ ਆਪਣੇ ਆਪ ਨੂੰ ਇਹ ਮਿਰਜ਼ਾ ਸਾਹਿਬ ਬੜਾ ਧਾਰਮਿਕ, ਬੜਾ ਕਹਿੰਦੇ ਅਸੀਂ ਜੀ ਰੱਬ ਨੂੰ ਬੜਾ ਮੰਨਦੇ ਜੀ, ਜਿਉਂ ਬਹੁਤ ਪੁਰਾਣੀ ਧਮਕਾਨੀ, ਤੇ ਇਹ ਪਾਪੀ ਨਹੀਂ ਹੈ ਲੋਕ? ਡਾਕਟਰ ਸਾਹਿਬ ਮੈਂ ਗੱਲ ਤੁਹਾਨੂੰ ਅੱਗੇ ਵੀ ਇੱਕ ਵਾਰੀ ਕਹੀ ਸੀ। ਹਾਂਜੀ, ਮੈਂ ਫਿਰ ਰਿਪੀਟ ਕਰ ਦਿੰਦਾ। ਹਾਂਜੀ ਹਾਂਜੀ, the word does not stand still if you're reading a religious book. ਠੀਕ ਆ, ਦੁਨੀਆ ਚੱਲਦੀ ਰਹਿੰਦੀ ਆ, ਤੁਸੀਂ ਜਿੰਨੇ ਮਰਜ਼ੀ ਖੰਡ ਪਾਠ ਕਰਾ ਲਓ, ਜਿੰਨੀ ਰਮਾਇਣ ਦਾ ਪਾਠ ਕਰਾ ਲਓ, ਜਿੰਨੀ ਮਰਜ਼ੀ ਗੀਤਾ ਦੇ ਪਾਠ ਕਰਾ ਲਓ, ਬਿਲਕੁਲ ਬਿਲਕੁਲ ਜੋ ਮਰਜ਼ੀ ਕਰ ਲਓ, ਦੁਨੀਆ ਤੁਹਾਡੇ ਕਹਿਣ ਤੇ ਨਹੀਂ ਚੱਲਦੀ, ਨਾ ਰੁਕਦੀ ਆ, ਉਹ ਅੱਗੇ ਚੱਲਦੀ ਰਹਿੰਦੀ ਆ। ਬਿਲਕੁਲ, ਔਰ ਸਾਇੰਸ ਨੇ ਪ੍ਰੂਵ ਕਰਕੇ ਰੱਖ ਦਿੱਤਾ। ਐਬਸੋਲੂਟਲੀ ਐਬਸੋਲੂਟਲੀ, ਜਿਹੜੀ ਚੀਜ਼ ਇਨੋਵੇਸ਼ਨ ਦੇ ਥਰੂ ਸਾਡੀ ਲਾਈਫ ਤਬਦੀਲੀਆਂ ਆਈਆਂ ਉਹ ਰਿਲੀਜੀਅਸ ਪੁਆਇੰਟ ਆਫ ਵਿਊ ਨਾਲ ਨਹੀਂ ਆਈਆਂ। ਆ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਸਾਇੰਸ ਦੀਆਂ ਕਾਢਾਂ ਇਹ। ਹਾਂਜੀ, ਹੁਣ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਹਾਂਜੀ ਹਾਂਜੀ, ਕਿ ਯੂਰਪ ਦੇ ਵਿੱਚ ਪਹਿਲਾਂ
ਇਹਨਾਂ ਦੇ ਧਰਮ ਦਾ ਬਹੁਤ ਦਬਦਬਾ ਸੀ ਕ੍ਰਿਸਚੀਅਨਿਟੀ। ਬਿਲਕੁਲ ਮੈਂ ਸਭ ਕੁਝ ਪੜ੍ਹਿਆ ਜੀ, ਮੈਂ ਜਾਣੀ ਕਿ ਬੜਾ ਪੜ੍ਹਦਾ ਇਹਨਾਂ ਗੱਲਾਂ ਬਾਰੇ। ਹਾਂ ਜੀ। ਲੇਕਿਨ ਯੂਰਪ ਦੇ ਵਿੱਚ ਇੱਕ ਚੀਜ਼ ਤਬਦੀਲੀ ਆਈ, ਉਹਨਾਂ ਨੇ ਸਾਇੰਸ ਦਾ ਪੱਲਾ ਫੜ ਲਿਆ। ਬਿਲਕੁਲ ਬਿਲਕੁਲ। ਜਦੋਂ ਸਾਇੰਸ ਦਾ ਪੱਲਾ ਫੜਿਆ, ਇੰਡਸਟਰੀਲਾਈਜੇਸ਼ਨ ਹੋਈ, ਤਾਂ ਜਿੰਨਾ ਚਰਚ ਦਾ ਜਿਹੜਾ ਵਿਕਾਸ ਸੀਗਾ ਉਹਦਾ ਇੰਪ੍ਰੈਸ਼ਨ ਘਟਦਾ ਗਿਆ, ਉਹਦਾ ਉਹਨਾਂ ਠੇਕੇਦਾਰਾਂ ਦਾ ਠੇਕਾ ਹਟ ਗਿਆ ਫਿਰ ਤਾਂ। ਐਗਜ਼ੈਕਟਲੀ। ਔਰ ਖਾਸ ਤੌਰ ਗੈਲੀਲੀਓ ਨੇ ਤਾਂ ਬਿਲਕੁਲ ਐਸੀ ਸੱਟ ਮਰੀ ਤੇ ਨੇਲ ਔਨ ਦੀ ਹੈਡ। ਰਹਿੰਦੀ ਖੁਦੀ ਚਾਰਲਸ ਡਾਰਵਨ ਨੇ ਕੰਮ ਕਰਤਾ ਹੈ ਨਾ। ਬਿਲਕੁਲ, ਡਾਰਵਨ ਨੇ ਤੇ ਆ ਕੇ ਇਹਨਾਂ ਦਾ ਮਤਲਬ ਪਰਦੇ ਜਿਹੜੇ ਖੋਲ ਦਿੱਤੇ, ਸਿੰਘਾਸਨ ਹਲਾਤਾ ਫੜ ਕੇ। ਬਿਲਕੁਲ, ਕਿਉਂਕਿ ਜਿਹੜੇ ਦੇਖੋ ਜੀ ਗੱਲ, ਇਫ ਯੂ ਡੂ ਨਾਟ ਓਪਨ ਦੀ ਵਿੰਡੋਜ਼ ਆਫ ਯੂਰ ਮਾਈਂਡ, ਬਿਲਕੁਲ ਯੂ ਵਿਲ ਨੈਵਰ ਲੈਟ ਦੀ current intelligence into your head। ਬਿਲਕੁਲ ਬਿਲਕੁਲ। ਜਿਹੜਾ ਨੌਲੇਜ ਹੈ ਉਹ ਤਬਦੀਲੀ ਤਾਂ ਲਿਆਉਂਦਾ ਆ, ਲੇਕਿਨ ਉਦੋਂ ਲਿਆਉਂਦਾ ਜਦੋਂ ਤੁਸੀਂ ਉਹਨੂੰ ਪ੍ਰੈਕਟੀਕਲ ਸ਼ੇਪ ਦਿੰਦੇ, ਉਦਾਂ ਉਹ ਨਹੀਂ ਦਿੰਦਾ। ਇਸ ਕਰਕੇ ਜਿਹੜੀਆਂ ਚੀਜ਼ਾਂ ਤੁਸੀਂ ਬਿਆਨ ਕੀਤੀਆਂ, ਇਹੀ ਵਜ੍ਹਾ ਹੋ ਰਹੀ ਆ ਕਿ ਲੋਕ ਜਿਹੜੇ ਆਪਣਾ ਪਿਛੋਕੜ ਨਹੀਂ ਛੱਡਦੇ, ਜਦ ਕਿ ਉਹਨਾਂ ਨੂੰ ਪਿਛੋਕੜ ਦੀ ਲੋੜ ਹੀ ਨਹੀਂ। ਬਿਲਕੁਲ। ਜਿਸ ਲਾਈਫ ਚੋਂ ਰਹਿ ਰਹੇ ਆ, ਜਿਸ ਸੈਂਚੁਰੀ ਚੋਂ ਰਹਿ ਰਹੇ ਆ, ਉਹ ਸੈਂਚੁਰੀ ਹੋਰ ਹੀ ਕਿਸੇ ਕਿਸਮ ਦੀ ਆ। ਐਬਸੋਲੂਟਲੀ। ਅੱਜ ਲੋਕੀ ਸਪੇਸ ਟਰੈਵਲ ਕਰਨਾ ਚਾਹੁੰਦੇ ਆ, ਤਾਂ ਤੁਸੀਂ ਜ਼ਮੀਨ ਤੇ ਬਹਿ ਕੇ ਵੀ ਗੱਲਾਂ ਹੋ ਜਿਹੀਆਂ ਕਰਦੇ। ਸੋ ਬਹੁਤ ਸਾਰੀਆਂ ਤਬਦੀਲੀ ਮਾਈਂਡ ਨੂੰ ਦੇਖੋ, ਐਜੂਕੇਸ਼ਨ ਇਦਾਂ ਦੀ ਹੋਣੀ ਚਾਹੀਦੀ ਜਿਹੜੀ ਮਾਈਂਡ ਨੂੰ ਚੇਂਜ ਕਰ ਦੇ, ਮਾਈਂਡ ਸੈਟ ਨੂੰ ਚੇਂਜ ਕਰ ਦੇਵੇ, ਵਿਜ਼ਨ ਨੂੰ ਚੇਂਜ ਕਰ ਦੇਵੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਮਿੱਡਾ ਸਾਹਿਬ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਹਰਬੰਸ ਲਾਲ ਮਿੱਡਾ ਹੋਣੀ ਲੰਡਨ ਤੋਂ। ਤੁਸੀਂ ਵੀ ਜਿਹੜਾ ਹੈਗਾ ਅਜੇ ਵੀ ਸਾਡੇ ਤੋਂ 6.5 ਮਿੰਟ ਹੈ, ਟੈਲੀਫੋਨ ਕਾਲਸ ਕਰਕੇ ਜਿਹੜੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਆ, ਸੰਵਾਦ ਚ ਆ ਸਕਦੇ, ਕਿਉਂਕਿ ਇਹਦਾ ਸਾਰਾ ਮਤਲਬ ਹੀ ਜਿਹੜੇ ਮੈਂ ਟੌਪਿਕਸ ਜਿਹੜੇ ਹੈ ਲਿਖੇ ਆਪਣੀਆਂ ਕਿਤਾਬਾਂ ਦੇ ਵਿੱਚ, ਉਹ ਇਹੀ ਹੈਗੇ ਤਾਂ ਕਿ ਲੋਕਾਂ ਨੂੰ ਜਾਗਰਤ ਕਰ ਸਕਾਂ, ਥੋੜ੍ਹਾ ਬਹੁਤ ਗਿਆਨ ਜਨ ਕੇ ਦੇ ਸਕਾਂ, ਸ਼ਾਇਦ ਉਹਦੇ ਨਾਲ ਕੋਈ ਨਾ ਕੋਈ ਤਬਦੀਲੀ ਆ ਸਕੇ। ਇੰਨੀਅਰ ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲਦੇ ਆ ਜੀ? ਹੈਲੋ ਜੀ, ਗੁੱਡ ਈਵਨਿੰਗ ਮਿਸਟਰ ਡਾਕਟਰ ਹਰੀਸ਼ ਮਲਹੋਤਰਾ, ਮੈਂ ਚਾਂਦ ਬੋਲਦੀ ਲੰਡਨ ਤੋਂ। ਹਾਂਜੀ ਚਾਂਦ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਮਸਲੇ ਤੇ? ਅੱਜ ਦਾ ਤੁਹਾਡਾ ਟੌਪਿਕ ਬਹੁਤ ਹੀ ਸੋਹਣਾ ਆ, ਵੈਰੀ ਵੈਰੀ ਨਾਈਸ। ਇਸ ਟੌਪਿਕ ਤੇ ਮੈਂ ਕਹਿੰਦੀ ਹਾਂ ਲੋਕਾਂ ਨੂੰ ਥੋੜੀ ਜਿਹੀ ਸਿੱਖਿਆ ਮਿਲੂਗੀ, ਤੇ ਇਹ ਇਸ ਟੌਪਿਕ ਤੇ ਥੋੜੇ ਵਿਚਾਰ ਕਰਨਗੇ ਕਿ ਕੁੜੀਆਂ ਨੂੰ ਕਿੱਦਾਂ ਰੱਖਣਾ ਚਾਹੀਦਾ ਘਰ ਦੇ ਵਿੱਚ, ਜਾਂ ਕੁੜੀਆਂ ਨੂੰ ਕਿੱਦਾਂ ਪੜ੍ਹਾਉਣਾ ਚਾਹੀਦਾ ਜੇ ਉਹ ਆਪਣੀ ਪਸੰਦ ਦੇ ਮੁੰਡੇ ਦੇ ਨਾਲ ਵਿਆਹ ਕਰਾਉਂਦੀਆਂ। ਡਜ਼ਨਟ ਮੈਟਰ ਗੋਰਾ ਆ ਕਾਲਾ ਜਿਹੜਾ ਵੀ ਹੈਗਾ, ਕਿਉਂਕਿ ਹੁਣ ਆਪਾਂ ਐਡੀ ਦੂਰੋਂ ਇੰਡੀਆ ਦੇ ਵਿੱਚੋਂ 7 ਸਮੁੰਦਰ ਪਾਰ ਕਰਕੇ ਆਪਾਂ ਇਹਨਾਂ ਕੰਟਰੀਆਂ ਦੇ ਵਿੱਚ ਆਏ ਹਾਂ। ਪਰ ਇੱਥੇ ਚਾਂਦ ਜੀ ਇੱਦਾਂ ਵੀ ਹੋਇਆ ਹੈਗਾ ਕੁਝ ਕੇਸਿਸ ਦੇ ਵਿੱਚ, ਵੀ ਸ਼ਾਇਦ ਤੁਸੀਂ ਵੀ ਜਾਣਦੇ ਹੋਵੋਗੇ, ਜਿੱਥੇ ਲੈ ਵੀ ਪਹਿਲਾਂ ਕੁੜੀਆਂ ਹੁੰਦੀਆਂ ਰਹੀਆਂ ਤੇ ਫਿਰ ਉਹ ਮੁੰਡੇ ਲਈ ਉਹਨਾਂ ਨੇ ਅਬੋਰਸ਼ਨਾਂ ਵੀ ਕਰਾਈਆਂ, ਕੋਈ ਇੱਦਾਂ ਦੇ ਚੱਕਰ ਵੀ ਹੈ? ਉਹ ਤਾਂ ਬਥੇਰੇ ਹੁੰਦੇ ਰਹੇ ਆ। ਉਹੀ ਤਾਂ ਮੈਂ ਕਹਿੰਦੀ ਆ ਵੀ ਔਰਤ ਦੀ ਦੁਸ਼ਮਣ ਆ, ਕਿਉਂਕਿ ਤੁਸੀਂ ਨਿੱਕੀਆਂ ਬੱਚੀਆਂ ਨੂੰ ਜਿਹੜਾ ਹੈਗਾ ਤੁਸੀਂ ਆਪਣੀਆਂ ਅਬੋਰਸ਼ਨਸ ਕਰਾ ਲੈਣੀਆਂ, ਪੇਟ ਵਿੱਚ ਹੀ ਮਰਵਾ ਲੈਣੀਆਂ, ਇਹ ਗਲਤ ਗੱਲਾਂ ਆ। ਇਹ ਉਹ ਬੰਦੇ ਉੱਦਾਂ ਆਪਣੇ ਆਪ ਨੂੰ ਬੜਾ ਧਾਰਮਿਕ ਹੁੰਦੇ, ਪਾਪੀ ਨਹੀਂ ਲੈ ਵੀ ਉਹਨਾਂ ਨੂੰ ਕੋਈ ਉੱਥੇ ਜਿਹੜਾ ਕੋਈ ਰੱਬ ਦਾ ਕੋਈ ਹਿਸਾਬ ਕਿਤਾਬ ਹੈਗਾ ਉੱਥੇ ਉਹਨਾਂ ਨੂੰ ਉਹ ਕਹਿੰਦੇ ਸਾਡੇ ਵਰਗੇ ਕੋਈ ਦਾਨੀ ਹੋਣੇ ਨਹੀਂ। ਏਦਾਂ ਦੇ ਲੋਕ ਤਾਂ ਕਹਿੰਦੇ ਆ ਵੀ ਸਾਡੇ ਵਰਗੇ ਕੋਈ ਦਾਨੀ ਹੋਣੇ ਨਹੀਂ। ਮੁੰਡਿਆਂ ਨੂੰ ਭਾਲਦੇ ਲੋਕੀ ਕਿਤੇ ਦੇ ਕਿਤੇ ਪਹੁੰਚ ਜਾਂਦੇ ਆ, ਪਰ ਇਹ ਜੋ ਵੀ ਹੈਗਾ ਬਹੁਤ ਗਲਤ ਆ। ਬਾਅਦ ਚ ਸ਼ੱਕਰੀ ਮੁੰਡੇ ਲੱਤੀ ਮਾਰ, ਔਰ ਜਦੋਂ ਕਿਤੇ ਬਿੱਲ ਬਣਾਉਂਦੇ ਆ ਤਾਂ ਨਹੀਂ ਜੀ ਕੁੜੀਆਂ ਨੂੰ ਨਹੀਂ ਅਸੀਂ ਕੁਝ ਦੇਣਾ। ਕੁੜੀਆਂ ਤਾਂ ਸਭ ਤੋਂ ਜ਼ਿਆਦਾ ਮਾਂ-ਬਾਪ ਦਾ ਕਰਦੀਆਂ, ਬਿਲਕੁਲ ਕਰਦੀਆਂ, ਬਿਲਕੁਲ ਸਾਰੀਆਂ ਸਭ ਤੋਂ ਜ਼ਿਆਦਾ ਮਾਂ-ਬਾਪ ਵਾਸਤੇ ਜਾਨ ਵੀ ਦੇ ਦਿੰਦੀਆਂ ਕੁੜੀਆਂ। ਫੇਰ ਕਹਿੰਦੇ ਨਹੀਂ ਜੀ ਸਾਨੂੰ ਇੱਥੇ ਕਿਸੇ ਦੇ ਨਾਲ ਇੱਥੇ ਕੇਸ ਹੋਇਆ ਆ, ਉਹ ਕੁੜੀ ਲੇਡੀ ਨੂੰ ਕੈਂਸਰ ਸੀ ਤੇ ਉਹਦੀ ਇੰਸ਼ੋਰੈਂਸ ਕਰਾਈ ਸੀ, ਲਾਈਫ ਇੰਸ਼ੋਰੈਂਸ। ਉਹਦੇ 2 ਮੁੰਡੇ ਸੀਗੇ, ਉਹਨੂੰ ਸਾਂਭਦੇ ਨਹੀਂ ਸੀਗੇ, ਨਾ ਵੋਟੀਆਂ ਸਾਂਭਦੀਆਂ ਸੀ, ਕੋਈ ਨਹੀਂ ਸੀ ਸਾਂਭਦਾ। ਉਹਦੀਆਂ ਜਿਹੜੀਆਂ ਸੀਗੀਆਂ ਅੱਗੇ ਪੋਤੀਆਂ, ਉਹ ਉਹਦੀ ਲੁੱਕ ਆਫਟਰ ਕਰਾਓ ਕਿ ਉਹਨੇ ਲਿਖ ਕੇ ਗਈ ਸੀ, ਕਹਿੰਦੀ ਮੇਰੇ ਪੁੱਤਾਂ ਨੂੰ ਬਿਲਕੁਲ ਕੁਝ ਨਹੀਂ ਦੇਣਾ। ਬਿਲਕੁਲ। ਹੁਣ ਉਹਨਾਂ ਦੇ ਘਰਾਂ ਦੇ ਵਿੱਚ ਲੜਾਈਆਂ ਸ਼ੁਰੂ ਹੋਈਆਂ ਵੀ ਸਾਡੀ ਮਾਂ ਨੇ ਸਾਨੂੰ ਕਿਉਂ ਨਹੀਂ ਦਿੱਤਾ। ਉਹ ਕਹਿੰਦੀਆਂ ਜਦ ਤੁਸੀਂ ਉਹਦੀ ਲੁੱਕ ਆਫਟਰ ਹੀ ਨਹੀਂ ਕੀਤੀ, ਜਦੋਂ ਉਹ ਬਿਮਾਰ ਸੀ ਉਦੋਂ ਤੁਸੀਂ ਉਹਦੀ ਲੁੱਕ ਆਫਟਰ ਨਹੀਂ, ਤੁਸੀਂ ਪੁੱਤੇ ਆਪਣੇ ਬੱਚੇ ਆਪਣੇ ਜਿਹੜੇ ਮੁੰਡਿਆਂ ਵਾਲਾ ਤੁਸੀਂ ਆਪਣਾ ਫਰਜ਼ ਅਦਾ ਹੀ ਨਹੀਂ ਕੀਤਾ, ਤੁਹਾਨੂੰ ਪੈਸੇ ਕਾਹਦੇ ਹੋਣ। ਬਿਲਕੁਲ। ਇਹ ਤਾਂ ਹੁਣ ਜਿਨ੍ਹਾਂ ਨੇ ਕੀਤੇ ਆ ਉਹ ਲਿਖ ਕੇ ਗਈ ਆ, ਅਸੀਂ ਤਾਂ ਨਹੀਂ ਉਹਨੂੰ ਕਿਹਾ ਵੀ ਤੁਸੀਂ ਲਿਖ ਕੇ ਜਾਵੋ, ਪਰ ਜਿਹੜੀਆਂ ਕੁੜੀਆਂ ਆ ਮੈਂ ਕਹਿੰਦੀ ਆ ਇਹ ਤਾਂ ਮਾਂ-ਬਾਪ ਵਾਸਤੇ ਮਰ ਜਾਂਦੀਆਂ। ਪਰ ਕਈ ਜਨ ਕਿਹੜੇ ਜਿਹੜੀਆਂ ਮਾਵਾਂ ਹੈਗੀਆਂ ਜਾਂ ਮਾਂ-ਬਾਪ ਜਨ ਕਿ ਪਿਓ ਵੀ ਨਾਲ ਸ਼ਾਇਦ ਹੋ ਸਕਦਾ ਲੈ ਵੀ ਉਹ ਆਪਣੇ ਬੱਚਿਆਂ ਨੂੰ ਬੜੀ ਪੁੱਠੀ ਸਿੱਖਿਆ ਦਿੰਦੇ, ਆਪਣੇ ਦਾਦੇ-ਦਾਦੀ ਨੂੰ ਬੜਾ ਬਕਵਾਸ ਕਰਦੇ ਹੈਗੇ ਆ, ਜਾਣੀ ਕਿ ਜਾਂ ਆਪਣੇ ਤਾਏ ਚਾਚੇ ਨੂੰ ਬੜਾ ਬਕਵਾਸ ਕਰਦੇ ਹੈ। ਇਹੋ ਜਿਹੀ ਘਰ ਦੇ ਵਿੱਚੋਂ ਹੀ ਸਿੱਖਿਆ ਮਿਲਦੀ ਆ, ਇਹ ਘਰੋਂ ਸਿੱਖਿਆ ਮਿਲਦੀ ਹੈ, ਘਰੋਂ ਸਿੱਖਿਆ ਮਿਲਦੀ ਆ। ਕਿਉਂਕਿ ਇਹ ਜਿਹੜੀ ਹੈ ਜੋ ਤੁਹਾਡੇ ਘਰ ਦਾ ਵਿੱਚ ਐਟਮੋਸਫੇਅਰ ਹੈਗਾ, ਜੋ ਵਾਤਾਵਰਨ ਆ ਘਰ ਦੇ ਵਿੱਚੋਂ ਹੀ ਇਹ। ਪਰ ਸਾਡੇ ਵੀ ਬੱਚੇ ਹੈਗੇ, ਸਾਰਿਆਂ ਲੋਕਾਂ ਦੇ ਬੱਚੇ ਆ, ਮੈਂ ਤਾਂ ਕਦੀ ਨਹੀਂ ਦੇਖੇ ਇੱਦਾਂ। ਬਹੁਤ ਰੇਅਰ ਲੋਕ ਆ ਜਿਹੜੇ ਕਿ ਤੁਹਾਡੇ ਆਪਣੇ ਬਜ਼ੁਰਗਾਂ ਨੂੰ ਜਾਂ ਆਪਣੇ ਜਿਹੜੇ ਕਲੋਜ਼ ਰਿਲੇਸ਼ਨਸ ਆ ਉਹਨਾਂ ਨੂੰ ਇਹ ਕੁਝ ਹੁੰਦਾ ਆ, ਇਹਨਾਂ ਨੂੰ ਕਹਿੰਦੇ ਹੈਗੇ ਆ। ਪਰ ਇਹ ਜਿਹੜੀ ਆ ਮੈਂ ਕਹੂੰਗੀ ਇਹ ਬਹੁਤ ਹੀ ਜਿਨ੍ਹਾਂ ਨੂੰ ਕਿ ਅਕਲ ਨਹੀਂ ਹੈਗੀ,
ਬੇਵਕੂਫੀ ਵਾਲੀਆਂ ਗੱਲਾਂ ਕਰਦੇ ਆ ਲੋਕ, ਪਰ ਇਹ ਬਹੁਤ ਗਲਤ ਗੱਲ ਆ। ਪਰ ਉਹਨਾਂ ਨੇ ਚਾਂਦੀ ਕੁਝ ਆਪ ਵੀ ਅਚੀਵ ਨਹੀਂ ਕੀਤਾ ਹੁੰਦਾ, ਉਹ ਤਾਂ ਹੈ ਹੀ ਕੱਖ ਨਹੀਂ, ਉਹ ਤਾਂ 0 ਤੋਂ -0 ਹੁੰਦੇ ਆ। ਉਹਨਾਂ ਦੇ ਲੋਕ ਜਿਹੜੇ ਜੈਲਸ ਕਰਦੇ ਆ, ਉਦਾਂ ਦੇ ਲੋਕ ਜੈਲਸ ਨਾਲ ਭਰੇ ਹੁੰਦੇ ਆ, ਜਿਨ੍ਹਾਂ ਦੇ ਕੋਲ ਕੁਝ ਹੋਰ ਨਹੀਂ ਹੁੰਦਾ। ਉਹ ਕਹਿੰਦੇ ਅਸੀਂ, ਕਈ ਲੋਕ ਗੱਲਾਂ ਕਰਨ ਵਾਲੇ ਹੁੰਦੇ ਆ, ਕੁਝ ਕਰਕੇ ਨਹੀਂ ਦਿਖਾਉਣ ਵਾਲੇ ਹੁੰਦੇ, ਕਿਉਂਕਿ ਉਹਨਾਂ ਨੂੰ ਤਾਂ ਇੱਕ ਤਾਂ ਉੱਚੀ ਉਹਨਾਂ ਦੇ ਕੋਲ ਕੋਈ ਪਦਵੀ ਨਹੀਂ ਹੁੰਦੀ, ਉਹਨਾਂ ਨੂੰ ਕੋਈ ਚੰਗੀ ਸਿੱਖਿਆ ਨਹੀਂ ਉਹਨਾਂ ਨੇ ਲਈ ਹੁੰਦੀ, ਕੋਈ ਸਿੱਖਿਆ ਨਹੀਂ ਲਈ ਹੁੰਦੀ, ਨਾ ਕੋਈ ਪੜ੍ਹਾਈ ਲਿਖਾਈ ਹੈ, ਨਾ ਕੋਈ ਪੈਸੇ ਨੂੰ ਵੀ ਕੋਈ ਏਡੇ ਨਹੀਂ ਹੈ ਵੀਰ। ਹਾਂ, ਇਹਨਾਂ ਦੇ ਕਰਕੇ ਉਹ ਕਈ ਲੋਕ ਜਿਹੜੇ ਹੈਗੇ ਕਿਸੇ ਨੂੰ ਕਿਸੇ ਪਾਸਿਓਂ ਬੁਰਾ ਤਾਂ ਕਹਿਣ ਨੂੰ ਉਹ ਜੋ ਮਰਜ਼ੀ ਕਰੀ ਜਾਣ, ਪਰ ਮੈਂ ਇਹ ਕਹਿੰਦੀ ਆ, ਕਹਿੰਦੇ ਹੁੰਦੇ ਕੁੱਤੇ ਹੁੰਦੇ ਭੌਂਕ ਕੇ ਆਪੇ ਚੁੱਪ ਕਰ ਜਾਂਦੇ ਆ। ਜੇ ਤੁਸੀਂ ਉਹਨਾਂ ਨੂੰ ਬੁਰਕੀ ਪਾਓਗੇ ਉਹ ਹੋਰ ਬੋਲਣਗੇ, ਆਈ ਮੀਨ ਵੀ ਤੁਸੀਂ ਉਹਨਾਂ ਨੂੰ ਜਵਾਬ ਦਿਓਗੇ ਉਹ ਹੋਰ ਬੋਲਣਗੇ। ਇਸ ਕਰਕੇ ਇੱਕ ਚੁੱਪ 100 ਸੁੱਖ। ਅਸੀਂ ਆਪਣੇ ਘਰ ਦਾ ਚੈਨ ਜਾਂ ਕੋਈ ਆਪਣੀ ਜਿਹੜੀ ਜ਼ਿੰਦਗੀ ਅਸੀਂ ਕਿਉਂ ਬੇਚੈਨ ਕਰੀਏ? ਬਿਲਕੁਲ, ਸਾਨੂੰ ਆਪਣੇ ਆਪ ਨੂੰ ਸ਼ਾਂਤ ਰਹਿਣਾ ਚਾਹੀਦਾ, ਪੀਸਫੁਲ ਰਹਿਣਾ ਚਾਹੀਦਾ। ਅਸੀਂ ਜਿੱਦਾਂ ਸਾਡੀ ਜ਼ਿੰਦਗੀ ਪਤਾ ਨਹੀਂ ਕਿੰਨੇ ਕੁ ਦੇਰ ਹੈਗੇ ਆ, ਕਿੰਨੀ ਕੁ ਦੇਰ ਜੀਣਾ ਆ। ਨਾਲੇ ਇਹ ਤੋਂ ਬਿਨਾਂ ਚਾਂਦੀਏ ਤਾਂ ਮੰਨੀ ਗੱਲ ਵੀ ਹੈ ਲੈ ਵੀ ਜੇ ਤੁਸੀਂ ਉਹ ਕੁੱਤਿਆਂ ਦੇ ਖੜ ਕੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿਓ, ਤੁਸੀਂ ਆਪਣੇ ਜਿਹੜਾ ਮੁਕਾਮ ਤੇ ਤੁਸੀਂ ਆਪਣੇ ਟੀਚੇ ਤੇ ਪਹੁੰਚ ਨਹੀਂ ਸਕਦੇ, ਤੁਸੀਂ ਕਦੀ ਅੱਗੇ ਵਧ ਹੀ ਨਹੀਂ ਸਕਦੇ। ਜੇ ਇੱਕ ਗੱਲ ਸੋਚੀ ਜਾਵੋ, ਉਹ ਇੱਦਾਂ ਆ, ਉਹ ਇੱਦਾਂ ਆ, ਉਹ ਇੱਦਾਂ ਆ, ਪਰ ਮੈਂ ਇਹ ਕਹਿੰਦੀ ਹੈਗੀ ਆ ਤੁਹਾਡੇ ਘਰ ਦੇ ਵਿੱਚੋਂ ਹੀ ਬੱਚਿਆਂ ਨੂੰ ਸਿੱਖਿਆ ਮਿਲਦੀ ਆ, ਲੈਸਨ ਤੁਹਾਡੇ ਘਰ ਦੇ ਵਿੱਚੋਂ ਹੀ ਮਿਲਦੇ ਆ, ਨਾ ਕਿ ਬਾਹਰੋਂ ਮਿਲਦੇ ਆ। ਥੈਂਕ ਯੂ ਚਾਂਦ ਜੀ, ਓਕੇ ਜੀ, ਬਹੁਤ ਮਿਹਰਬਾਨੀ। ਇਹ ਤਾਂ ਸੀ ਚਾਂਦ ਜੈਰਤ ਹੋਣੀ ਲੰਡਨ ਤੋਂ। ਸਾਡੇ ਕੋਲ ਸਿਰਫ ਹੁਣ 1.5 ਮਿੰਟ ਤੋਂ ਵੀ ਬਹੁਤ ਘੱਟ ਸਮਾਂ ਰਹਿ ਗਿਆ, 1 ਮਿੰਟ ਹੀ ਰਹਿ ਗਿਆ ਹੈਗਾ। ਅਗਲੇ ਹਫਤੇ ਜਿਹੜਾ ਹੈਗਾ ਮੈਂ ਯਾਨੀ ਕਿ ਫਿਰ ਇੱਕ ਹੋਰ ਇਹੋ ਜਿਹਾ ਸਬਜੈਕਟ ਜਿਹੜਾ ਲੈ ਕੇ ਆਊਂਗਾ। ਇਹ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ ਹੈਗਾ, ਇਹਦੇ ਬਾਰੇ ਜ਼ਰੂਰ ਤੁਸੀਂ ਜਿਹੜੇ ਹੈਗੇ ਆਪਣੇ ਵਿਚਾਰ ਸਾਨੂੰ ਜ਼ਰੂਰ ਦਿਓ, ਅਤੇ ਇਸ ਪ੍ਰੋਗਰਾਮ ਨੂੰ ਕਿੱਦਾਂ ਯਾਨੀ ਕਿਹੜਾ ਹੈਗਾ ਹੋਰ ਇੰਪਰੂਵ ਕੀਤਾ ਜਾ ਸਕਦਾ ਉਹਦੇ ਬਾਰੇ ਤੁਸੀਂ ਜ਼ਰੂਰ ਵਿਚਾਰ ਦਿਓ। ਅਤੇ ਮੈਂ ਆਪਣੀ ਕਿਤਾਬ ਵਿੱਚੋਂ ਇਸ ਵਿੱਚੋਂ ਜਿਹੜੀ ਬਾਤਾਂ ਬਲੈਦੀਆਂ ਕਿਤਾਬ ਦਾ ਨਾਂ ਹੈਗਾ, ਇਹ 'ਚੋਂ ਅਗਲੇ ਹਫਤੇ ਕੋਈ ਹੋਰ ਲੇਖ ਲੈ ਕੇ ਆਊਂਗਾ, ਤੁਹਾਡੇ ਨਾਲ ਫਿਰ ਸੰਵਾਦ ਵਿਚਾਉਣ ਦੀ ਕੋਸ਼ਿਸ਼ ਕਰੂੰਗਾ। ਜਿਨ੍ਹਾਂ ਨੇ ਵੀ ਅੱਜ ਭਾਗ ਜਾਣ ਕੇ ਲਿਆ ਹੈਗਾ, ਮੈਂ ਉਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦੀ ਹੈਗਾ। ਬਹੁਤ ਹੀ ਵਧੀਆ ਵਿਚਾਰ ਜਾਣ ਕੇ ਉਹਨਾਂ ਨੇ ਦਿੱਤੇ ਹੈਗੇ ਆ, ਅਤੇ ਮੈਂ ਆਸ ਕਰਦਾ ਕਿ ਫਿਊਚਰ ਦੇ ਵਿੱਚ ਵੀ ਉਹ ਮੇਰੇ ਨਾਲ ਇੱਦਾਂ ਹੀ ਸਾਂਝ ਪਾਉਂਦੇ ਰਹਿਣਗੇ। ਅਤੇ ਜਿਹਨਾਂ ਦੀਆਂ ਟੈਲੀਫੋਨ ਕਾਲਸ ਅੱਜ ਨਹੀਂ ਮਿਲ ਸਕੀਆਂ, ਜਿਨ੍ਹਾਂ ਦੀਆਂ ਗੱਲਾਂ ਮੇਰੇ ਨਾਲ ਨਹੀਂ ਅੱਜ ਹੋ ਸਕੀਆਂ, ਮੈਂ ਉਹਨਾਂ ਤੋਂ ਮਾਫੀ ਮੰਗਦਾ, ਅਤੇ ਆਸ ਕਰਦਾ ਵੀ ਸ਼ਾਇਦ ਅਗਲੇ ਹਫਤੇ ਆਪਾਂ ਫਿਰ ਉਹਨਾਂ ਨੂੰ ਟੈਲੀਫੋਨ ਕਾਲ ਦੇ ਰਾਹੀਂ ਜਿਹੜਾ ਹੈਗਾ ਜ਼ਰੂਰ ਜਾਣ ਕੇ ਸੁਣਾਂਗੇ। ਇਹ ਜਾਣੀ ਕਿ ਬਹੁਤ ਸਾਰੇ ਮਸਲੇ ਹੈਗੇ ਜਿਹੜੇ ਮੈਂ ਇਸ ਕਿਤਾਬ ਵਿੱਚ ਲੈ ਕੇ ਆਇਆ ਹੈਗਾ। ਇਸ ਕਿਤਾਬ ਵਿੱਚ ਜਿਹੜੇ ਲਿਖੇ ਹੈਗੇ ਆ ਉਹ ਸਮਾਜਿਕ ਮਸਲਿਆਂ ਬਾਰੇ ਮੈਂ ਗੱਲ ਕਰਦਾ ਹੈਗਾ, ਅਤੇ ਤਾਂ ਕਿ ਮੇਰਾ ਮਕਸਦ ਇਹ ਹੈਗਾ ਵੀ ਜਿਹੜੀਆਂ ਮੇਰੀਆਂ ਗੱਲਾਂ ਹੈਗੀਆਂ ਸ਼ਾਇਦ ਕਿਸੇ ਨਾ ਕਿਸੇ ਨੂੰ ਕੋਈ ਗੱਲ ਜਿਹੜੀ ਹੈਗੀ ਆ ਉਹ ਸਮਝ ਪੈ ਜਾਵੇ, ਅਤੇ ਅਸੀਂ ਯਾਨੀ ਕਿ ਆਪਣੀ ਜ਼ਿੰਦਗੀ ਨੂੰ ਹੋਰ ਕਿਸ ਤਰ੍ਹਾਂ ਇੰਪਰੂਵ ਕਰ ਸਕੀਏ। ਸਾਰੀ ਜਿਹੜੀ ਸੋਚ ਹੈਗੀ ਆ ਉਹ ਰੈਸ਼ਨਲ ਅਤੇ ਲੌਜੀਕਲ ਅਤੇ ਸਾਇੰਟੀਫਿਕ ਬੇਸ 'ਤੇ ਹੈ, ਅਤੇ ਮੈਂ ਸਮਝਦਾ ਵੀ ਯਾਨੀ ਕਿ ਇਹ ਜਿਹੜਾ ਹੈਗਾ ਇਹੀ ਮੈਨੂੰ ਲੱਗਦਾ ਸਾਡਾ ਫਿਊਚਰ ਹੈਗਾ, ਅਤੇ ਸਾਡੇ ਬੱਚੇ ਹੀ ਸਾਡੀ ਜਾਇਦਾਦ ਹੈਗੇ। ਜੇ ਸਾਡੇ ਬੱਚੇ ਯਾਨੀ ਕਿ ਖੁਸ਼ ਰਹਿਣਗੇ ਤਾਂ ਫਿਰ ਅਸੀਂ ਖੁਸ਼ ਹਾਂ। ਮੈਨੂੰ ਤੁਸੀਂ ਇੱਥੇ ਇਜਾਜ਼ਤ ਦਿਓ, ਮੈਂ ਤੁਹਾਨੂੰ ਅਗਲੇ ਹਫ਼ਤੇ ਜਿਹੜਾ ਹੈਗਾ ਫਿਰ ਸੋਚ ਦੇ ਸਫ਼ਰ ਦੇ ਵਿੱਚ ਟਿਊਜ਼ਡੇ ਨੂੰ ਜਿਹੜਾ ਫਿਰ ਮਿਲਦਾ। ਓਕੇ ਜੀ, ਬਾਏ ਬਾਏ, ਹੈਵ ਅ ਗੁੱਡ ਡੇ।